ਇੱਕ ਨਜ਼ਰ ਵਿੱਚ ਮੁੜ ਤੋਂ ਤੁਹਾਡਾ ਸਵਾਗਤ ਹੈ। ਜਿੱਦਾਂ ਕਿ ਹਰ ਸ਼ਨੀਵਾਰ ਅਸੀਂ ਤੁਹਾਡੇ ਲਈ ਵਿਸ਼ੇਸ਼ ਪ੍ਰੋਗਰਾਮ ਲੈ ਕੇ ਆਉਂਦੇ ਹਾਂ, ਜੋ ਸਮੱਸਿਆਵਾਂ, ਜੋ ਮਾਮਲੇ, ਜੋ ਇਸ਼ੂ ਇਸ ਟਾਈਮ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਚੱਲ ਰਹੇ ਹੁੰਦੇ ਨੇ, ਉਸ ਦੇ ਉੱਤੇ ਇੱਕ ਨਜ਼ਰ ਪਾਉਣ ਦੇ ਲਈ ਅਸੀਂ ਹਰ ਵਾਰ ਸਟੂਡੀਓ ਦੇ ਵਿੱਚ ਆਉਂਦੇ ਹਾਂ। ਅਤੇ ਇਸ ਵਾਰ ਜੋ ਕਿਸਾਨੀ ਮੁੱਦਾ ਚੱਲ ਰਿਹਾ ਹੈ, ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਆਪਣੇ ਮੁਕਾਮ 'ਤੇ ਪਹੁੰਚ ਚੁੱਕਾ ਹੈ, ਉਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸੁਖਦੇਵ ਸਿੰਘ ਫਗਵਾੜਾ ਤੋਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪਹਿਲਾਂ ਤਾਂ ਸਾਡੇ ਸਟੂਡੀਓ 'ਚ। ਸ਼ੁਕਰੀਆ ਸੁਖਦੇਵ ਜੀ। ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਪਹਿਲੇ ਦਿਨ ਤੋਂ ਜਿਹੜਾ ਇਹ ਕਿਸਾਨ ਅੰਦੋਲਨ ਚੱਲ ਰਿਹਾ ਆ ਜੀ, ਕਿ ਪਹਿਲਾਂ ਤਾਂ ਜਿਹੜੇ ਇਹ ਬਿੱਲ ਆ, ਤੁਸੀਂ ਇਹਨਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਤੁਸੀਂ ਪਹਿਲੇ ਦਿਨ ਤੋਂ ਇਸ ਅੰਦੋਲਨ ਨਾਲ ਜੁੜੇ ਹੋਏ ਹੋ, ਹਰ ਟਾਈਮ ਤੁਸੀਂ ਸਟੇਜ ਦੇ ਉੱਤੇ ਜਾ ਕੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹੋ, ਉਹ ਲੋਕਾਂ ਨੂੰ ਜਿਹੜੀਆਂ ਬਿੱਲ ਦੀਆਂ ਖਾਮੀਆਂ ਨੇ ਉਹਦੇ ਬਾਰੇ ਦੱਸ ਵੀ ਰਹੇ ਹੋ, ਅਤੇ ਸਮੇਂ-ਸਮੇਂ 'ਤੇ ਤੁਸੀਂ ਕਿਸਾਨ ਆਗੂਆਂ ਦੇ ਨਾਲ ਵੀ ਬੈਠ ਕੇ ਇਸ ਬਾਰੇ ਵਿਚਾਰ ਚਰਚਾ ਕੀਤੀ ਆ ਜੀ। ਤੁਹਾਡੀ ਨਜ਼ਰ ਦੇ ਵਿੱਚ ਇਸ ਬਿੱਲ ਦੇ ਵਿੱਚ ਕੀ ਖਾਮੀ? ਕੋਈ ਇਹ ਤਾਂ ਤਿੰਨਾਂ ਬਿੱਲਾਂ ਦੇ ਜਿਹੜੇ ਜੇ ਇਹਨਾਂ ਨੂੰ ਸੌਖੇ ਲਫ਼ਜ਼ਾਂ ਦੇ ਵਿੱਚ ਸਮਝਣਾ ਹੋਵੇ ਤਾਂ ਇਹ ਤਿੰਨੇ ਬਿੱਲ ਨਾ ਤਾਂ ਕਿਸਾਨਾਂ ਲਈ ਨੇ, ਨਾ ਆਮ ਲੋਕਾਂ ਲਈ ਨੇ। ਇਹ ਬੇਸਿਕਲੀ ਕਾਰਪੋਰੇਟ ਘਰਾਣਿਆਂ ਦੀ, ਜਿਵੇਂ ਉਹ ਆਪਣੇ ਦਫ਼ਤਰਾਂ ਦੇ ਵਿੱਚ ਬਹਿ ਕੇ ਆਪਣੇ ਅਗਲੇ ਸਾਲ ਦੀ ਇੱਕ ਸਟ੍ਰੈਟਜੀ ਤਿਆਰ ਕਰਦੇ ਨੇ, ਕਿਸੇ ਇੰਨਾ ਮੁਨਾਫਾ ਕਮਾਉਣਾ, ਤਾਂ ਇਹ ਲਗਭਗ ਐਂ ਲੱਗਦਾ ਵੀ ਇਹ ਬਿੱਲ ਕਿਸੇ ਬਿਊਰੋਕਰੈਟਸ ਨੇ ਜਾਂ ਕਿਸੇ ਸਰਕਾਰੀ ਲੋਕਾਂ ਦੇ ਜਾਂ ਪੋਲੀਟੀਸ਼ੀਅਨਸ ਦਾ ਤਿਆਰ ਕੀਤਾ ਹੋਇਆ ਨਹੀਂ, ਬਲਕਿ ਇਹ ਸਿੱਧੇ ਸਿੱਧੇ ਐਂ ਲੱਗਦਾ ਵੀ ਕਿਸੇ ਵੱਡੇ ਕਾਰਪੋਰੇਟ ਘਰਾਣੇ ਨੇ ਬਣਿਆ ਬਣਾਇਆ ਇੱਕ ਤੁਹਾਨੂੰ ਸਾਰੇ ਡਾਕੂਮੈਂਟਸ ਦੇ ਦਿੱਤੇ ਕਿ ਇਹਨੂੰ ਤੁਸੀਂ ਪਾਰਲੀਮੈਂਟ 'ਚ ਲਾਗੂ ਕਰਾ ਦਿਓ। ਸਾਰੇ ਕਲੌਟਸ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਿੱਧੇ ਰੂਪ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਫੇਵਰ 'ਚ ਜਾਂਦੀਆਂ। ਤੁਸੀਂ ਇੱਕ ਕਰਕੇ ਅਗਰ ਤੁਸੀਂ ਤਿੰਨਾਂ ਬਿੱਲਾਂ ਨੂੰ ਸਟੱਡੀ ਕਰੋਗੇ, ਜਿਵੇਂ ਕੰਟਰੈਕਟ ਫਾਰਮਿੰਗ ਹੈ ਔਰ 1955 ਦਾ ਜਿਹੜਾ ਅਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਸੋਧ ਹੋਈ ਹੈ, ਔਰ ਤੀਸਰਾ ਜਿਹੜਾ APMC ਐਕਟ ਹੈ ਜਿਹੜਾ ਮੰਡੀਕਰਨ ਨੂੰ ਜਿਹੜਾ ਖਤਮ ਕਰਨ ਵਾਲਾ, ਤਿੰਨੇ ਚੀਜ਼ਾਂ ਮਤਲਬ ਕੋਈ ਰਸਤਾ ਜਿਵੇਂ ਕਿਸਾਨਾਂ ਲਈ ਜਾਂ ਆਮ ਲੋਕਾਂ ਲਈ ਛੱਡਣਾ ਹੀ ਨਹੀਂ ਹੁੰਦਾ, ਤੇ ਉਹ ਸਾਰੇ ਪਾਸਿਓਂ ਰਸਤੇ ਬੰਦ ਕਰਕੇ ਸਾਰਾ ਮੁਨਾਫਾ ਜਿਹੜਾ ਹੈ ਉਹ ਕਾਰਪੋਰੇਟ ਘਰਾਣਿਆਂ ਕੋਲ ਜਾਵੇ, ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ। ਔਰ ਇੱਥੋਂ ਤੱਕ ਕਿ ਉਹਨਾਂ ਦੇ ਖਿਲਾਫ ਕੱਲ੍ਹ ਨੂੰ ਕੋਈ ਬਗਾਵਤ ਜਾਂ ਉਹਨਾਂ ਨੂੰ ਕਿਸੇ ਜਿਹੜਾ ਲੀਗਲ ਚੈਲੰਜ ਦੇ ਵਿੱਚ ਨਾ ਉਲਝਣ। ਇਹਨਾਂ ਬਿੱਲਾਂ ਦੇ ਵਿੱਚ ਜੇ ਕੋਈ ਡਿਸਪਿਊਟ ਪੈਂਦਾ ਕਿਸਾਨ ਤੇ ਕਾਰਪੋਰੇਟ ਘਰਾਣਿਆਂ ਦਾ, ਖਾਸ ਕਰਕੇ ਜਿਹੜਾ ਕੰਟਰੈਕਟ ਫਾਰਮਿੰਗ ਦਾ ਐਕਟ ਹੈਗਾ, ਉਹਦੇ ਵਿੱਚ ਕੋਰਟ ਦਾ ਰਸਤਾ ਤੱਕ ਬੰਦ ਕਰ ਦਿੱਤਾ ਗਿਆ ਵੀ ਇੱਕ ਤੁਹਾਨੂੰ ਕੁੱਟਣਾ ਵੀ ਹੈ ਤੇ ਤੁਹਾਡੀ ਸੁਣਵਾਈ ਵੀ ਨਹੀਂ, ਕੋਈ ਰੋਣ ਵੀ ਨਹੀਂ ਦੇਣਾ, ਤੇ ਜੇ ਤੁਸੀਂ ਕੋਈ ਬਗਾਵਤ ਕਰਦੇ ਹੋ ਤਾਂ ਤੁਹਾਡੀ ਸੁਣਵਾਈ ਵੀ ਕੋਈ ਨਹੀਂ। ਤਾਂ ਇਹ ਸਿੱਧਾ ਔਰ ਸਭ ਤੋਂ ਖਤਰਨਾਕ ਜਿਹੜਾ ਬਿੱਲ ਹੈਗਾ, ਅਸੀਂ ਅੱਜ ਦੀ ਡੇਟ ਦੇ ਵਿੱਚ ਦੇਖਦੇ ਹਾਂ ਕਿ ਜਿਹੜੇ ਛੋਟੇ-ਮੋਟੇ ਦਲਾਲ ਨੇ ਮੰਡੀਆਂ ਦੇ, ਤੁਸੀਂ ਪਿੱਛੇ ਜੇ ਨਵਜੋਤ ਸਿੱਧੂ ਦੀ ਵੀ ਇੱਕ ਇੰਟਰਵਿਊ ਦੇਖੀ ਹੋਣੀ, ਜਦੋਂ ਮੰਡੀ ਦੇ ਵਿੱਚ ਗਏ ਤਾਂ ਉਹਨਾਂ ਨੇ ਕਿਸਾਨਾਂ ਕੋਲੋਂ ਪੁੱਛਿਆ ਕਿ ਤੁਸੀਂ ਟਮਾਟਰ ਜਿਹੜੇ ਉਹ ਕੀ ਭਾਅ ਵੇਚੇ, ਤਾਂ ਉਹਨਾਂ ਨੇ ਦੱਸਿਆ ਵੀ ਅਸੀਂ 5 ਰੁਪਏ ਕਿਲੋ ਜਿਹੜਾ ਅੱਗੇ ਆੜਤੀਆਂ ਨੂੰ ਜਾਂ ਦਲਾਲਾਂ ਨੂੰ ਦਿੰਦੇ ਹਾਂ, ਤਾਂ ਉਸੇ ਵਕਤ ਮੰਡੀ ਦੇ ਵਿੱਚ ਉਸੇ ਮੰਡੀ 'ਚ ਉਹੀ ਟਮਾਟਰ 60 ਰੁਪਏ ਕਿਲੋ ਵਿਕ ਰਿਹਾ। ਤਾਂ ਇਹਦਾ ਮਤਲਬ ਜਦੋਂ ਇਹ ਹਾਲਾਤ ਉਦੋਂ ਨੇ ਜਦੋਂ ਕਾਲਾ ਬਾਜ਼ਾਰੀ ਜਿਹੜੀ ਆ ਉਹ ਲੀਗਲਾਈਜ਼ ਨਹੀਂ ਹੈ, ਜਦੋਂ ਜੁਰਮ ਹੈ। ਤੇ ਅੱਜ ਦੀ ਡੇਟ 'ਚ ਇਹ ਐਕਟ ਹੁਣ ਚਲੋ ਪਾਸ ਹੋ ਹੀ ਗਿਆ, ਇੱਕ ਵਾਰ ਤਾਂ ਪਾਸ ਹੋ ਚੁੱਕਾ ਨਾ, ਕਾਨੂੰਨ ਬਣ ਚੁੱਕਾ। ਹੁਣ ਕਾਲਾ ਬਾਜ਼ਾਰੀ ਜਿਹੜੀ ਆ ਉਹ ਲੀਗਲਾਈਜ਼ ਹੈ, ਕਾਨੂੰਨੀ ਮਾਨਤਾ ਕਾਲਾ ਬਾਜ਼ਾਰੀ ਨੂੰ। ਤੁਸੀਂ 1955 ਦਾ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਸੋਧ ਹੋਈ ਹੈ ਵੀ ਜਿਹਦੇ ਵਿੱਚ ਦਾਲਾਂ, ਸਬਜ਼ੀਆਂ, ਚੌਲ, ਕਣਕ, ਇਹ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਜਿੰਨਾ ਮਰਜ਼ੀ ਸਟੋਰ ਕੀਤਾ ਜਾ ਸਕਦਾ, ਠੀਕ ਹੈ, ਤੇ ਉਹਦੇ ਸਾਰੇ ਰਾਈਟਸ ਜਿਹੜੇ ਆ ਪਹਿਲਾਂ, ਕਿਉਂਕਿ ਇਹ ਜੁਰਮ ਸੀ। ਤਾਂ ਹੁਣ ਤੁਸੀਂ ਜਦੋਂ ਕਾਲਾ ਬਾਜ਼ਾਰੀ ਜੁਰਮ ਹੈ, ਉਦੋਂ 5 ਰੁਪਏ ਦੀ ਚੀਜ਼ 60 ਰੁਪਏ ਦੀ ਵਿਕ ਰਹੀ ਹੈ, ਖਰੀਦਣ ਵਾਲਾ ਵੀ ਘਾਟੇ 'ਚ, ਜਿਹੜਾ ਅਸੀਂ ਗਾਹਕ ਦੇ ਕੰਜ਼ਿਊਮਰ ਦੇ ਤੌਰ ਤੇ ਵੇਚਣ ਵਾਲਾ ਕਿਸਾਨ ਵੀ ਘਾਟੇ 'ਚ, ਕਮਾਈ ਕਰ ਰਿਹਾ ਦਲਾਲ, ਦਬਲਾ ਬੰਦਾ ਜਿਹੜਾ। ਤੇ ਉਹ ਹੁਣ ਉਸ ਦਲਾਲੀ ਨੂੰ ਵੱਡੇ ਤਰੀਕੇ ਨਾਲ ਆਰਗੇਨਾਈਜ਼ਡ ਕਰਕੇ ਉਹ ਸਾਰੀ ਦਲਾਲੀ ਨੂੰ ਕਾਰਪੋਰੇਟ ਘਰਾਣਿਆਂ ਦੇ ਕਰਤਾ ਵੀ ਉੱਤੇ ਜਿਹੜਾ ਟੈਕਸ ਆ ਉਹ ਲੈ ਲਓ, ਬਾਕੀ ਜਿਹੜਾ ਆ ਉਹ ਖਾਣ ਦਿਓ। ਹੁਣ ਉਹ ਇਹਨਾਂ ਨੇ ਕੀ ਕੀਤਾ ਵੀ ਉਹਨਾਂ ਦਲਾਲਾਂ ਦੀ ਕਮਾਈ ਖੋ ਕੇ ਵੱਡੀ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤੀ। ਚਾਹੀਦਾ ਤਾਂ ਇਹ ਸੀ ਵੀ ਕਿਸਾਨਾਂ ਨੂੰ ਕੋਈ ਰਾਹਤ ਦਿੰਦੇ ਜਾਂ ਖਰੀਦਣ ਵਾਲਿਆਂ ਨੂੰ ਦਿੰਦੇ, ਤੇ ਇਸ ਐਕਟ ਨੂੰ ਮਜ਼ਬੂਤ ਕਰਨ ਦੀ ਲੋੜ ਸੀ, ਬਲਕਿ ਇਸ ਐਕਟ ਨੂੰ ਆਲਮੋਸਟ ਖਤਮ ਕਰ ਦਿੱਤਾ ਗਿਆ। ਜਾਂ ਫਿਰ ਇਹ ਕਰ ਦਿੱਤਾ ਜਾਂਦਾ ਕਿ ਜੇ ਸਪੋਜ਼ ਕਰ ਲਓ 5 ਦਾ ਖਰੀਦਿਆ ਆ ਤਾਂ 7-8 ਰੁਪਏ ਤੋਂ ਵੱਧ ਜਿਹੜਾ ਹੈ ਉਹ ਨਹੀਂ ਵੇਚਿਆ ਜਾ ਸਕਦਾ। ਇਹ ਜਿਵੇਂ ਅੱਜ ਕੇਰਲਾ ਦੀ ਗਵਰਨਮੈਂਟ ਨੇ ਸਬਜ਼ੀਆਂ ਦੇ ਉੱਤੇ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ MSP ਲਾਗੂ ਕਰ ਦਿੱਤੀ ਹੈ ਵੀ ਉਹਦੀ ਵੇਚਣ ਦੀ ਮਿਆਦ ਜਦੋਂ ਤੈਅ ਹੋ ਜਾਊਗੀ, ਜਦੋਂ ਸਰਕਾਰੀ ਤੌਰ ਤੇ ਇਹ ਰੇਟ ਹਰ ਆਮ ਬੰਦੇ ਨੂੰ ਪਤਾ ਹੋਊਗਾ ਵੀ ਕਿਸਾਨਾਂ ਨੇ ਅੱਜ ਇਹ ਚੀਜ਼ ਕਿੰਨੇ ਦੀ ਵੇਚੀ ਹੈ, ਤਾਂ ਖਰੀਦਣ ਵਾਲੇ ਨੂੰ ਅੰਡਰਸਟੈਂਡਿੰਗ ਹੋਊਗੀ ਵੀ ਇਹਦੇ ਵਿੱਚ ਮਾਰਜਨ ਜਿਹੜਾ 2-4 ਰੁਪਏ ਤੋਂ ਵੱਧ ਨਹੀਂ ਰੱਖਿਆ ਜਾ ਸਕਦਾ। ਜੇ ਰੱਖਿਆ ਜਾਊਗਾ ਤਾਂ ਉਹ ਟਰਾਂਸਪੇਰੈਂਟ ਰਹੂਗਾ। ਜਦੋਂ ਹਰ ਰੋਜ਼ ਅਖਬਾਰਾਂ ਦੇ ਵਿੱਚ ਸਬਜ਼ੀਆਂ ਦੇ ਰੇਟ ਆਉਣਗੇ ਵੀ ਅੱਜ ਇਸ ਰੇਟ ਤੇ ਚੀਜ਼ ਖਰੀਦੀ ਜਾਣੀ ਹੈ, ਜਿਵੇਂ ਲੋਹਾ ਜਾਂ ਬਾਕੀ ਚੀਜ਼ਾਂ ਦੇ ਵਿੱਚ ਟਰਾਂਸਪੇਰੈਂਸੀ ਰਹਿੰਦੀ ਹੈ, ਮਾਰਜਨ ਨਹੀਂ ਰਹਿੰਦਾ, ਖਰੀਦਣ ਵਾਲੇ ਨੂੰ ਤੇ ਵੇਚਣ ਵਾਲੇ ਨੂੰ ਟਰਾਂਸਪੇਰੈਂਸੀ ਰਹਿੰਦੀ ਹੈ, ਔਰ ਅਸੀਂ ਘਾਟੇ 'ਚ ਨਹੀਂ ਜਾਂਦੇ। ਇੱਦਾਂ ਹੀ ਜਦੋਂ ਸਬਜ਼ੀਆਂ ਨੂੰ, ਜਦੋਂ ਇਹ ਸਭ ਤੋਂ ਜ਼ਰੂਰੀ ਚੀਜ਼ ਹੈ ਸਾਡੇ ਲਈ, ਲੋਹਾ, ਸੋਨਾ
ਨੈਸੈਸਰੀ ਚੀਜ਼ ਨਹੀਂ ਹੈ ਹੈਗੀ, ਪਹਿਲਾਂ ਹੈ ਨਾ, ਖਾਣ ਵਾਲੀ ਜਿਹੜੀ ਖਾਣ ਵਾਲੀ ਚੀਜ਼ ਨੈਸੈਸਰੀ ਹੈ। ਜਦੋਂ ਉਹਨਾਂ ਨੇ ਉੱਤੇ ਇਦਾਂ ਦਾ ਸ਼ਿਕੰਜਾ, ਮਤਲਬ ਜਿੰਨਾ ਇਸ ਕਾਨੂੰਨ ਨੂੰ 10 ਗੁਣਾ ਜ਼ਿਆਦਾ ਮਜ਼ਬੂਤ ਕਰਨ ਦੀ ਲੋੜ ਸੀ, ਉਹਨਾਂ ਨੇ ਇਹਨਾਂ ਨੂੰ 10 ਗੁਣਾ ਕਮਜ਼ੋਰ ਕਰ ਦਿੱਤਾ। ਔਰ ਹੁਣ ਉਹ ਸਾਰੀ ਕਮਾਈ ਜਿਹੜੀ ਆ ਉਹ ਸਿੱਧੇ ਸਿੱਧੇ, ਜਿਵੇਂ ਅਸੀਂ ਅੱਜ ਤਾਂ 5 ਵਾਲੀ ਚੀਜ਼ 60 'ਚ ਖਰੀਦ ਰਹੇ ਹਾਂ ਉਸੇ ਮੰਡੀ ਦੇ ਵਿੱਚੋਂ, ਹੁਣ ਫਰਕ ਇਹ ਆ ਵੀ ਉਹ ਮੰਡੀ 'ਚੋਂ ਨਹੀਂ ਮਿਲੂਗੀ, ਤੁਹਾਨੂੰ ਰਿਲਾਇੰਸ ਦੇ ਮਾਲ 'ਚੋਂ ਮਿਲੂਗੀ। ਉਹਦੇ ਉੱਤੇ ਇੱਕ ਟਰਾਂਸਪੇਰੈਂਟ ਲਿਫਾਫਾ ਚੜਿਆ ਹੋਊਗਾ, ਇੱਕ ਸਕੈਨਿੰਗ ਕੋਡ ਲੱਗਾ ਹੋਊਗਾ, ਤੇ ਨਾਲ ਉਹਦੇ ਉੱਤੇ 160 ਰੁਪਏ ਰੇਟ ਲਿਖਿਆ ਹੋਊਗਾ। ਤਾਂ ਸਿੱਧਾ 100 ਰੁਪਈਆ ਹੋਰ ਘਾਟਾ ਐਜ਼ ਅ ਕੰਜ਼ਿਊਮਰ। ਕਿਸਾਨਾਂ ਨੂੰ ਤਾਂ ਵੇਚਣ ਲੱਗਿਆ ਨੁਕਸਾਨ ਹੈ, ਹੋ ਸਕਦਾ ਉਹਨਾਂ ਦਾ ਨੁਕਸਾਨ ਥੋੜਾ ਘੱਟ ਹੋਵੇ, ਵੀ ਉਹ 5 ਵਾਲੀ ਚੀਜ਼ ਸ਼ਾਇਦ ਉਹਨਾਂ ਦੀ 4 'ਚ ਵਿਕੇ ਜਾਂ 7 'ਚ ਵਿਕੇ, ਉਹਨਾਂ ਦਾ ਇੰਨਾ ਘਾਟਾ ਹੋਣਾ। ਸਾਨੂੰ ਜਿਹੜਾ ਨੁਕਸਾਨ ਹੈ ਕੰਜ਼ਿਊਮਰ ਨੂੰ, ਉਹ 10 ਗੁਣਾ ਵੱਧ ਹੈ। ਜਿਹੜਾ ਆਮ ਬੰਦਾ ਕੋਈ ਵੀ ਹੈਗਾ, ਆਮ ਬੰਦਾ ਕੋਈ ਵੀ ਹੈ, ਉਹਨੂੰ ਨੁਕਸਾਨ ਜਿਹੜਾ 10 ਗੁਣਾ ਵੱਧ ਹੋਏਗਾ, ਉਹਨੂੰ ਜਿਹੜਾ 10 ਗੁਣਾ ਵੱਧ ਹੋਏਗਾ। ਇਹ ਗੱਲ ਕਰਦੇ ਹਾਂ ਆਪਾਂ ਹਮੇਸ਼ਾ, ਜੋ ਕਾਰਪੋਰੇਟ ਘਰਾਣਿਆਂ ਦੀ ਗੱਲ ਆਉਂਦੀ ਆ, ਅਡਾਨੀ ਐਂਡ ਅੰਬਾਨੀ, ਇਹ ਦੋ ਹੀ ਘਰਾਣਿਆਂ ਨੂੰ ਕਿਉਂ ਹਮੇਸ਼ਾ ਜਿਹੜਾ ਹੈ ਟਾਰਗੇਟ ਕੀਤਾ ਜਾਂਦਾ? ਕਿ ਸਪੈਸ਼ਲ ਇੱਕ ਜ਼ਿਆਦਾ ਇਹ ਕਿ ਬਾਕੀਆਂ ਨੂੰ ਮੈਸੇਜ ਦੇਣ ਦੇ ਲਈ ਕੀਤਾ ਜਾਂਦਾ ਇਹ? ਨਹੀਂ, ਐਕਚੁਅਲੀ ਕੀ ਆ ਵੀ ਇਹ ਕਾਰਪੋਰੇਟ ਘਰਾਣੇ ਜਿਹੜੀ ਪੋਲੀਟੀਕਲ ਫੰਡਿੰਗ ਹੈ ਇਸ ਟਾਈਮ, ਜਿਹੜੀ ਮੌਜੂਦਾ ਸੈਂਟਰ ਗਵਰਨਮੈਂਟ ਦੇ ਵਿੱਚ ਪਾਰਟੀ ਬੈਠੀ ਹੈ, ਇਹਨਾਂ ਦੀ ਪੋਲੀਟੀਕਲ ਫੰਡਿੰਗ, ਚਾਹੇ ਉਹ ਬਣੀਆਂ ਹੋਈਆਂ ਸਰਕਾਰਾਂ ਤੋੜ ਕੇ ਆਪਣੀਆਂ ਬਣਾਉਣੀਆਂ ਹੋਣ ਤੇ ਜਾਂ ਨਵੀਆਂ ਬਣਾਉਣੀਆਂ ਹੋਣ, ਚਾਹੇ EVM ਦੇ ਘਟਾਲੇ ਕਰਨੇ ਹੋਣ, ਚਾਹੇ ਇਹਨਾਂ ਦੀ ਰੈਲੀਆਂ ਦਾ ਖਰਚਾ ਹੋਵੇ, ਉਹ ਇਸ ਟਾਈਮ ਜ਼ਾਹਰਾ ਤੌਰ ਤੇ ਉੱਤੇ ਇਹ ਦੋ ਘਰਾਣੇ ਕਰ ਰਹੇ ਨੇ। ਔਰ ਉਹ 2014 ਤੇ 2019 ਦੀ ਇਲੈਕਸ਼ਨ ਦੇ ਵਿੱਚ ਜ਼ਾਹਰਾ ਤੌਰ ਤੇ ਸਾਹਮਣੇ ਵੀ ਆਇਆ ਕਿ ਪ੍ਰਾਈਮ ਮਿਨਿਸਟਰ ਸਾਹਿਬ ਇਹਨਾਂ ਦੇ ਨਾਲ ਜਦੋਂ ਜੀਓ ਲਾਂਚ ਹੁੰਦੀ ਹੈ ਤੇ ਉਹਦੇ ਉੱਤੇ ਪ੍ਰਾਈਮ ਮਿਨਿਸਟਰ ਦੀ ਫੋਟੋ ਹੁੰਦੀ ਹੈ। ਤਾਂ ਅੱਜ ਉਹ ਫਰਕ ਜਿਹੜਾ ਇੱਕ ਜਿਹੜਾ, ਹਾਂ, ਤੇ BSNL ਨੂੰ ਡੁੱਬਿਆ ਜਾਂਦਾ। ਤੇ ਇਹ ਸੇਮ ਤੌਰ ਤੇ ਫਿਰ ਉਹੀ ਹੈ ਕਿ ਇਹਦੇ ਪਿੱਛੇ ਇੱਕ ਵੱਡਾ ਕਾਰਨ ਹੋਰ ਵੀ ਹੈ ਕਿ ਜਦੋਂ 3 ਤਰੀਕ ਨੂੰ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਨਾਲ ਚੱਲ ਰਹੀ ਸੀ, ਉਹਦੇ ਵਿੱਚ ਪਿਊਸ਼ ਗੋਇਲ ਤੇ ਔਰ ਸਾਡੇ ਫਗਵਾੜੇ ਤੋਂ ਜਿਹੜੇ ਰਾਜ ਮੰਤਰੀ ਉਹ ਵੀ ਮੌਜੂਦ ਸੀ, ਤਾਂ ਖੇਤੀਬਾੜੀ ਮੰਤਰੀ ਦੇ ਮੂੰਹੋਂ ਇਹ ਲਫ਼ਜ਼ ਨਿਕਲੇ ਕਿ ਅੱਜ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਾਨੂੰਨ ਰੱਦ ਕਰ ਦਿਓ, ਕੱਲ ਨੂੰ ਮੇਰੇ ਕੋਲ ਅੰਬਾਨੀ ਅਡਾਨੀ ਵੀ ਆਣਗੇ, ਉਹਨਾਂ ਨੂੰ ਵੀ ਜਵਾਬ ਦੇਣਾ। ਇਹ ਮਤਲਬ ਅੱਜ ਤੋਂ 2 ਦਿਨ ਪਹਿਲਾਂ ਖੇਤੀਬਾੜੀ ਮੰਤਰੀ ਦੇ, ਹਾਂ, ਉਹਨਾਂ ਦੀ ਮੀਟਿੰਗ ਦੇ ਵਿੱਚ ਇਹ ਲਫ਼ਜ਼ ਨੇ, ਔਰ ਉਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬਾਹਰ ਜਾ ਕੇ ਮੀਡੀਆ ਨੂੰ ਦੱਸਿਆ ਵੀ ਆਹ ਲਫ਼ਜ਼ ਉਹਨਾਂ ਦੇ ਮੂੰਹੋਂ ਨਿਕਲੇ ਨੇ। ਤੇ ਤੁਸੀਂ ਜਿਹੜੀ ਸਵਾਲ ਜਵਾਬ ਤਾਂ ਤੁਹਾਨੂੰ ਖੇਤੀਬਾੜੀ ਮੰਤਰੀ ਨੇ ਦੇ ਦਿੱਤਾ ਵੀ ਇਹ ਦੋ ਘਰਾਣੇ ਕਿਉਂ, ਜਦੋਂ ਉਹੀ ਦੱਸ ਰਹੇ ਨੇ ਕਿ ਉਹਨਾਂ ਦੇ ਉੱਤੇ ਦਬਾਅ ਕਿਹਨਾਂ ਦਾ, ਤੇ ਫਿਰ ਉਹਨਾਂ ਨੂੰ ਟਾਰਗੇਟ ਕਿਉਂ ਨਾ ਕੀਤਾ ਜਾਵੇ? ਹੁਣ ਗੱਲ ਜੇ ਆਪਾਂ ਪਹਿਲੀਆਂ ਜਿੰਨੀਆਂ ਮੀਟਿੰਗਾਂ ਹੋਈਆਂ, ਬਹੁਤ ਮੀਟਿੰਗ ਹੋਈਆਂ ਜੀ, ਜਿੱਦਾਂ ਇੱਕ ਕਿਸਮ ਲਮਕਾਇਆ ਜਾ ਰਿਹਾ ਕਿ ਜਦੋਂ ਸਰਕਾਰ ਨੂੰ ਪਤਾ ਆ ਕਿ ਬਈ ਕਿਸਾਨ ਮਰਨ ਤੱਕ ਲਈ ਉੱਥੇ ਬੈਠਾ ਆ, ਕਹਿੰਦੇ ਬੇਸ਼ੱਕ ਗੋਲੀ ਮਾਰ ਦਿਓ, ਕੁਛ ਕਰ ਦਿਓ, ਅਸੀਂ ਇੱਥੋਂ ਉੱਠਣ ਵਾਲੇ ਨਹੀਂ ਜੀ, ਠੀਕ ਹੈ। ਉਹਦੇ ਬਾਵਜੂਦ ਉਸ ਠੰਡ ਦੇ ਵਿੱਚ ਉੱਥੇ ਕਿਸਾਨ ਇੰਨੇ ਬੈਠੇ ਨੇ, ਲੋਕ ਆਪਣੇ ਬੱਚਿਆਂ ਸਮੇਤ, ਫੈਮਲੀਆਂ ਸਮੇਤ ਜਿਹੜੇ ਉੱਥੇ ਉਹ ਬੈਠੇ ਨੇ, ਉਹਦੇ ਬਾਵਜੂਦ ਸਰਕਾਰ ਢਲਣ ਨੂੰ ਤਿਆਰ ਨਹੀਂ। ਕਿਸਾਨ ਆਗੂ ਨੇ ਜਦੋਂ ਗੱਲ ਚੱਲਦੀ ਆ, ਉਹ ਕਹਿੰਦੇ ਕਿ ਜਿਹੜੇ ਆਪਣੇ ਬਿੱਲ ਆ ਉਹ ਵਾਪਸ ਹੋਣਗੇ ਤਾਂ ਹੀ ਜਿਹੜਾ ਫੈਸਲਾ ਹੋਏਗਾ। ਸੋਮ ਪ੍ਰਕਾਸ਼ ਜੀ ਦਾ ਕੱਲ ਬਿਆਨ ਆਇਆ ਕਿ ਬਿੱਲ ਜਿਹੜੇ ਬਣ ਜਾਂਦੇ ਉਹ ਵਾਪਸ ਨਹੀਂ ਹੁੰਦੇ, ਅਮੈਂਡਮੈਂਟ ਹੁੰਦੀ ਆ। ਜੇ ਦੋਨੇ ਹੀ ਧਿਰਾਂ ਅੜੀਆਂ ਰਹਿਣਗੀਆਂ ਤੇ ਕਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਹੈ ਕਿ ਹੱਲ ਨਿਕਲਣ ਮਿਲ ਜਾਏਗਾ? ਦੇਖੋ, ਹੱਲ ਤਾਂ ਜਿਹੜੀ ਦਿੱਲੀ ਦੇ ਵਿੱਚ ਸਰਕਾਰ, ਚਾਹੇ ਮੋਦੀ ਦੀ ਰਹੀ ਆ, ਰਾਜੀਵ ਗਾਂਧੀ ਰਿਹਾ ਜਾਂ ਮਨਮੋਹਨ ਸਿੰਘ ਰਹੇ ਜਾਂ ਉਸ ਤੋਂ ਪਹਿਲਾਂ ਜਿੰਨੇ ਵੀ ਹੁਣ ਤੱਕ ਪ੍ਰਾਈਮ ਮਿਨਿਸਟਰ ਰਹੇ, ਦਿੱਲੀ ਦਾ ਜਿਹੜਾ ਪੰਜਾਬ ਦੇ ਪ੍ਰਤੀ ਨਜ਼ਰੀਆ, ਇੱਕ ਡੀਪ ਸਟੇਟ ਦਾ, ਇੱਕ ਸੈਂਟਰ, ਇੱਕ ਖੁਦਮੁਖਤਿਆਰੀ ਮੰਗਣ ਵਾਲੇ ਸੂਬੇ ਦੇ ਪ੍ਰਤੀ ਨਜ਼ਰੀਆ, ਤੁਸੀਂ ਸਾਰੀਆਂ ਸਟੇਟਾਂ ਨੂੰ ਦੇਖੋ, ਦਿੱਲੀ ਦਾ ਨਜ਼ਰੀਆ ਕਸ਼ਮੀਰ ਦੇ ਪ੍ਰਤੀ, ਸਾਊਥ ਦੇ ਪ੍ਰਤੀ ਔਰ ਪੰਜਾਬ ਦੇ ਪ੍ਰਤੀ ਹਮੇਸ਼ਾ ਇੱਕ ਅਲੱਗ ਰਿਹਾ, ਔਰ ਜਿਹੜੀਆਂ ਨਾਰਥ ਇੰਡੀਅਨ ਹਿੰਦੀ ਭਾਸ਼ਾਈ ਜਿਹੜੀਆਂ ਸਟੇਟਸ ਹੈ ਉਹਨਾਂ ਦੇ ਪ੍ਰਤੀ ਹਮੇਸ਼ਾ ਇੱਕ ਅਲੱਗ ਨਜ਼ਰੀਆ ਰਿਹਾ। ਤਾਂ ਪ੍ਰੋਬਲਮ ਇਹ ਰਹੀ ਹੈ ਕਿ ਹੁਣ ਤੱਕ ਕਿ ਬੰਦਾ ਆਪਣੀਆਂ ਗਲਤੀਆਂ ਤੋਂ ਸਿੱਖਦਾ। ਸਾਡੇ ਸੰਘਰਸ਼ ਕਰਨ ਵਾਲੇ ਲੋਕਾਂ ਨੇ ਵੀ ਪਿਛਲੀਆਂ ਗਲਤੀਆਂ ਦੁਹਰਾਉਣ ਤੋਂ ਪਰਹੇਜ਼ ਕੀਤਾ, ਪਰ ਦਿੱਲੀ ਦੀ ਇੱਕ ਪ੍ਰੋਬਲਮ ਇਹ ਰਹੀ ਆ ਕਿ ਉਹਨਾਂ ਨੇ ਹਮੇਸ਼ਾ ਪੰਜਾਬ ਨੂੰ ਅੰਡਰ ਐਸਟੀਮੇਟ ਵੀ ਕੀਤਾ ਔਰ ਮਿਸ ਅੰਡਰਸਟੈਂਡ ਵੀ ਕੀਤਾ। ਤਾਂ ਇਸ ਵਾਰ ਵੀ ਕੀ ਹੋ ਰਿਹਾ ਹੈ ਕਿ ਜਦੋਂ ਪੰਜਾਬ ਦੇ ਉੱਤੇ ਐਡਾ ਵੱਡਾ ਜਿਹੜਾ ਜ਼ੁਲਮ ਲੱਦਣ ਦੀ ਕੋਸ਼ਿਸ਼ ਹੋ ਰਹੀ ਸੀ, ਤਾਂ ਹਮੇਸ਼ਾ ਜਦੋਂ ਕੋਈ ਲੁਟੇਰਾ ਕਿਸੇ ਜਗ੍ਹਾ ਤੇ ਲੁੱਟ ਖੋਹ ਕਰਦਾ ਜਾਂ ਚੋਰ ਚੋਰੀ ਕਰਦਾ ਤਾਂ ਪਹਿਲਾਂ ਜਗ੍ਹਾ ਦੀ ਰੇਕੀ ਕਰਦਾ। ਕੇਂਦਰ ਨੇ ਜਿਹੜੀ ਪੰਜਾਬ ਦੀ ਰੇਕੀ ਕੀਤੀ ਸੀ, ਔਰ ਜਿਹੜੀ ਰੇਕੀ ਦੀ ਰਿਪੋਰਟ ਉਹਨੇ ਆਪਣੇ ਮਨ 'ਚ ਬਣਾਈ ਸੀ ਵੀ ਇੱਥੋਂ ਦਾ ਜਿਹੜਾ ਯੂਥ ਹੈ ਉਹ ਨਸ਼ਿਆਂ 'ਚ ਲੱਗਾ, ਹਾਂ, ਵੀ ਸਿੰਗਰਾਂ ਦੇ ਮਗਰ ਲੱਗੇ ਆ, ਇਹ ਮੂਸੇ ਵਾਲੇ ਤੇ ਕਰਨ ਔਜਲੇ ਦੀ ਲੜਾਈ ਚੁਲਝੇ ਹੋਏ ਲੋਕ ਆ, ਇਹਨਾਂ ਦਾ ਬੌਧਿਕ ਪੱਧਰ ਜਿਹੜਾ ਬੌਧਿਕ ਕੰਗਾਲ ਹੋ ਚੁੱਕਾ, ਇਹਨਾਂ ਨੂੰ ਆਪਣੇ ਸੂਬੇ ਦੇ ਹਿੱਤਾਂ ਦੀ ਸਮਝ ਨਹੀਂ, ਮੁੱਦਿਆਂ ਦੀ ਸਮਝ ਨਹੀਂ, ਇਹ 27 ਮੁੱਦਿਆਂ ਤੇ ਜਾਂ ਸੋਸ਼ਲ ਮੀਡੀਆ ਤੇ ਚਲਾਏ ਹੋਏ ਮੁੱਦਿਆਂ ਦੇ ਉੱਤੇ ਜਿਹੜਾ ਉਹਦੇ 'ਚ ਉਲਝੇ ਰਹਿੰਦੇ ਆ। ਇੱਕ ਉਹਨਾਂ ਨੇ ਜਿਹੜਾ ਅਵੇਸਲ ਪੁਣੇ ਵਾਲੀ ਇਮੇਜ ਬਣਾ ਲਈ ਸੀ ਵੀ ਇਹਨਾਂ ਨੌਜਵਾਨਾਂ ਨੂੰ ਆਪਣੇ ਪਹਿਲਾਂ ਵਰਗਾ ਮੋਹ ਸੂਬੇ ਨਾਲ, ਮਿੱਟੀ ਨਾਲ ਨਹੀਂ ਹੈਗਾ, ਜਾਂ ਉਹਨਾਂ ਨੂੰ ਸਮਝ ਹੀ ਹੈ ਨਹੀਂ। ਅੱਛਾ, ਦੂਸਰੀ ਉਹਨਾਂ ਨੂੰ ਆਪਸ਼ਨ ਸੀ ਵੀ ਇਹ ਸਿੰਗਰਾਂ ਦੇ ਮਗਰ ਲੱਗੇ ਹੋਏ ਨੇ, ਲੀਡਰਸ਼ਿਪ ਇਹਨਾਂ ਦੇ ਕੋਲ ਨਹੀਂ ਹੈ, ਜਿਹੜੀ ਲੀਡਰਸ਼ਿਪ ਹੈਗੀ ਆ ਚਾਹੇ ਉਹ ਕਿਸੇ ਵੀ ਪਾਰਟੀ ਦੀ ਹੈ
ਉਹਦੇ ਉੱਤੇ ਆਮ ਲੋਕਾਂ ਦਾ ਐਸ ਸੱਚ ਓਨਾ ਭਰੋਸਾ ਨਹੀਂ ਹੈ ਜਿੰਨਾ ਅੱਜ ਤੋਂ 30 ਸਾਲ ਪਹਿਲਾਂ ਅਕਾਲੀਆਂ ਤੇ ਜਾਂ ਬਾਕੀਆਂ ਤੇ ਹੁੰਦਾ ਸੀ। ਤਾਂ ਉਹਨਾਂ ਨੂੰ ਲੱਗਦਾ ਸੀ ਵੀ ਇਹ ਲੀਡਰਸ਼ਿਪ ਇਹਨਾਂ ਕੋਲ ਨਹੀਂ, ਯੂਥ ਇਹਨਾਂ ਕੋਲ ਲੜਨ ਵਾਲਾ ਨਹੀਂ, ਜੁਝਾਰੂਪਣ ਖਤਮ ਹੋ ਚੁੱਕਾ, ਨਸ਼ਿਆਂ 'ਚ ਡੁੱਬੇ ਹੋਏ ਨੇ, ਵੀ ਹੁਣ ਵਾਰ ਕੀਤਾ ਜਾ ਸਕਦਾ। ਸਾਰੀ ਰੇਕੀ ਜਿਹੜੀ ਆ ਉਹ ਪੁੱਠੀ ਪੈ ਗਈ। ਜਿਨ੍ਹਾਂ ਸਿੰਗਰਾਂ ਦੇ ਸਿਰ ਤੇ ਉਹਨਾਂ ਨੂੰ ਲੱਗਦਾ ਸੀ ਵੀ ਇਹ ਤਾਂ ਇਹਨਾਂ ਦੇ ਮਗਰ ਲੱਗ ਕੇ ਕੁਝ ਨਹੀਂ ਕਰਨੇ, ਸਿੰਗਰ ਤਾਂ ਆਪ ਮੈਦਾਨ 'ਚ ਆ ਗਏ, ਸਿੰਗਰਾਂ ਦੇ ਮਗਰ ਉਹਨਾਂ ਦੇ ਫੈਨ ਉਹ ਸਾਰੇ ਮੈਦਾਨ 'ਚ ਆ ਗਏ, ਉੱਥੇ ਜਾ ਕੇ ਬੈਠੇ ਨੇ, ਦਿੱਲੀ ਜਾ ਕੇ ਪਹਿਲੇ ਦਿਨ ਤੋਂ ਬਹਿ ਗਏ। ਅੱਛਾ, ਉਹ ਸਾਡੀ ਸਮਾਜਿਕ ਮਾਹੌਲ ਬਦਲ ਗਿਆ, ਸਾਡੀ ਗਾਇਕੀ ਬਦਲ ਗਈ। ਅੱਜ ਜਦੋਂ ਕੋਈ ਲੱਚਰ ਗਾਇਕ ਇਸ ਮਾਹੌਲ ਦੇ ਵਿੱਚ ਕੋਈ ਗਾਇਕ ਕੱਢਦਾ ਤੇ ਲੋਕ ਉਹਦਾ ਵਿਰੋਧ ਕਰਦੇ ਨੇ। ਫਿਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਦਿਨ ਦੇ ਵਿੱਚ ਇੱਕ ਕੈਂਪੇਨ ਟਰੈਕਟਰ ਟੂ ਟਵਿੱਟਰ 25,000 ਨਵੇਂ ਅਕਾਊਂਟ ਖੁੱਲ੍ਹਣਾ ਤੇ 3 ਦਿਨਾਂ ਦੇ ਵਿੱਚ ਪੰਜਾਬੀਆਂ ਨੇ ਜਿਹੜੇ ਆਪਣੇ ਇਸ਼ੂ ਨੂੰ ਵਰਲਡ ਦੇ ਟ੍ਰੈਂਡ 'ਚ ਲੈ ਆਂਦਾ। ਠੀਕ ਹੈ, ਤਾਂ ਉਹ ਸਾਰੀ ਰੇਕੀ ਜਿਹੜੀ ਪੁੱਠੀ ਪੈ ਰਹੀ ਹੈ, ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਦੇ ਪ੍ਰਤੀ ਵੀ ਉਹਨਾਂ ਦੀ ਮੈਨੂੰ ਲੱਗਦਾ ਰੇਕੀ ਸੀ ਵੀ ਇਹ ਅਲੱਗ-ਅਲੱਗ ਧੜਿਆਂ 'ਚ ਵੰਡੇ ਹੋਏ ਨੇ, ਇੱਕ ਜ਼ਿਲ੍ਹੇ ਥੋੜ੍ਹੇ ਨੇ ਤੇ ਜਥੇਬੰਦੀਆਂ ਜ਼ਿਆਦਾ ਨੇ, ਵੀ ਇਹ ਇਕੱਠੇ ਨਹੀਂ ਹੋ ਸਕਦੇ। ਉਹ ਵੀ ਉਹਨਾਂ ਦਾ ਵਹਿਮ ਟੁੱਟ ਗਿਆ। ਮੈਨੂੰ ਇਹ ਲੱਗਦਾ ਕਿ ਹਾਲੇ ਤੱਕ ਉਹਨਾਂ ਦੇ ਅੱਧੇ ਕੁ ਵਹਿਮ ਟੁੱਟ ਗਏ ਨੇ। ਜਦੋਂ ਉਹਨਾਂ ਦਾ ਬਾਕੀ ਫਤੂਰ ਦਿਮਾਗ 'ਚੋਂ ਉਤਰ ਜਾਊਗਾ ਤੇ ਇਹ ਬਿੱਲ ਵਾਪਸ ਵੀ ਹੋਣਗੇ, ਸਭ ਕੁਝ ਹੋਏਗਾ। ਪਰ ਇਸ ਟਾਈਮ ਉਹਨਾਂ ਲਈ ਪ੍ਰੋਬਲਮ ਹੁਣ ਇਹ ਬਿੱਲ ਨਹੀਂ ਰਹਿ ਗਏ ਇਕੱਲੇ। ਹੁਣ ਉਹਨਾਂ ਲਈ ਜਿਹੜੀ ਮੋਦੀ ਦਾ ਇੱਕ ਅਜੇਤੂ ਘੋੜਾ, ਅਸ਼ਵਮੇਘ ਦਾ ਘੋੜਾ ਉਹਨੇ ਦੇਸ਼ 'ਚ ਛੱਡਿਆ ਹੋਇਆ ਸੀ, ਉਹ ਘੋੜਾ ਕਿਤੇ ਬਿਹਾਰ ਨਹੀਂ ਰੁਕਿਆ, ਕਿਤੇ ਮੱਧ ਪ੍ਰਦੇਸ਼, ਕਿਤੇ ਕਿਸੇ ਸਟੇਟ 'ਚ ਨਹੀਂ ਰੁਕ ਰਿਹਾ। ਜਿੱਥੇ ਰੁਕਦਾ ਸਰਕਾਰ ਦੂਜੀ ਬਣ ਵੀ ਜਾਂਦੀ ਆ ਤਾਂ ਤੋੜ ਕੇ ਆਪਣੀ ਬਣਾ ਲੈਂਦੇ ਆ। ਤਾਂ ਇੱਕ ਜਿਹੜੀ ਸਾਈਕੀ ਸੀ ਵੀ ਡਰ ਦਾ ਮਾਹੌਲ ਸੀ, ਮਾਈਨੋਰਟੀ ਕੌਮਾਂ ਦੇ ਵਿੱਚ ਸ਼ਹੀਨ ਬਾਗ ਤੋਂ ਬਾਅਦ CAA ਵਾਪਸ ਨਹੀਂ ਲਿਆ ਗਿਆ, ਇੰਨਾ 370 ਖਤਮ ਕਰਤੀ, ਇੰਨੇ ਸਟਰੋਂਗ ਡਿਸੀਜਨ ਲੈਣ ਤੋਂ ਬਾਅਦ ਇੱਕ ਡਰ ਦਾ ਮਾਹੌਲ ਸੀ ਵੀ ਹੁਣ ਮੋਦੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਉਹ ਜਿਹੜੀ ਸਾਈਕੀ ਤੇ ਉਹ ਜਿਹੜੀ ਇਮੇਜ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਵੀ ਹੁਣ ਪੰਜਾਬੀਆਂ ਨੇ ਦਿੱਲੀ ਦੇ ਬਾਰਡਰ ਤੇ ਜਾ ਕੇ ਘੋੜਾ ਰੋਕਿਆ ਹੀ ਨਹੀਂ ਹੈਗਾ। ਜਦੋਂ ਉੱਥੇ ਲੰਗਰ ਚੱਲ ਰਹੇ ਨੇ, ਜਦੋਂ ਉੱਥੇ ਭੰਗੜੇ ਵੀ ਪਾ ਰਹੇ ਨੇ, ਮੇਲੇ ਦਾ ਮਾਹੌਲ ਆ, ਹਾਂ, ਜਦੋਂ ਮੇਲੇ ਵਰਗਾ ਮਾਹੌਲ, ਹੁਣ ਇਹ ਲੱਗਦਾ ਵੀ ਘੋੜਾ ਸਿਰਫ ਰੋਕਿਆ ਨਹੀਂ ਹੋਇਆ ਬਲਕਿ ਹਰ ਰੋਜ਼ ਉਹਦੀ ਪੂਛ ਮਰੋੜੀ ਜਾ ਰਹੀ ਹੈ। ਤੇ ਉਹ ਜਿਹੜਾ ਚੈਲੰਜ ਉਹਨਾਂ ਨੂੰ ਹੁਣ ਇਹ ਡਰ ਆ ਕਿ ਇੱਕ ਤਾਂ ਇਹ ਅੰਦੋਲਨ ਬਾਕੀ ਸਟੇਟਾਂ 'ਚ ਨਾ ਫੈਲ ਜਾਵੇ, ਕਿਉਂਕਿ ਜਦੋਂ ਸਾਰੇ ਸਟੇਟਾਂ ਅੰਦੋਲਨ ਜਿਹੜਾ ਉਹ ਇਹਦੇ ਵਿੱਚ ਆ ਰਿਹਾ, ਉਹਨਾਂ ਨੂੰ ਲੱਗਦਾ ਇਹਦੇ ਵਿੱਚੋਂ JP ਵਰਗਾ ਅੰਦੋਲਨ, ਜਿਹੜਾ ਪਹਿਲਾਂ ਐਮਰਜੈਂਸੀ ਵਰਗਾ ਅੰਦੋਲਨ ਜਾਂ ਉਸ ਤੋਂ ਬਾਅਦ ਜਿਹੜਾ ਟਕੈਤ ਵਾਲਾ ਅੰਦੋਲਨ ਸੀ ਵੱਡਾ, ਵੀ ਐਡਾ ਵੱਡਾ ਕੋਈ ਅੰਦੋਲਨ ਦੇ ਵਿੱਚੋਂ ਨਿਕਲ ਨਾ ਆਵੇ ਕਿ ਸਾਰੀਆਂ ਹੀ ਚੀਜ਼ਾਂ, ਚਾਹੇ ਉਹ EVM ਹੈ, ਚਾਹੇ ਇਹਨਾਂ ਦਾ ਜਿਹੜਾ ਕਮਿਊਨਲ ਏਜੰਡਾ ਹੈ, ਚਾਹੇ ਹਿੰਦੂ ਰਾਸ਼ਟਰ ਦਾ ਏਜੰਡਾ ਹੈ, ਉਹ ਸਾਰੀਆਂ ਚੀਜ਼ਾਂ ਕਿਤੇ ਚੈਲੰਜ ਨਾ ਹੋ ਜਾਣ। ਹੁਣ ਉਹ ਇਮੇਜ ਬਚਾਉਣ 'ਚ ਲੱਗੇ ਹੋਏ ਨੇ। ਸਾਡੇ ਕੋਲ ਕਾਲਰ ਜੁੜੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ। ਕੌਣ ਬੋਲ ਰਹੇ ਹੋ? ਸਰ ਮੈਂ ਸਮੀਰ ਬੋਲ ਰਿਹਾ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਪ੍ਰੋਗਰਾਮ ਦੇਖ ਰਹੇ ਸੀ ਸਰ, ਬਹੁਤ ਅੱਛਾ ਲੱਗਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਸਰ ਮੀਡੀਆ ਕਵਰੇਜ ਮਿਲ ਰਿਹਾ ਤੇ ਮੀਡੀਆ ਸਪੋਰਟ ਕਰ ਰਿਹਾ ਜੀ ਉਹਨਾਂ ਨੂੰ। ਫਰਜ਼ ਹੈ ਜੀ ਮੀਡੀਆ ਦਾ ਕਿ ਜੇ ਕੋਈ ਇਸ਼ੂ ਆ ਤੇ ਉਹਨੂੰ ਉਠਾ ਕੇ ਪਬਲਿਕ ਤੱਕ ਪਹੁੰਚਾਇਆ ਜਾਵੇ। ਇਹ ਨਹੀਂ ਕਿ ਬਈ ਛੈਣੇ ਵਜਾ ਕੇ ਕਿ ਸਿਰਫ ਸਰਕਾਰ ਦਾ ਗੁਣਗਾਨ ਕੀਤਾ ਜਾਵੇ। ਜੋ ਇਸ਼ੂ ਚੱਲਦੇ ਪਏ ਨੇ ਉਹਨਾਂ ਨੂੰ ਉਠਾਉਣਾ ਮੀਡੀਆ ਦਾ ਇੱਕ ਫਰਜ਼ ਬਣਦਾ ਹੈ। ਹਾਂਜੀ ਸਰ, ਇਸ ਵੇਲੇ ਕਿਸਾਨਾਂ ਦੇ ਅੰਦੋਲਨ ਨੂੰ ਮੀਡੀਆ ਦੀ ਆਵਾਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਤੇ ਅਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਰ ਜਲਦ ਤੋਂ ਜਲਦ ਜੋ ਵੀ ਕਿਸਾਨਾਂ ਦਾ ਮੁੱਦਾ ਹੈਗਾ ਇਹਦੀ ਸੁਣਵਾਈ ਕੀਤੀ ਜਾਵੇ ਤੇ ਇਹਦਾ ਕੋਈ ਮੀਡੀਏਟਰ ਹੱਲ ਕੱਢਿਆ ਜਾਵੇ ਤੇ ਜਲਦ ਤੋਂ ਜਲਦ ਕਿਸਾਨਾਂ ਨੂੰ ਇਨਸਾਫ ਮਿਲ ਜਾਵੇ। ਤੁਸੀਂ ਇਹਦੇ ਵਿੱਚ ਆਮ ਜਨਤਾ ਜਿਹੜੀ ਪਰੇਸ਼ਾਨ ਹੋ ਰਹੀ ਹੈ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਬਬ ਜਿਹੜਾ ਖਤਮ ਕੀਤਾ ਜਾਵੇ ਉਹਨਾਂ ਦਾ। ਤੁਸੀਂ ਸ਼ਹਿਰੀ ਵਰਗ ਤੋਂ ਲੱਗਦੇ ਹੋ? ਹਾਂਜੀ ਤੇ ਇੱਕ ਆਮ ਸ਼ਹਿਰੀ ਜਿਹੜਾ ਆ, ਮੈਂ ਪਿੰਡੂ ਦੀ ਗੱਲ ਨਹੀਂ ਕਰਦਾ, ਪਿੰਡ ਵਾਲੇ ਦੀ, ਸ਼ਹਿਰੀ ਪੰਜਾਬੀ ਜਿਹੜਾ ਆ ਉਹ ਇਸ ਅੰਦੋਲਨ ਨੂੰ, ਇਸ ਸਾਰੇ ਜੋ ਮੁੱਦਾ ਚੱਲਦਾ ਆ, ਇਸ ਨੂੰ ਕਿਸ ਨਜ਼ਰ ਨਾਲ ਦੇਖਦਾ? ਸਰ ਸ਼ਹਿਰੀ ਜ਼ਰੂਰ ਹੈਗੇ ਆ ਪਰ ਸ਼ਹਿਰ ਦੀ ਵੀ ਜ਼ਰੂਰਤ ਦੀ ਚੀਜ਼ਾਂ ਤਾਂ ਕਿਸਾਨਾਂ ਦੇ ਕੋਲੋਂ ਹੀ ਉਪਲਬਧ ਹੁੰਦੀ ਹੈ। ਸਾਨੂੰ ਵੀ ਖੇਤੀਬਾੜੀ ਕੋਈ ਸਾਡਾ ਕੁਝ ਜ਼ਿਆਦਾ ਮੇਰਾ ਐਕਸਪੀਰੀਅੰਸ ਤਾਂ ਨਹੀਂ, ਜ਼ਿਆਦਾ ਮੈਨੂੰ ਨੌਲੇਜ ਤਾਂ ਨਹੀਂ ਹੈਗੀ, ਪਰ ਇੰਨਾ ਜ਼ਰੂਰ ਪਤਾ ਕਿ ਸਰ ਖਾਣ ਦੀ ਰੋਟੀ ਜਿਹੜਾ ਅੰਨ ਹੈਗਾ ਉਹ ਕਿਸਾਨਾਂ ਦੇ ਵੱਲੋਂ ਹੀ ਆਉਂਦਾ ਹੈਗਾ ਤੇ ਹੋਰ ਜ਼ਰੂਰਤਮੰਦ ਦੀ ਸਾਡੀਆਂ ਰੋਜ਼ਮਰਰਾ ਦੀ ਚੀਜ਼ਾਂ ਕਿਸਾਨਾਂ ਵੱਲੋਂ ਹੀ ਪੂਰੀਆਂ ਕੀਤੀਆਂ ਜਾਂਦੀਆਂ। ਇਸ ਲਈ ਅਸੀਂ ਤਨਦੇਹੀ ਨਾਲ ਕਿਸਾਨਾਂ ਦੇ ਨਾਲ ਖੜੇ ਹਾਂ ਸਰ। ਬਾਜ਼ਾਰ ਵੀ ਸਾਰਾ ਜਿਹੜਾ ਕਿਸਾਨਾਂ ਦੀ ਜਦੋਂ ਫਸਲ ਆਉਂਦੀ ਹੈ ਉਸ ਤੋਂ ਬਾਅਦ ਜਿਹੜਾ ਸਾਰਾ ਸਿਸਟਮ ਇੱਕ ਜਿਹੜਾ ਚੱਲਣਾ ਸ਼ੁਰੂ ਹੁੰਦਾ। ਬਿਲਕੁਲ ਸਰ, ਸਾਡੇ ਤਾਂ ਪੰਜਾਬ ਦੇ ਵਿੱਚ 13 ਅਪ੍ਰੈਲ ਵਿਸਾਖੀ ਤੋਂ ਬਾਅਦ ਇੱਕ ਮੇਲਾ ਬਹੁਤ ਵੱਡਾ ਉਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਕਿਸਾਨਾਂ ਦੀ ਫਸਲ ਜਦੋਂ ਨਿਕਲਦੀ ਹੈ ਸਾਡੇ ਲਈ ਤਾਂ ਬਹੁਤ ਵੱਡੇ ਤਿਉਹਾਰ ਹੁੰਦੇ ਨੇ ਉਹ। ਸੋ ਅਗਰ ਕਿਸਾਨਾਂ ਨੂੰ ਕੋਈ ਕਾਨੂੰਨਾਂ ਪ੍ਰਤੀ ਜਿਹੜੇ ਨਵੇਂ ਕਾਨੂੰਨ ਬਣੇ ਆ, ਕੋਈ ਮੁਸੀਬਤ ਲੱਗਦੀ ਹੈ ਜਾਂ ਕੋਈ ਪ੍ਰੋਬਲਮ ਲੱਗਦੀ ਆ ਜਾਂ ਤਰੁੱਟੀਆਂ ਲੱਗਦੀਆਂ ਆ ਤੇ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਉਹਦਾ ਹੱਲ ਕੱਢਣਾ ਚਾਹੀਦਾ ਤੇ ਹੱਲ ਕਰਕੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ। ਠੀਕ ਹੈ, ਧੰਨਵਾਦ ਜੀ ਕਾਲ ਕਰਨ ਲਈ। ਸ਼ੁਕਰੀਆ ਜੀ। ਆਵਾਜ਼ ਤੋਂ ਲੱਗਦਾ ਸੀ ਕਿ ਕੋਈ ਸ਼ਹਿਰੀ ਵਿਅਕਤੀ ਬੋਲ ਰਹੇ ਨੇ ਤੇ ਸਮੀਰ ਨਾਮ ਸੀ ਇਹਨਾਂ ਦਾ। ਤੇ ਤੁਸੀਂ ਵੀ ਇੱਕ ਮੁਹਿੰਮ ਚਲਾਈ ਸੀ ਪੰਜਾਬ ਦਾ ਸ਼ਹਿਰੀ ਕਿਸਾਨੀ ਦੇ ਨਾਲ। ਜੀ,
ਉਹ ਕੀ ਸੋਚ ਸੀ, ਕਿਸ ਤਰੀਕੇ ਦੇ ਨਾਲ ਜਿਹੜੇ ਸ਼ਹਿਰੀ ਪੰਜਾਬੀ ਨੇ ਉਹਨਾਂ ਨੂੰ ਕਿਸਾਨੀ ਨਾਲ ਜੋੜ ਕੇ ਅੱਗੇ ਭੇਜਿਆ ਗਿਆ? ਐਕਚੁਅਲੀ ਕੀ ਹੈ ਕਿ ਦਿੱਲੀ ਦਾ ਨਜ਼ਰੀਆ ਹਮੇਸ਼ਾ ਇਹ ਰਿਹਾ ਕਿ ਉਹ ਹਮੇਸ਼ਾ ਸਾਨੂੰ ਵੰਡ ਕੇ ਦੇਖਦੇ ਨੇ। ਜਦੋਂ ਵੀ ਕੋਈ ਪੋਲੀਟੀਕਲ ਪਾਰਟੀ ਆਪਣਾ ਵੋਟ ਬੈਂਕ ਦਾ ਐਨਾਲਿਸਿਸ ਕਰਦੀ ਹੈ, ਤਾਂ ਜਿਵੇਂ ਬੀਜੇਪੀ ਹੈ, ਅਲੱਗ-ਅਲੱਗ ਧਰਮ ਆਧਾਰਿਤ ਅਲਾਈਅੰਸ ਵੀ ਹੁੰਦੇ, ਉਹਦੇ ਵਿੱਚ ਵੀ ਇੰਨੀ % ਉਹਨਾਂ ਦੀ ਵੋਟ ਹੈ। ਫਿਰ ਉਸ ਤੋਂ ਬਾਅਦ ਅਗਲੀ ਇਕਨੋਮਿਕ ਸਟੇਜ ਆ ਜਾਂਦੀ ਵੀ ਆਹ ਨੀਲੇ ਕਾਰਡ ਵਾਲੇ ਨੇ, ਇਹ ਆਰਥਿਕ ਤੌਰ ਤੇ ਪਿਛੜੇ ਹੋਏ ਨੇ, ਆਹ ਸ਼ਹਿਰੀ ਵਰਗ ਹੈ। ਤਾਂ ਮੈਨੂੰ ਇਹ ਲੱਗਦਾ ਸੀ ਕਿ ਬੀਜੇਪੀ ਅਗਰ ਆਪਣੇ ਆਪ ਨੂੰ ਸਭ ਤੋਂ ਸੇਫ ਸਾਈਡ ਕਿਤੇ ਮੰਨਦੀ ਸੀ ਤਾਂ ਉਹ ਸ਼ਹਿਰੀ ਵਰਗ ਤੋਂ ਮੰਨਦੀ, ਉਹਨਾਂ ਦਾ ਵੋਟ ਬੈਂਕ ਸ਼ਹਿਰਾਂ ਦੇ ਵਿੱਚ ਹੈ। ਪਹਿਲੇ ਦਿਨ ਤੋਂ ਸੈਂਟਰ ਗਵਰਨਮੈਂਟ ਦੀ ਤੇ ਪੰਜਾਬ ਬੀਜੇਪੀ ਦੀ ਇਹ ਕੋਸ਼ਿਸ਼ ਰਹੀ ਕਿ ਜਿਹੜਾ ਸ਼ਹਿਰੀ ਵਰਗ ਹੈ ਉਹਨੂੰ ਕਿਸੇ ਤਰੀਕੇ ਕਿਸਾਨਾਂ ਦੇ ਨਾਲ ਤੁਰਨ ਤੋਂ ਰੋਕਿਆ ਜਾਵੇ। ਔਰ ਇੱਥੋਂ ਤੱਕ ਕਿ ਉਹਨਾਂ ਨੇ ਵਪਾਰੀਆਂ ਲਈ, ਮੈਨੂੰ ਇਹ ਲੱਗਦਾ ਕਿ ਬਹੁਤ ਸਾਰੀਆਂ ਵਪਾਰੀ ਆਰਗੇਨਾਈਜੇਸ਼ਨਸ ਨੇ ਇਹਦੀ ਆਵਾਜ਼ ਨਹੀਂ ਚੱਕੀ। ਜਦੋਂ ਤੁਸੀਂ ਉਹਨੂੰ ਸਟੱਡੀ ਕਰੋਗੇ, ਜਿੰਨੇ ਇੰਡਸਟਰੀਲਿਸਟ ਨੇ ਵੱਡੇ, ਕਿ ਜਦੋਂ ਕਿਸਾਨ ਕਹਿ ਰਹੇ ਸੀ ਕਿ ਰੇਲਵੇ ਟਰੈਕ ਦੀਵਾਲੀ ਆਉਣ ਵਾਲੀ ਹੈ ਮੋਰੇ, ਵਪਾਰੀਆਂ ਦਾ ਸਾਡੀਆਂ ਖਾਦਾਂ ਹੀ ਨਹੀਂ ਰੁਕੀਆਂ ਹੋਈਆਂ, ਵਪਾਰੀਆਂ ਦੇ ਮਾਲ ਵੀ ਰੁਕੇ ਹੋਏ ਆ, ਇੰਡਸਟਰੀ ਦਾ ਕੰਮ ਵੀ ਰੁਕਿਆ ਹੋਇਆ। ਸਾਰਿਆਂ ਲਈ ਇਹ ਜਿਹੜਾ ਬਿਜ਼ਨਸ ਦਾ ਪੀਕ ਟਾਈਮ ਹੁੰਦਾ, ਜਦੋਂ ਅਸੀਂ ਕਈ ਵਾਰੀ ਕੁਝ ਵਪਾਰੀ ਜਾਂ ਕੁਝ ਦੁਕਾਨਦਾਰ ਤਾਂ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੀ ਸਾਰੇ ਸਾਲ ਦੀ ਕਮਾਈ ਇੱਕ ਪਾਸੇ, ਤਾਂ ਇੱਕ ਮਹੀਨੇ ਦੀ ਦੀਵਾਲੀ ਦੁਸਹਿਰੇ ਦੀ ਕਮਾਈ ਇੱਕ ਪਾਸੇ ਐਵਰੇਜ ਬਰਾਬਰ ਕਰ ਦਿੰਦੀ ਹੈ। ਖਾਸ ਕਰਕੇ ਲਾਕਡਾਊਨ ਕਰਕੇ ਪਹਿਲਾਂ ਹੀ ਥੱਲੇ ਲੱਗੇ ਹੋਏ ਸੀ, ਉਸ ਤੋਂ ਪਹਿਲਾਂ GST ਨੋਟਬੰਦੀ। ਤਾਂ ਉਹਦੇ ਵਿੱਚ ਜਦੋਂ ਕਿਸਾਨਾਂ ਨੇ ਕਿਹਾ ਕਿ ਤੁਸੀਂ ਮਾਲ ਗੱਡੀਆਂ ਚਲਾਓ, ਤਾਂ ਸਰਕਾਰ ਨੇ ਬਹਾਨਾ ਲਾਇਆ, ਨਹੀਂ ਜੀ ਤੁਸੀਂ ਪਹਿਲਾਂ ਪੈਸੰਜਰ ਚਲਾਉਣ ਦਿਓ। ਪੈਸੰਜਰ ਜਦੋਂ ਉਹਨਾਂ ਨੇ ਸਹਿਮਤੀ ਬਣੀ ਵੀ ਠੀਕ ਹੈ ਜੀ ਤੁਸੀਂ ਪੈਸੰਜਰ ਟ੍ਰੇਨਾਂ ਵੀ ਚੱਲ ਲਓ, ਫਿਰ ਕਹਿੰਦੇ ਜੀ ਪੂਰੀ ਤਰ੍ਹਾਂ ਰੇਲਵੇ ਟਰੈਕ ਖਾਲੀ ਕਰੋ। ਕਿਸਾਨ ਚਾਹੁੰਦੇ ਸੀ ਕਿ ਮਾਲ ਗੱਡੀਆਂ ਚੱਲਣ, ਸਰਕਾਰ ਨਹੀਂ ਸੀ ਚਾਹੁੰਦੀ, ਬਹਾਨੇ ਲੱਭਦੇ ਸੀ। ਹਾਂ, ਸਰਕਾਰ ਨਹੀਂ ਸੀ ਚਾਹੁੰਦੀ। ਇਹਦਾ ਮਤਲਬ ਕੀ ਸੀ ਵੀ ਕਿਸੇ ਤਰੀਕੇ ਵਪਾਰੀ ਵਰਗ ਨੂੰ ਪ੍ਰਵੋਕ ਕੀਤਾ ਜਾਵੇ ਵੀ ਕਿਸਾਨਾਂ ਕਰਕੇ ਤੁਹਾਡੇ ਵਪਾਰ ਖਰਾਬ ਹੋਏ, ਤੁਸੀਂ ਖਿਲਾਫ ਹੋ। ਤੇ ਇੱਕ ਮੂਵਮੈਂਟ ਜਿਹੜੀ ਵਪਾਰੀ ਵਰਗ ਖੜੀ ਹੋ ਜਾਊਗੀ ਔਰ ਉਹ ਇਹ ਸ਼ੋਅ ਕਰਨਗੇ ਵੀ ਇਸ ਮੁੱਦੇ ਤੇ ਸਾਰਾ ਪੰਜਾਬ ਨਾਲ ਨਹੀਂ ਹੈ, ਔਰ ਸ਼ਹਿਰੀ ਵਰਗ ਨੂੰ ਰਿਪਰੈਜ਼ੈਂਟ ਬੀਜੇਪੀ ਅੱਗੇ ਹੋ ਕੇ ਕਰ ਲੇਗੀ ਤੇ ਆਪਣਾ ਵੋਟ ਬੈਂਕ ਬਚਾ ਲੇਗੀ। ਪਰ ਮੈਂ ਸੱਚੀ ਮੁੱਚੀ ਜਿਨ੍ਹਾਂ ਦਾ ਫੋਨ ਆਇਆ, ਸਮੀਰ ਜੀ ਵਰਗੇ ਇਹੋ ਜਿਹੇ ਲੋਕਾਂ ਨੂੰ ਜਿਹੜਾ ਮੁਬਾਰਕਬਾਦ ਦਿੰਦਾ ਕਿ ਤੁਹਾਡੇ ਵਰਗੇ ਲੋਕਾਂ ਕਰਕੇ ਐਡਾ ਕਮਿਊਨਲ ਏਜੰਡਾ ਜਿਹੜਾ ਸੀਗਾ ਸੈਂਟਰ ਗਵਰਨਮੈਂਟ ਦਾ ਉਹ ਫੇਲ ਹੋ ਗਿਆ। ਬਿਲਕੁਲ। ਤੇ ਸਾਰੇ ਸ਼ਹਿਰ ਦੇ ਪੰਜਾਬ ਦੇ ਸਾਰੇ ਵਪਾਰੀਆਂ ਨੇ ਡਟ ਕੇ ਇਸ ਮੂਵਮੈਂਟ ਦਾ ਸਾਥ ਦਿੱਤਾ। ਔਰ ਇਹ ਗੱਲ ਬਿਲਕੁਲ ਠੀਕ ਕਹੀ ਕਿ ਜੇ ਪੰਜਾਬ ਦੇ ਖੇਤ ਨਾ ਬਚੇ ਤਾਂ ਬਚਣੀਆਂ ਸ਼ਹਿਰਾਂ ਦੀਆਂ ਹੱਟੀਆਂ ਨਹੀਂ ਬਚਣੀਆਂ। ਬਿਲਕੁਲ ਸਹੀ ਗੱਲ ਆ। ਤੇ ਸਾਡੇ ਕੋਲ ਕਾਲਰ ਜੁੜੇ ਨੇ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੌਣ? ਹਾਂਜੀ, ਸਤਿ ਸ਼੍ਰੀ ਅਕਾਲ ਬਸਰਾ ਸਾਹਿਬ, ਠੀਕ ਠਾਕ ਜੀ? ਬਸ ਠੀਕ ਹੈ ਜੀ। ਗੋਪੀ ਜੀ। ਹਾਂਜੀ, ਮੈਂ ਕਿਹਾ ਜੀ ਜਿਹੜੀਆਂ ਸਾਡੇ ਪਿੰਡੋਂ ਵੀ ਜੀ ਟਰਾਲੀਆਂ 10-15 ਗਈਆਂ ਦਿੱਲੀ ਨੂੰ ਮੋਰਚੇ ਤੇ। ਹਾਂਜੀ ਹਾਂਜੀ। ਇਹ ਜੀ ਕਿਸਾਨਾਂ ਨੇ ਜਾਣਗੇ ਬਹੁਤ ਵਧੀਆ ਉਤਸ਼ਾਹ ਕੀਤਾ, ਜਾਣਗੇ ਜਿੰਨੀ ਤਾਦਾਦ ਵਿੱਚ ਟਰਾਲੀਆਂ ਜਾ ਰਹੀਆਂ, ਸੋਚਿਆ ਨਹੀਂ ਸੀ ਕਿ ਇੰਨੀਆਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇੰਨੀਆਂ ਜਾਊਗੀਆਂ ਜੀ। ਇੰਨੀਆਂ। ਤੁਸੀਂ ਕਿਹੜਾ ਪਿੰਡ, ਪਹਿਲਾਂ ਆਪਣਾ ਪਿੰਡ ਦੱਸੋ। ਹਾਂਜੀ, ਕਿਹੜਾ ਪਿੰਡ? ਸਾਡਾ ਜੀ ਜੰਡਿਆਲਾ ਮੰਜਕੀ। ਅੱਛਾ। ਇੰਨੀਆਂ ਟਰਾਲੀਆਂ ਹੋਲੇ ਮਹੱਲੇ ਦੀਆਂ ਜਾਂਦੀਆਂ ਹੁੰਦੀਆਂ ਜਿੰਨੀਆਂ ਐਤਕੀ ਗਈਆਂ? ਨਹੀਂ 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 ਜੀ, ਐਤਕੀ ਤਾਂ ਉਹ ਤੋਂ ਵੀ 10 ਗੁਣਾ ਵੱਧ ਟੱਪ ਗਈਆਂ ਜੀ। ਹਾਂ, ਲੋਕਾਂ ਦੇ ਵਿੱਚ ਜਿਹੜਾ ਆ ਆਪਣੇ ਆਪ ਮੁਹਾਰੇ ਜਿਹੜਾ ਆ ਉਤਸ਼ਾਹ ਹੈ ਨਾ ਇਸ ਅੰਦੋਲਨ ਨੂੰ ਲੈ ਕੇ, ਜਿਨ੍ਹਾਂ ਨੂੰ ਆਪਣਾ ਫਿਊਚਰ ਜਾਂਦਾ ਦੀਦਾ। ਜੀ ਜੀ, ਸਭ ਤੋਂ ਵੱਡੀ ਗੱਲ ਇਹ ਹੈ ਜੀ, ਮੀਡੀਆ ਦਾ ਬਹੁਤ ਵੱਡਾ ਜਾਣੀ ਕਿ ਜਿਹੜਾ ਨਾਲ ਜਿਹੜੀ ਸਪੋਰਟ ਮਿਲ ਰਹੀ ਹੈ ਨਾ ਆਪਣੇ ਦੀ, ਆਹ ਜਿਹੜੀ ਗੋਦੀ ਮੀਡੀਆ ਹੈ ਤੇ ਜੀ ਚੈਨਲ ਜਾਂ ਫਲਾਣੇ ਚੈਨਲ, ਉਹ ਤਾਂ ਕੁਝ ਵੀ ਨਹੀਂ ਕਰ ਰਿਹਾ। ਜਿਹੜੇ ਆਪਣੇ ਪੰਜਾਬ ਵਾਲੇ ਪ੍ਰੈਸ ਰਿਪੋਰਟਰ ਸਾਰੇ ਗਏ ਆ, ਇਹਨਾਂ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਆ, ਜਿੰਨਾ ਕਿ ਸਾਰੇ ਆਪਣੇ ਕਿਸਾਨਾਂ ਨੂੰ ਹੈਲਪ ਮਿਲ ਰਹੀ ਆ। ਵੱਧ ਤੋਂ ਵੱਧ ਜਾਣੀ ਕਿ ਕੇਂਦਰ ਸਰਕਾਰ ਤੇ ਪ੍ਰਭਾਵ ਪੈ ਰਿਹਾ ਆ, ਇਹਨਾਂ ਦੇ ਹੱਕ 'ਚ ਫੈਸਲਾ ਸੁਣਾਊਗੀ, ਇਹ ਤਾਂ ਲੱਗਦਾ ਹੈ। ਤੁਸੀਂ ਆਮ ਲੋਕਾਂ 'ਚ ਵਿਚਰਦੇ ਹੋ ਤੇ ਕਿੰਨੇ ਕੁ ਲੋਕ ਤੁਹਾਨੂੰ ਮਿਲਦੇ ਨੇ ਜਿਹੜੇ ਕਹਿੰਦੇ ਨੇ ਕਿ ਕਿਸਾਨਾਂ ਦਾ ਜਿਹੜਾ ਅੰਦੋਲਨ ਆ ਉਹ ਗਲਤ ਆ? ਕਦੀ ਕੋਈ ਇਦਾਂ ਦਾ ਬੰਦਾ ਮਿਲਿਆ ਪੰਜਾਬ ਦੇ ਵਿੱਚ? ਕੋਈ ਨਹੀਂ ਜੀ ਇਦਾਂ ਦਾ ਬੰਦਾ ਮਿਲਦਾ ਸਾਹਮਣੇ ਆ। ਇਹ ਪੁੱਛਦੇ ਆ ਸਾਡੇ ਪਿੰਡ ਵੀ, ਬਾਹਰੋਂ ਵੀ ਜਿੰਨੇ ਫੋਨ ਆਉਂਦੇ ਇਹ ਪੁੱਛਦੇ ਆ ਕਿ ਕਿਸੇ ਤਰ੍ਹਾਂ ਦੀ ਲੋੜ, ਧਨ ਦੀ, ਰਾਸ਼ਨ ਦੀ, ਕਿਸੇ ਚੀਜ਼ ਦੀ, ਪੈਸੇ, ਹਰ ਚੀਜ਼ ਦੀ ਜਿਹੜੀ ਕਮੀ ਪੇਸ਼ੀ ਲਈ ਪੁੱਛਦੇ ਆ ਕਿ ਜੇ ਕੋਈ ਵੱਧ ਘੱਟ ਦੀ ਲੋੜ ਆ ਤਾਂ ਸਾਨੂੰ ਦੱਸੋ। ਵੱਧ ਤੋਂ ਵੱਧ ਆਪਣੇ ਘਰਦਿਆਂ ਨੂੰ ਬਾਹਰੋਂ ਪਿੰਡਾਂ ਦੇ ਫੋਨ ਕਰਕੇ ਕਹਿੰਦੇ ਆ ਕਿ ਸਾਡੇ ਆਪ ਗੱਡੀਆਂ ਭਰ ਕੇ ਜਾਓ, ਜ਼ਰੂਰੀ ਨਹੀਂ ਰੇਟਰ ਟਰਾਲੀਆਂ ਤੇ। ਜੇ ਸਾਡੇ ਪਿੰਡੋਂ ਚੱਲ ਕੇ ਕੀ ਸਾਰੇ ਪੰਜਾਬ ਤੋਂ ਜਾਣਾ, ਕੋਈ ਆਪਣੀਆਂ ਕਾਰਾਂ, ਲੋਕੀ ਤਾਂ ਮੋਟਰਸਾਈਕਲਾਂ ਤੇ ਵੀ ਪਹੁੰਚ ਰਹੇ ਆ। ਬਿਲਕੁਲ, ਲੋਕੀ ਸਾਈਕਲ ਤੇ ਵੀ ਗਏ ਆ। ਅਸੀਂ ਵੀ ਅੱਜ ਜਾ ਰਹੇ ਹਾਂ ਜੀ, ਸ਼ਾਮ ਨੂੰ 2 ਟਰਾਲੀਆਂ ਹੋਰ ਲੱਗੇ। ਓਕੇ, ਧੰਨਵਾਦ ਜੀ ਕਾਲ ਕਰਨ ਲਈ। ਓਕੇ ਜੀ। ਇਹ ਉਤਸ਼ਾਹ ਇਹ ਉਤਸ਼ਾਹ ਆਪਣੇ ਆਪ ਦੇ ਵਿੱਚ ਜਿਹੜਾ ਆ, ਜਿਹੜੇ ਲੋਕ ਅੱਗੇ ਹੋ ਕੇ ਸੰਘਰਸ਼ ਕਰਦੇ ਆ ਉਹਨਾਂ ਦੇ ਵਿੱਚ ਇੱਕ ਜਿੱਦਾਂ ਨਾ ਪਾਵਰ ਮਿਲਦੀ ਆ, ਬੂਸਟ ਹੁੰਦਾ ਬੰਦਾ ਕਿ ਨਹੀਂ ਠੀਕ ਆ ਵੀ ਮੈਂ ਵੀ ਜਾਵਾਂ ਤੇ ਮੈਂ ਵੀ ਕਰਾਂ, ਮੈਂ ਆਪਣੇ ਦੇਸ਼ ਲਈ, ਮੈਂ ਆਪਣੇ ਪੰਜਾਬ ਲਈ, ਆਪਣੀ ਕਿਸਾਨੀ ਦੇ ਲਈ ਕੁਛ ਨਾ ਕੁਛ ਕਰਾਂ। ਐਕਚੁਅਲੀ ਕੀ ਹੈ ਕਿ ਜਿਹੜਾ ਪੰਜਾਬ ਦਾ ਹਰ ਬੱਚਾ, ਚਾਹੇ ਉਹ ਬਾਹਰ ਹੈ ਚਾਹੇ ਇੱਥੇ ਹੈ, ਜਦੋਂ ਅਸੀਂ ਗੁਰੂ ਘਰ ਜਾਂਦੇ ਆ ਜਾਂ ਅਸੀਂ ਕਿਤਾਬਾਂ ਪੜ੍ਹਦੇ ਹਾਂ, ਜਿਹੜੀ ਹਿਸਟਰੀ ਨੂੰ ਅਸੀਂ ਅੱਜ ਤੱਕ ਪੜ੍ਹਿਆ, ਅੱਜ ਅਸੀਂ ਉਹਨੂੰ ਮਹਿਸੂਸ ਕਰ ਪਾ ਰਹੇ ਹਾਂ, ਪ੍ਰਤੱਖ ਦੇਖ ਪਾ ਰਹੇ ਹਾਂ। ਕਿ ਜਦੋਂ ਅਸੀਂ ਇਹ ਕਹਿੰਦੇ ਸੀ ਵੀ
ਪੰਜਾਬੀਆਂ ਨੂੰ, ਗੁਰੂ ਦੇ ਸਿੱਖਾਂ ਨੂੰ ਤਾਂ ਸ਼ਹੀਦ ਹੋਣ ਦਾ ਵੀ ਚਾਅ ਹੁੰਦਾ ਸੀ। ਜਦੋਂ ਅਸੀਂ ਇਹੋ ਜਿਹੀਆਂ ਮਿਸਾਲਾਂ ਸੁਣਦੇ ਹਾਂ ਵੀ ਜਦੋਂ ਭਾਈ ਕਨਈਆ ਵਰਗਾ 7 ਸਾਲ ਦਾ ਬੱਚਾ ਇਹ ਕਹਿੰਦਾ ਵੀ ਮੇਰੀ ਮਾਂ ਝੂਠ ਬੋਲਦੀ ਆ, ਮੈਂ ਤਾਂ ਸਿੱਖੀ ਆ, ਪਹਿਲਾਂ ਮੈਂ ਸ਼ਹੀਦ ਹੋਣਾ। ਜਦੋਂ ਪੇ ਪੁੱਤ ਨੂੰ ਚਰਖੜੀਆਂ ਤੇ ਚਾੜਨ ਲੱਗਦੇ ਆ ਤੇ ਪੁੱਤ ਕਹਿੰਦਾ ਨਹੀਂ ਪਹਿਲਾਂ ਮੈਂ ਸ਼ਹੀਦ ਹੋਣਾ, ਹਨਾ। ਤਾਂ ਇਹ ਜਿਹੜੀਆਂ ਚੀਜ਼ਾਂ ਨੂੰ ਅਸੀਂ ਸੁਣਿਆ ਸੀ, ਜੋ ਉਹ ਸਾਡੇ ਕਿਤੇ ਨਾ ਕਿਤੇ ਜ਼ਿਹਨ 'ਚ ਰਹਿ ਜਾਂਦੀਆਂ। ਅੱਜ ਅਸੀਂ ਕਈ ਵਾਰੀ ਵਪਾਰਕ ਤੌਰ ਤੇ ਬਿਜ਼ੀ ਹੋ ਜਾਂਦੇ ਆ, ਕਈ ਤਰ੍ਹਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆ ਜਾਂਦਾ, ਪਰ ਜਿਹੜੀਆਂ ਬਚਪਨ 'ਚ ਸਾਡੇ ਜ਼ਿਹਨ 'ਚ ਚੀਜ਼ਾਂ ਰਹਿ ਜਾਂਦੀਆਂ ਨਾ, ਅੱਜ ਉਹ ਸਾਨੂੰ ਅੰਦਰੋਂ ਆਵਾਜ਼ਾਂ ਮਾਰ ਰਹੀਆਂ ਕਿ ਨਹੀਂ ਹੁਣ ਸਮਾਂ ਆ ਗਿਆ, ਹਾਂ ਹੁਣ ਸਮਾਂ ਆ ਗਿਆ, ਹਨਾ। ਦੂਸਰੀ ਗੱਲ ਇਹ ਆ ਕਿ ਜਦੋਂ ਸਾਨੂੰ ਭੁੱਖੇ ਮਾਰਨ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਤਾਂ ਅਸੀਂ ਥਾਲੀ ਤੇ ਹੋਏ ਹਮਲੇ ਦਾ ਜਵਾਬ ਦੇਣ ਲਈ ਸੰਘਰਸ਼ ਕਰ ਰਹੇ ਹਾਂ। ਜਿਵੇਂ ਤਾਮਿਲਨਾਡੂ ਦੇ ਕਿਸਾਨਾਂ ਨੇ ਪਿੱਛੇ ਜੇ ਸੰਘਰਸ਼ ਕੀਤਾ ਸੀ ਦਿੱਲੀ ਜੰਤਰ ਮੰਤਰ ਤੇ, ਤਾਂ ਉਹ ਨੰਗੇ ਹੋ ਕੇ ਆਏ, ਭੁੱਖੇ ਰਹਿਣ ਲੱਗ ਪਏ, ਕੀੜੇ ਮਕੌੜੇ ਖਾਣ ਲੱਗ ਪਏ, ਇੱਕ ਸੰਕੇਤਕ ਪ੍ਰੋਟੈਸਟ ਕੀਤਾ ਸੀ। ਸਾਡਾ ਜਿਹੜਾ ਸੰਘਰਸ਼ ਵੀ ਚੜ੍ਹਦੀ ਕਲਾ 'ਚ, ਅਸੀਂ ਤਾਂ ਇੱਥੇ ਬਦਾਮਾਂ ਦੇ ਲੰਗਰ ਲਾ ਬਦਾਮਾਂ ਦੇ ਲੰਗਰ, ਜਲੇਬੀਆਂ, ਇੱਥੇ ਦੁਨੀਆ ਭਰ ਦੀ ਇਹੋ ਜੀ ਕੋਈ ਚੀਜ਼ ਨਹੀਂ ਜਿਹੜੀ ਤੁਹਾਨੂੰ ਉੱਥੇ ਮਿਲੂਗੀ ਨਹੀਂ। ਬੜਾ ਮਸ਼ਹੂਰ ਹੋਇਆ ਜਗਤਪੁਰ ਜੱਟਾਂ ਅਲਸੀ ਦੀਆਂ ਪਿੰਨੀਆਂ, ਬਦਾਮਾਂ ਦੇ ਲੰਗਰ, ਤੁਹਾਨੂੰ ਗੱਦੇ ਚਾਹੀਦੇ ਆ, ਔਰ ਉਸ ਤੋਂ ਬਾਅਦ ਕੰਬਲਾਂ ਦੇ ਲੰਗਰ, ਸਿਲੰਡਰਾਂ ਦੇ ਲੰਗਰ, ਗੀਜ਼ਰਾਂ ਦੇ ਲੰਗਰ, ਜਿਨ੍ਹਾਂ ਦੇ ਟਰੈਕਟਰ ਖਰਾਬ ਹੋਏ ਉਹਨਾਂ ਨੂੰ ਟਰੈਕਟਰ ਦਿੱਤੇ ਜਾ ਰਹੇ ਨੇ। ਮਤਲਬ ਐਂ ਲੱਗਦਾ ਵੀ ਅਸੀਂ ਸੰਘਰਸ਼ ਨੂੰ ਤਾਂ ਸਾਨੂੰ ਵਿਆਹ ਵਰਗਾ ਚਾਅ ਚੜ ਜਾਂਦਾ। ਜਿਵੇਂ ਅਸੀਂ ਕਹਿੰਦੇ ਨਾ ਵੀ ਇੱਕ ਸੰਕੇਤ ਜਿਹੜੇ ਹੁੰਦੇ ਆ ਵੀ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦੀ ਲਈ ਤੋਰਿਆ, ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦੇ ਨੂੰ ਸ਼ਹੀਦੀ ਲਈ ਤੋਰਿਆ, ਤਾਂ ਤਿਆਰ ਕਰਕੇ ਕਲਗੀ ਲਾ ਕੇ, ਤਾਂ ਸਾਡੇ ਮਾਨਸਿਕਤਾ ਦੇ ਵਿੱਚ ਆ ਵੀ ਜੇ ਸ਼ਹੀਦ ਹੋਣ ਵੀ ਜਾਣਾ ਤਾਂ ਲਾੜੇ ਵਾਂਗੂ ਸੱਜ ਕੇ ਜਾਣਾ, ਚਾਅ ਨਾਲ, ਚੜ੍ਹਦੀ ਕਲਾ 'ਚ, ਖੁਸ਼ੀ ਨਾਲ ਜਕਾਰੇ ਕੇ ਜਾਂਦੇ। ਉਹ ਮਾਨਸਿਕਤਾ ਹੀ ਹੈ ਜਿਹੜੀ ਅੱਜ ਕਿਸੇ ਦੇ ਸਿਰ ਤੇ ਕੇਸ ਹੈਗੇ ਨਹੀਂ ਹੈਗੇ, ਕੋਈ ਸਿੱਖ ਵੀ ਹੈਗਾ ਕਿ ਨਹੀਂ ਹੈਗਾ, ਪਰ ਪੰਜਾਬ 'ਚ ਰਹਿਣ ਵਾਲਾ, ਜਿਵੇਂ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੇ ਬਚਨ ਨੇ ਵੀ ਪੰਜਾਬ ਵਸਦਾ ਗੁਰਾਂ ਦੇ ਨਾਲ, ਤੇ ਉਹ ਜਿਹੜੀ ਮਾਨਸਿਕਤਾ ਉਹ ਸਾਨੂੰ ਚਾਅ ਚੜਾ ਰਹੀ ਹੈ ਸੰਘਰਸ਼ ਦਾ। ਬਿਲਕੁਲ ਜੀ। ਤੇ ਪਹਿਲਾਂ ਇਸ ਇੱਕ ਹੋਰ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਗਈ ਇਸੇ ਅੰਦੋਲਨ ਨੂੰ, ਜਦੋਂ ਐਸਸੀ ਵਰਸਸ ਕਿਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਬਈ ਦਲਿਤ ਦੇ ਉੱਤੇ ਇੱਦਾਂ ਹੋ ਰਿਹਾ, ਦਲਿਤਾਂ ਨੂੰ ਰੋਕਿਆ ਜਾ ਰਿਹਾ, ਉਹਨਾਂ ਦੀ ਆਵਾਜ਼ ਦਬਾਈ ਜਾ ਰਹੀ ਹੈ ਇਸ ਅੰਦੋਲਨ ਦੇ ਵਿੱਚ, ਉਹ ਵੀ ਸਰਕਾਰ ਵੱਲੋਂ ਜਿਹੜਾ ਇੱਕ ਪੈਂਤਰਾ ਛੱਡਿਆ ਗਿਆ ਸੀ ਉਹ ਵੀ ਫੇਲ ਹੋ ਗਿਆ। ਪਿਛਲੇ 40 ਸਾਲ ਤੋਂ ਜਿੰਨੇ ਤਰਕੀਬਾਂ ਪੁੱਠੀਆਂ ਵੀ ਸਿੱਧੀਆਂ ਪੈ ਰਹੀਆਂ ਸੀ, ਅੱਜ ਸਾਰੇ ਰਾਜਨੀਤੀ, ਜਦੋਂ ਇਹ ਇੱਕ ਐਗਜ਼ਾਮਪਲ ਆ ਪੰਜਾਬ ਦੇ ਲੋਕਾਂ ਲਈ ਜਿਹੜੇ ਅੱਜ ਜਵਾਨ ਹੋ ਰਹੇ ਨੇ, ਜਿਹੜੇ ਉਮਰਾਂ ਭੋਗ ਲੀਆਂ ਨੇ, ਕਿਤੇ ਨਾ ਕਿਤੇ ਅਸੀਂ ਉਹ ਸਿਆਸਤ ਦਾ ਹਿੱਸਾ ਰਹੇ ਹਾਂ। ਜਦੋਂ ਸਾਨੂੰ ਵੰਡ ਕੇ ਦੇਖਿਆ ਜਾਂਦਾ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਪੰਜਾਬ 'ਚ 3 ਤਰੀਕੇ ਨਾਲ ਪੋਲਿਟਿਕਸ ਕੀਤੀ ਪੰਜਾਬ ਦੇ ਵਿੱਚ, ਉਹਨਾਂ ਨੇ ਕਦੀ ਵੀ ਪੰਜਾਬੀਆਂ ਨੂੰ ਪੰਜਾਬੀਆਂ ਵਾਂਗ ਦੇਖਿਆ ਹੀ ਨਹੀਂ। ਇੱਥੋਂ ਦੇ ਹਾਲਾਤ ਤੁਸੀਂ ਇਹ ਦੇਖੋ ਵੀ ਜਦੋਂ ਦਲਿਤਾਂ ਦੀ ਵੀ ਗੱਲ ਕਰਦੇ ਆ ਤਾਂ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਵੱਧ ਗਿਣਤੀ ਪਰਸੈਂਟੇਜ ਵਾਈਜ਼ ਦਲਿਤਾਂ ਦੀ ਪੰਜਾਬ 'ਚ ਹੈ। ਤਾਂ ਤੁਹਾਨੂੰ ਕਿੰਨੀਆਂ ਕੁ ਐਗਜ਼ਾਮਪਲਾਂ ਹਰ ਰੋਜ਼ ਇਹੋ ਜਿਹੀਆਂ ਮਿਲਦੀਆਂ ਵੀ ਦਲਿਤ ਨੂੰ ਘੋੜੀ ਨਹੀਂ ਚੜ੍ਹਨ ਦਿੱਤਾ ਗਿਆ, ਦਲਿਤ ਨੂੰ ਗੁਰਦੁਆਰੇ ਨਹੀਂ ਬਣਨ ਦਿੱਤਾ ਗਿਆ, ਮੰਦਿਰ ਨਹੀਂ ਬਣਨ ਦਿੱਤਾ ਗਿਆ। ਐਕਚੁਅਲੀ ਕੀ ਆ ਵੀ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਵੀ ਇਹ ਗੁਰਾਂ ਦੇ ਨਾਂ ਤੇ ਵਸਦਾ, ਇੱਥੇ ਬਿਹਾਰ, ਯੂਪੀ ਤੇ ਰਾਜਸਥਾਨ ਵਾਲੀ ਰਾਜਨੀਤੀ ਨਹੀਂ ਚੱਲਣੀ। ਤੇ ਜਿਵੇਂ ਤੁਸੀਂ ਇੱਕ ਧਿਰ ਨੂੰ ਕਹਿੰਦੇ ਹੋ ਵੀ ਲੋ ਜੀ ਤੁਹਾਨੂੰ ਇਨਸਿਕਿਉਰਿਟੀ 'ਚ ਧੱਕ ਦਿੱਤਾ ਜਾਂਦਾ ਵੀ ਤੁਹਾਡੇ ਨਾਲ ਤਾਂ ਯਾਰ ਧੱਕਾ ਹੁੰਦਾ ਆ ਰਿਹਾ ਸੀ ਹੁਣ ਤੱਕ, ਸਭ ਤੋਂ ਵੱਧ ਗਿਣਤੀ ਹੋਣ ਦੇ ਬਾਵਜੂਦ ਤੁਹਾਨੂੰ ਇੱਕ ਵੀ ਐਗਜ਼ਾਮਪਲ ਤੁਸੀਂ, ਅੱਛਾ ਉਹਦੇ ਉਲਟ ਪਿੱਛੇ ਜੇ ਜਦੋਂ ਖੇਤਾਂ 'ਚ ਕੰਮ ਕਰਨ ਦਾ ਜਦੋਂ ਟਾਈਮ ਸੀਗਾ ਵੀ ਜਦੋਂ ਲੇਬਰ ਰੇਟ ਦੇ ਉੱਤੇ ਗੁਰਦੁਆਰਿਆਂ ਦੇ ਵਿੱਚੋਂ 2-3 ਜਗ੍ਹਾ ਦੇ ਉੱਤੋਂ ਰੇਟ ਫਿਕਸ ਕੀਤੇ ਗਏ, ਅਨਾਉਂਸਮੈਂਟ ਕੀਤੀ ਗਈ ਵੀ ਜੀ ਇੰਨਾ ਰੇਟ ਦੇਣਾ ਮਜ਼ਦੂਰਾਂ ਨੂੰ, ਹਾਲਾਂਕਿ ਉਹ ਜਾਤੀਵਾਦੀ ਨਹੀਂ ਸੀ, ਆਰਥਿਕ ਸੀ ਵੀ ਇੰਨਾ ਰੇਟ ਹੀ ਦੇਣਾ। 13,000 ਪਿੰਡਾਂ ਦੇ ਵਿੱਚੋਂ 6 ਪਿੰਡਾਂ ਦੇ ਵਿੱਚ ਇਹੋ ਜਿਹੀਆਂ ਅਨਾਉਂਸਮੈਂਟਾਂ ਹੋਈਆਂ, ਵੱਧ ਤੋਂ ਵੱਧ ਕਿਹਾ ਜਾਂਦਾ, ਵੈਸੇ 3 ਜਾਂ 4 ਸੀ। 13,000 ਦੇ ਵਿੱਚੋਂ ਜਿਹੜੇ ਬਾਕੀ 12,996 ਪਿੰਡ ਸਾਰਿਆਂ ਨੇ ਵਿਰੋਧ ਕੀਤਾ। ਇਦੋਂ ਵੱਡੀ ਕਿਹੜੀ ਐਗਜ਼ਾਮਪਲ ਆਪਾਂ ਹੋਰ ਦੇ ਸਕਦੇ? ਇੱਥੇ ਇਹ ਐਗਜ਼ਾਮਪਲਾਂ ਇਦਾਂ ਦੇ ਮੌਕੇ ਤੇ ਮਤਲਬ ਹਰ ਉਹ ਬੰਦਾ ਪੰਜਾਬੀ ਜਿਹਨੇ ਆਪਣੀ ਜਾਤੀ ਧਰਮ ਨੂੰ ਪਿੱਛੇ ਛੱਡ ਕੇ ਆਪਣੀ ਪੰਜਾਬੀ ਪਛਾਣ ਨੂੰ ਅੱਗੇ ਲੈ ਕੇ ਕਿਹਾ ਵੀ ਸਾਨੂੰ ਪਤਾ ਲੱਗ ਰਿਹਾ ਤੁਸੀਂ ਕੀ ਕਰ ਰਹੇ ਹੋ, ਤੁਸੀਂ ਸਾਨੂੰ ਤੋੜਨਾ ਚਾਹੁੰਦੇ ਹੋ। ਤੇ ਜਦੋਂ ਇੱਥੇ ਫਗਵਾੜੇ ਦੇ ਵਿੱਚ ਵੀ ਪ੍ਰੋਟੈਸਟ ਹੋਇਆ, ਭਾਰਤ ਬੰਦ ਦੀ ਜਾਂ ਪੰਜਾਬ ਬੰਦ ਦੀ ਕਾਲ ਵੀ ਦਿੱਤੀ ਗਈ, ਸਾਰੀਆਂ ਦਲਿਤ ਜਥੇਬੰਦੀਆਂ ਨੇ ਜਿਨ੍ਹਾਂ ਨੇ ਜਿੱਥੇ ਸਕਾਲਰਸ਼ਿਪ ਦੇ ਮੁੱਦੇ ਤੇ ਪ੍ਰੋਟੈਸਟ ਕੀਤਾ, ਉੱਥੇ ਨਾਲ ਕਿਸਾਨ ਮੁੱਦੇ ਦੇ ਉੱਤੇ ਵੀ ਗੱਲ ਕੀਤੀ। ਜਦੋਂ ਕਿਸਾਨ ਜਥੇਬੰਦੀਆਂ ਧਰਨੇ ਲਾ ਰਹੀਆਂ ਸੀ ਤਾਂ ਮੈਂ ਵੀ ਉੱਥੇ ਜਾ ਕੇ ਜਦੋਂ ਫਗਵਾੜੇ ਵੀ ਬੋਲਿਆ ਤਾਂ ਅਸੀਂ ਕਿਹਾ ਸੀ ਕਿ ਵੀ ਸਾਡਾ ਪੰਜਾਬ ਉਹ ਆ ਜਿੱਥੇ ਕਿਸਾਨ ਜਥੇਬੰਦੀਆਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਚੱਕਣਗੀਆਂ ਤੇ ਦਲਿਤ ਜਥੇਬੰਦੀਆਂ ਖੇਤੀ ਆਰਡੀਨੈਂਸ ਦਾ ਮੁੱਦਾ ਚੱਕਣਗੀਆਂ। ਇਹ ਸਾਡਾ ਪੰਜਾਬ ਹੈ, ਇਹ ਸਾਡਾ ਪੰਜਾਬ ਹੈ। ਇਹ ਸਾਂਝ ਜਿਹੜੀ ਆ ਸਾਡੀ ਉਹ ਇੰਨੀ ਇੱਥੇ ਤਾਂ ਕਹਿੰਦੇ ਵੀ ਬੰਦਾ ਵੀ ਮਾਰਦੇ ਆ ਤੇ ਜੱਟ ਨਾਲ ਮਜ਼ਬੀ ਜ਼ਰੂਰ ਹੁੰਦਾ, ਇਹ ਗੱਲ ਆਮ ਕਹੀ ਜਾਂਦੀ ਹੈ। ਹਾਂ, ਪਰ ਐਮਐਸਪੀ ਦੀ ਅਗਰ ਗੱਲ ਕਰਦੇ ਹਾਂ, ਐਮਐਸਪੀ ਪੰਜਾਬ ਔਰ ਹਰਿਆਣਾ ਦੇ ਵਿੱਚ ਤਾਂ ਮਿਲਦੀ ਆ। ਅਗਰ ਆਪਾਂ ਯੂਪੀ ਦੀ ਗੱਲ ਕਰਦੇ ਹਾਂ ਜਾਂ ਅਗਰ ਆਪਾਂ ਬਿਹਾਰ ਹੋਰ ਵੀ ਕਿਸੇ ਸਟੇਟ ਦੀ ਆਪਾਂ ਗੱਲ ਜੇ ਅਗਰ ਕਰ ਲੈਂਦੇ ਹਾਂ, ਉੱਥੇ ਇਹੀ ਝੋਨਾ ਜਿਹੜਾ ਆ ਉਹ 1100 ਨੂੰ 1200 ਨੂੰ 1000 ਨੂੰ ਵਿਕਦਾ। ਮੇਰੀ ਅਕਸਰ ਗੱਲ ਜਿਹੜੀ ਹੁੰਦੀ ਰਹਿੰਦੀ ਆ, ਉਹ ਉਹਨਾਂ ਕੋਲ ਪਹਿਲਾਂ ਐਮਐਸਪੀ ਹੈ ਨਹੀਂ ਗੀ,
ਤੇ ਅੱਜ ਜਦੋਂ ਇਹ ਅੰਦੋਲਨ ਇਸ ਲੈਵਲ ਤੇ ਪਹੁੰਚਿਆ ਆ ਤਾਂ ਪੂਰੇ ਭਾਰਤ ਦੇ ਵਿੱਚੋਂ ਅਗਰ ਗੱਲ ਕਰਦੇ ਆ ਤਾਂ ਉਹਨਾਂ ਨੂੰ ਪੂਰੀ ਇਸ ਸੰਘਰਸ਼ ਨੂੰ ਪੂਰੀ ਸਪੋਰਟ ਮਿਲਦੀ ਪਈ ਆ। ਉਹ ਕਿਸਾਨ ਜਿਨ੍ਹਾਂ ਨੂੰ ਐਮਐਸਪੀ ਨਾਲ ਕੋਈ ਮਤਲਬ ਨਹੀਂ, ਜਿਨ੍ਹਾਂ ਨੂੰ ਪਹਿਲਾਂ ਹੀ ਕਦੀ ਐਮਐਸਪੀ ਮਿਲਦੀ ਹੀ ਨਹੀਂ, ਉਹ ਵੀ ਇਸ ਸਪੋਰਟ ਦੇ। ਉਹ ਕਿਉਂ? ਦੇਖੋ ਇਹਦੇ 'ਚ ਦੋ ਐਂਗਲ ਬੜੇ ਪੜਚੋਲ ਕਰਨ ਵਾਲੇ ਨੇ। ਜਦੋਂ ਐਮਐਸਪੀ ਮਿਲ ਰਹੀ ਸੀ ਉਦੋਂ ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਿਹਾ ਸੀ? ਫਿਰ ਇਹਦਾ ਮਤਲਬ ਹੈ ਜੇ ਐਮਐਸਪੀ ਹੀ ਸਾਡੀ ਆਰਥਿਕਤਾ ਦਾ ਹੱਲ ਹੈ, ਸਾਡਾ ਆਰਥਿਕ ਪੱਧਰ ਕਿਸਾਨਾਂ ਦਾ ਐਮਐਸਪੀ ਨਹੀਂ ਚੱਕਣਾ ਸੀ, ਫਿਰ ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਿਹਾ ਸੀ? ਮਸਲਾ ਕੀ ਹੈ ਕਿ ਇਹਦੇ 'ਚ ਦੋ ਐਂਗਲ ਨੇ। ਜੇ ਇਕੱਲੇ ਐਮਐਸਪੀ ਨੂੰ ਵੀ ਸਮਝਣਾ ਹੋਵੇ ਤਾਂ ਇਹਦੇ ਵਿੱਚ ਇੱਕ ਤਾਂ ਪੰਜਾਬ 'ਚੋਂ ਜਿਹੜੀ ਮੂਵਮੈਂਟ ਉੱਠੀ ਹੈ ਉਹ ਇਕੱਲੀ ਐਮਐਸਪੀ ਦੀ ਹੈ ਹੀ ਨਹੀਂ। ਇਹ ਤਾਂ ਸਾਡੇ ਸਿਰਫ ਆਰਥਿਕ ਪੱਧਰ ਦੀ ਨਹੀਂ ਹੈ। ਔਰ ਦੇਖੋ ਜਦੋਂ ਤੁਸੀਂ ਬਹੁਤ ਕੁਝ ਗਵਾ ਕੇ ਕੋਈ ਚੀਜ਼ ਲੈਨੇ ਹੋ ਫਿਰ ਉਹ ਤੁਹਾਡਾ ਹੱਕ ਹੁੰਦੀ ਹੈ, ਤੁਹਾਡੇ ਤੇ ਉਹ ਕੋਈ ਸੌਗਾਤ ਨਹੀਂ ਹੈ। ਐਮਐਸਪੀ ਕੋਈ ਤੁਹਾਡੇ ਤੇ ਕੋਈ ਆਸਾਨ ਨਹੀਂ ਹੈ ਸਰਕਾਰ ਦਾ। ਉਹਦੇ ਪਿੱਛੇ ਅਸੀਂ ਦਿੱਤਾ ਕੀ? 1964-65 ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਇਹ ਕਹਿੰਦਾ ਸੀ ਕਿ ਮੈਂ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਇੱਕ ਦਿਨ ਭੁੱਖੇ ਰਿਹਾ ਕਰਨ ਜਾਂ ਇੱਕ ਟਾਈਮ ਦੀ ਰੋਟੀ ਛੱਡ ਦਿਆ ਕਰਨ। ਇਹਦੇ ਨਾਲ ਜਿਹੜੇ ਸਾਡੇ ਦੇਸ਼ 'ਚ ਭੁੱਖਮਰੀ ਨਾਲ ਲੋਕ ਮਰ ਰਹੇ ਨੇ ਉਹਨਾਂ ਨੂੰ ਮਿਲ ਜਾਏਗੀ, ਉਹਨਾਂ ਨੂੰ ਰੋਟੀ ਮਿਲ ਜਾਏਗੀ। ਉਸ ਤੋਂ ਪਹਿਲਾਂ ਵੈਸਟ ਬੰਗਾਲ ਦੇ ਵਿੱਚ ਜਿਹੜਾ ਇੱਕ ਇਹੋ ਜਿਹਾ ਅਕਾਲ ਪਿਆ ਵੀ ਲੱਖਾਂ ਲੋਕ ਭੁੱਖਮਰੀ ਨਾਲ ਮਰ ਗਏ। ਉਸ ਫੂਡ ਕ੍ਰਾਈਸਿਸ ਦੇ ਵਿੱਚੋਂ ਇਸ ਪੂਰੇ ਭਾਰਤ ਨੂੰ ਕੱਢਿਆ ਕਿਨੇ? ਹਰੀ ਕ੍ਰਾਂਤੀ ਦੇ ਨਾਂ ਦੇ ਉੱਤੇ ਸਾਡੇ ਉੱਤੇ ਉਹ ਫਸਲਾਂ ਥੋਪੀਆਂ ਗਈਆਂ ਜਿਹੜੀਆਂ ਪੰਜਾਬ ਦੀਆਂ ਹੈ ਹੀ ਨਹੀਂ ਸੀ। ਪੰਜਾਬ ਦੇ ਵਿੱਚ ਝੋਨਾ ਤੇ ਕਣਕ ਹਰੀ ਕ੍ਰਾਂਤੀ ਤੋਂ ਪਹਿਲਾਂ 23 ਤਰੀਕੇ ਦੀਆਂ ਫਸਲਾਂ ਬੀਜੀਆਂ ਜਾਂਦੀਆਂ ਸੀ ਔਰ ਉਹ ਸਾਰੀਆਂ ਫਸਲਾਂ ਉਹ ਸੀ ਜਿਹੜੀਆਂ ਸਾਡੀ ਸਿਹਤ ਲਈ ਜਿਹਨੂੰ ਆਪਾਂ ਕਹਿੰਦੇ ਵੀ ਇੱਕ ਨਿਊਟ੍ਰੀਐਂਟ ਤੇ ਪੋਜ਼ਿਟਿਵ ਫੂਡ ਸੀ, ਚਾਹੇ ਉਹ ਬਾਜਰਾ ਜਾਂ ਬਹੁਤ ਸਾਰੀ ਖੇਤੀ ਇਹੋ ਜਿਹੀ ਸੀਗੀ। ਤਾਂ ਉਸ ਤੋਂ ਬਾਅਦ ਅਸੀਂ ਉਹ ਫਸਲ ਬੀਜਣੀ ਸ਼ੁਰੂ ਕੀਤੀ ਜਿਹਨੇ ਸਾਡਾ ਪਾਣੀ ਖੋਇਆ, ਸਾਡਾ ਵਾਤਾਵਰਨ ਖੋਇਆ, ਸਾਡੀਆਂ ਜ਼ਮੀਨਾਂ ਬੰਜਰ ਕਰਨ ਦੇ ਕੰਢੇ ਲਿਆਤੀਆਂ, ਸਾਡਾ ਪਾਣੀ 300-300 ਫੁੱਟ ਥੱਲੇ ਡੂੰਘਾ ਚਲਾ ਗਿਆ, ਅਸੀਂ ਆਪਣੀਆਂ ਸਿਹਤਾਂ ਗਵਾਈਆਂ। ਕੈਂਸਰ ਦੀ ਬਿਮਾਰੀ ਆਪਣੇ ਪੰਜਾਬ 'ਚ ਲੈ ਕੇ ਆਂਦੀ ਜਿਹੜੀ ਕਦੀ ਆ ਹੀ ਨਹੀਂ ਸੀ ਸਕਦੀ, ਜੋ ਸਾਡੀ ਖੁਰਾਕ ਸੀ ਪੰਜਾਬੀਆਂ ਦੀ। ਸਾਰੇ ਦੇਸ਼ ਦਾ ਭੁੱਖਾ ਢਿੱਡ ਭਰਨ ਲਈ ਅਸੀਂ ਆਪ ਬਿਮਾਰੀਆਂ ਸਹੇੜ ਲਈਆਂ। ਔਰ ਉਸ ਤੋਂ ਬਾਅਦ ਜਦੋਂ ਸਾਡੇ ਤੇ ਐਮਐਸਪੀ ਵਾਲੀ ਗੱਲ ਆਸਾਨ ਵਾਂਗੂ ਜਤਾਈ ਜਾਂਦੀ ਵੀ ਦੇਖੋ ਜੀ ਬਾਕੀ ਸਟੇਟਾਂ ਨੂੰ ਤਾਂ ਮਿਲ ਹੀ ਰਹੀ, ਤੁਹਾਨੂੰ ਮਿਲ ਰਹੀ, ਤੁਸੀਂ ਇਹਦੇ 'ਚ ਸ਼ੁਕਰ ਕਰੋ, ਹਨਾ, ਤਾਂ ਉਹ ਮੈਨੂੰ ਲੱਗਦਾ ਵੀ ਇੱਕ ਸਿੱਧੇ ਤੌਰ ਤੇ ਅਕਿਰਤ ਘਣਤਾ ਤੇ ਅਹਿਸਾਨ ਫਰਾਮੋਸ਼ੀ ਹੈ। ਤਾਂ ਇਸ ਵਕਤ ਜਦੋਂ ਅਸੀਂ ਆਪਣਾ ਸਭ ਕੁਝ ਗਵਾ ਕੇ ਜੋ ਸਾਨੂੰ ਮਿਲਿਆ ਜਦੋਂ ਖੋਹਣ ਦੀ ਗੱਲ ਕਰ ਰਹੇ ਹਾਂ, ਫਿਰ ਸਾਡੇ ਲਈ ਤਾਂ ਇੰਨਾ ਨਾ ਇੱਕ ਚੀਜ਼ ਵੀ ਇੰਪੋਰਟੈਂਟ ਹੈ। ਐਮਐਸਪੀ ਵਧਾਉਣ ਦੀ ਬਜਾਏ ਜੇ ਐਮਐਸਪੀ ਦੀ ਗੱਲ ਕਰੀਏ ਤਾਂ ਹੁਣ ਤੱਕ ਪਿਛਲੇ 1970 ਤੋਂ ਲੈ ਕੇ 2020 ਤੱਕ ਜਿੰਨੀਆਂ ਵੀ ਪਬਲਿਕ ਸੈਕਟਰ ਨੇ, ਜਿੰਨੇ ਗਵਰਨਮੈਂਟ ਸੈਕਟਰ ਨੇ, ਜਿੰਨੀਆਂ ਸਰਕਾਰੀ ਨੌਕਰੀਆਂ ਨੇ, ਉਹਦੇ ਵਿੱਚ ਹੁਣ ਤੱਕ ਪਿਛਲੇ ਇਹਨਾਂ 50 ਸਾਲਾਂ ਦੇ ਵਿੱਚ 50 ਗੁਣਾ ਤੋਂ ਵੱਧ ਦਾ ਵਾਧਾ ਹੋ ਚੁੱਕਾ ਹੈ। ਹੋ ਗਿਆ, ਬਿਲਕੁਲ ਹੋ ਗਿਆ। ਠੀਕ ਹੈ ਜੀ। ਅਸੀਂ ਇਹ ਦੇਖਦੇ ਹਾਂ ਵੀ ਹੁਣ ਮਹਿੰਗਾਈ ਭੱਤੇ ਦਿੱਤੇ ਜਾਂਦੇ ਨੇ, ਹਰ ਸਾਲ ਇਨਕਰੀਜ਼ ਹੁੰਦਾ। ਕਿਸਾਨ ਦੀ ਜੇ ਤੁਸੀਂ ਉਹਨੂੰ ਗੁਣਾ ਕਰਨਾ ਤਾਂ ਉਹ 5 ਜਾਂ 6 ਗੁਣਾ ਹੋਇਆ ਜਾਂ 10 ਗੁਣਾ ਹੋਇਆ, ਤਾਂ 70 ਗੁਣਾ ਕਿੱਥੇ ਤੇ ਕਿੱਥੇ 10 ਗੁਣਾ। ਜਦੋਂ ਖੇਤੀਬਾੜੀ ਜਿਹੜੇ ਵਿਗਿਆਨੀ ਨੇ ਦਵਿੰਦਰ ਸ਼ਰਮਾ ਨੇ ਵੀ ਕੈਲਕੂਲੇਟ ਕੀਤਾ ਸੀ ਵੀ ਜੇ ਐਮਐਸਪੀ ਬਾਕੀ ਸੈਕਟਰ ਦੇ ਹਿਸਾਬ ਨਾਲ ਕਿਸਾਨਾਂ ਨੂੰ ਦੇਖਣੀ ਹੋਵੇ ਤਾਂ ਜਿਹੜਾ ਇਹਦਾ ਮੁੱਲ ਆ ਜਿਹੜਾ ਅੱਜ 1800-1700 ਨਿਯੁਕਤ ਕੀਤਾ ਜਾਂਦਾ ਉਹ ਤਕਰੀਬਨ 4000 ਤੋਂ ਉੱਪਰ ਜਾਂਦਾ ਮਿਨੀਮਮ। ਤੇ ਜਦੋਂ ਤੁਸੀਂ ਇੱਕ ਤਾਂ ਪਹਿਲਾਂ ਘੱਟ ਦੇ ਰਹੇ ਹੋ, ਉਸ ਤੋਂ ਬਾਅਦ ਉਹਦੀ ਸ਼ੋਰਿਟੀ ਬੰਦ ਕਰ ਰਹੇ ਹੋ, ਠੀਕ ਹੈ, ਫਿਰ ਤੁਸੀਂ ਇਹ ਦੱਸੋ ਵੀ ਜੇ ਐਮਐਸਪੀ ਨੂੰ ਕਰਨਾ ਕੀ ਜੇ ਤੁਸੀਂ ਮੰਡੀਆਂ ਖਤਮ ਕਰ ਦੇਣੀਆਂ। ਫਿਰ ਜਦੋਂ ਮੰਡੀਕਰਨ ਏਪੀਐਮਸੀ ਐਕਟ ਖਤਮ ਹੁੰਦਾ ਹੈ 4500 ਕਰੋੜ ਰੁਪਏ ਦਾ ਜਿਹੜਾ ਸਾਨੂੰ ਆਮਦਨ ਹੈ ਪੰਜਾਬ ਸਰਕਾਰ ਨੂੰ ਉਹ ਖਤਮ ਹੁੰਦੀ ਹੈ। ਤੇ ਉਹਦਾ ਅਸਰ ਸਾਰੀ ਸਰਕਾਰੀ ਸੈਕਟਰ ਤੇ ਵੀ ਪੈਣਾ। ਜਦੋਂ ਹਰ ਸਾਲ ਸਾਨੂੰ ਖਜ਼ਾਨਾ ਮੰਤਰੀ ਪੀਪਾ ਖਾਲੀ ਦਿਖਾ ਦਿੰਦਾ, ਉਹਦੇ ਵਿੱਚੋਂ ਜੇ 4500 ਕਰੋੜ ਹੋਰ ਮਾਈਨਸ ਕਰ ਦਈਏ ਤਾਂ ਓਵਰਆਲ ਪੰਜਾਬ ਦੀ ਇਕਨੋਮੀ ਤੇ ਕੀ ਅਸਰ ਪੈਂਦਾ? ਉਹ ਟੈਕਸ ਆਮ ਪਬਲਿਕ ਦੇ ਦੁਆਰਾ ਇਹ ਸਿੱਧੇ ਤੌਰ ਤੇ ਜਿਹੜੀ ਗੱਲ ਫਖਰ ਨਾਲ ਹਰ ਪੰਜਾਬ ਦਾ ਐਮਸੀ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਸਾਡੇ ਪੰਜਾਬ ਦਾ ਹਰ ਉਮੀਦਵਾਰ ਕਹਿੰਦਾ ਵੀ ਅਸੀਂ ਦੇਸ਼ ਦੇ ਭੁੱਖੇ ਜਿਹੜਾ ਢਿੱਡ ਭਰਿਆ ਭੁੱਖੇ ਲੋਕਾਂ ਦਾ, ਔਰ ਉਸ ਤੋਂ ਇਲਾਵਾ ਸਾਡੀਆਂ ਕੁਰਬਾਨੀਆਂ ਅਸੀਂ ਦਿੱਤੀਆਂ, ਤਾਂ ਇਹ ਜਿਹੜਾ ਸਾਡਾ ਗਰੂਰ ਹੈ ਨਾ ਸਾਡੇ ਉੱਤੇ ਵੀ ਅਸੀਂ ਢਿੱਡ ਭਰੇ ਆ, ਉਹ ਸਾਨੂੰ ਭੁੱਖੇ ਮਾਰਨਾ ਚਾਹੁੰਦੇ ਆ। ਸਾਨੂੰ ਭੁੱਖੇ ਮਾਰਨਾ, ਉਹ ਜਿਹੜਾ ਸਾਡੇ ਮੂੰਹਾਂ ਦੇ ਵਿੱਚੋਂ ਜਦੋਂ ਅਸੀਂ ਇਹ ਗੱਲ ਸਵੈਮਾਨ ਨਾਲ ਕਹਿੰਦੇ ਆ ਉਹਨਾਂ ਕੋਲ ਬਰਦਾਸ਼ਤ ਨਹੀਂ ਹੁੰਦੀ। ਕਿਉਂਕਿ ਅਗਰ ਗੱਲ ਕਰਦੇ ਆ ਕਿਸਾਨੀ ਦੀ ਤਾਂ ਜੇ ਪੰਜਾਬ ਦੇ ਵਿੱਚ ਇਹਨਾਂ ਫਸਲਾਂ ਜਿਹੜੀਆਂ ਆਈਆਂ ਕਿ ਪੂਰੇ ਇੰਡੀਆ ਦਾ ਜਿਹੜਾ ਢਿੱਡ ਭਰਿਆ ਆ, ਨਾਲ ਦੀ ਨਾਲ ਇੱਕ ਹੋਰ ਵੀ ਮੁਹਿੰਮ ਚੱਲੀ ਸੀ ਕਿ ਵੀ ਪੰਜਾਬ ਤੋਂ ਕਿਸਾਨਾਂ ਨੂੰ ਲਿਜਾ ਕੇ ਯੂਪੀ ਬੇਅਵਾਦ ਸੀ, ਜੰਗਲ ਸੀ ਉੱਥੇ, ਉੱਥੋਂ ਜਾ ਕੇ ਪੰਜਾਬੀਆਂ ਨੂੰ ਲਿਜਾ ਕੇ ਵਸਾਇਆ ਗਿਆ, ਗੁਜਰਾਤ ਵਸਾਇਆ ਗਿਆ, ਹੋਰ ਵਸਾਇਆ ਗਿਆ, ਇੱਥੋਂ ਤੱਕ ਕਿ ਨੇਪਾਲ 'ਚ ਜਿੱਥੇ ਵੀ ਸੀ ਉਹਨਾਂ ਨੂੰ ਇੱਥੋਂ ਆ ਕੇ ਸਰਕਾਰਾਂ ਨੇ ਆ ਕੇ ਪਿੰਡ ਆ ਕੇ ਪ੍ਰਚਾਰ ਕੀਤਾ ਕਿ ਇੱਥੋਂ ਦੇ ਕਿਸਾਨਾਂ ਨੂੰ ਕਿ ਮਿਹਨਤੀ ਲੋਕ ਨੇ, ਇਹ ਬੰਜਰ ਜ਼ਮੀਨਾਂ ਨੂੰ ਵੀ ਉਪਜਾਊ ਬਣਾ ਦਿੰਦੇ ਨੇ, ਔਰ ਬਣਾਈਆਂ ਵੀ ਆ। ਅੱਜ ਤੁਸੀਂ ਜਾ ਕੇ ਪੀਲੀ ਭੀਤੇਰੀਆ ਦੇਖੋ, ਦੂਜਾ ਪੰਜਾਬ ਵਸਦਾ। ਇੱਦਾਂ ਹੀ ਹੋਰ ਇੰਡੀਆ ਦੇ ਵਿੱਚ ਕਿੰਨੀਆਂ ਜਗ੍ਹਾ ਨੇ ਜਿੱਥੇ ਜਾ ਕੇ ਦੂਜਾ ਪੰਜਾਬ ਵਸਦਾ, ਪੰਜਾਬੀ ਨੇ ਉੱਥੇ ਜਾ ਕੇ ਖੇਤੀ ਜਿਹੜੀ ਆ ਉਹ ਸਾਰੀ ਪੰਜਾਬੀਆਂ ਦੀ ਆ। ਅੱਜ ਉੱਥੇ ਵੀ ਜਿਹੜੇ ਕਿਸਾਨ ਆ ਉਹਨਾਂ ਨੂੰ ਬੇਸ਼ੱਕ ਸੀਲਿੰਗ ਲਾ ਕੇ, ਬੇਸ਼ੱਕ ਕੁਝ ਹੋਰ ਲਾ ਕੇ
ਕਈ ਤਰ੍ਹਾਂ ਦੇ ਉੱਥੇ ਹੁਣ ਕਿਹਾ ਜਾਂਦਾ, ਯੂਪੀ ਦੇ ਵਿੱਚ ਆਮ ਕਿਸਾਨਾਂ ਨੂੰ ਇਹ ਕਿਹਾ ਜਾਂਦਾ ਆ ਕਿ ਤੁਸੀਂ ਜਾਓ ਵਾਪਸ, ਇਹ ਤੁਹਾਡੀ ਜਗ੍ਹਾ ਨਹੀਂ ਹੈਗੀ। ਬਿਲਕੁਲ ਇੱਕ ਹੋਇਆ ਜਿਹੜਾ ਜਾ ਕੇ ਪਾਰਟੀਆਂ 500 ਪਰਿਵਾਰ ਜਿਹੜਾ ਗੁਜਰਾਤ ਦੇ ਵਿੱਚ ਕੱਛ 'ਚ ਜਿਹੜਾ ਉੱਥੋਂ ਉਜਾੜਿਆ ਗਿਆ, ਫਿਰ ਯੂਪੀ ਦੇ ਵਿੱਚ ਇਸ਼ੂ ਬੜੇ ਚਿਰ ਦਾ ਚੱਲ ਰਿਹਾ ਵੀ ਉੱਥੋਂ ਦੇ ਕਿਸਾਨਾਂ ਨੂੰ ਉਜਾੜ ਕੇ ਇਹ ਅਹਿਸਾਸ ਦਿਲਾਇਆ ਜਾ ਰਿਹਾ ਕਿ ਇਹ ਧਰਤੀ ਤੁਹਾਡੀ ਨਹੀਂ ਹੈ ਹੁਣ। ਹਾਂ, ਜਿਵੇਂ ਤੁਹਾਨੂੰ ਲੇਬਰ ਦੇ ਤੌਰ ਤੇ ਬੁਲਾਇਆ ਗਿਆ ਸੀ, ਤੇ ਮੈਨੂੰ ਇਹ ਲੱਗਦਾ ਕਿ ਚਲੋ ਅਸੀਂ ਵੀ ਇਹ ਕਹਿੰਦੇ ਆ ਵੀ ਜਦੋਂ ਅਸੀਂ ਇੱਥੇ ਆਪਣੇ ਆਲੇ ਦੁਆਲੇ ਬਿਹਾਰ ਤੋਂ ਆਏ ਲੋਕਾਂ ਨੂੰ ਦੇਖਾਂਗੇ ਵੀ ਪੰਜਾਬ ਦੇ ਵਿੱਚ ਆ ਕੇ ਪਿੰਡਾਂ 'ਚ ਉਹ ਖੇਤੀ ਕਰਨਗੇ, ਤਾਂ ਸ਼ਾਇਦ ਸਾਨੂੰ ਵੀ ਮਹਿਸੂਸ ਹੋਵੇ ਵੀ ਯਾਰ ਜ਼ਮੀਨਾਂ ਤਾਂ ਸਾਡੀਆਂ ਸੀ, ਹਨਾ। ਤਾਂ ਸਾਨੂੰ ਉਸੇ ਪੱਧਰ ਦੇ ਉੱਤੇ ਪਹਿਲਾਂ ਤਾਂ ਇਹ ਚੀਜ਼ ਸਾਨੂੰ ਬਾਹਰ ਜਾ ਕੇ ਮਤਲਬ ਯਾਦ ਦਿਵਾਈ ਜਾ ਰਹੀ ਸੀ, ਹੁਣ ਉਹ ਇਹ ਐਕਟਾਂ ਦੇ ਰਾਹੀਂ ਖਾਸ ਕਰਕੇ ਕੰਟਰੈਕਟ ਫਾਰਮਿੰਗ ਰਾਹੀਂ ਚੰਗੇ ਭਲੇ ਮਾਲਕਾਂ ਨੂੰ ਨੌਕਰ ਬਣਾਉਣਾ ਚਾਹੁੰਦੇ ਨੇ। ਜ਼ਮੀਨ ਤੁਹਾਡੀ, ਮਿਹਨਤ ਤੁਹਾਡੀ, ਪਸੀਨਾ ਤੁਹਾਡਾ, ਖੂਨ ਤੁਹਾਡਾ, ਆਜ਼ਾਰ ਤੁਹਾਡੇ, ਮੁਨਾਫਾ ਕੌਣ ਕਮਾਏਗਾ? ਕਾਰਪੋਰੇਟ ਘਰਾਣਾ। ਤੁਹਾਡੀਆਂ ਹੀ ਜ਼ਮੀਨਾਂ ਨੂੰ ਕੰਟਰੈਕਟ ਕਰਕੇ ਤੁਹਾਡੀਆਂ ਜ਼ਮੀਨਾਂ ਤੇ ਲੋਨ ਲਏਗਾ, ਤੇ ਜਦੋਂ ਤੁਸੀਂ ਸਪੋਜ਼ ਕਰੋ ਵੀ ਤੁਸੀਂ 12 ਕਿੱਲੇ ਤੁਹਾਡੇ ਇੱਕ ਐਗਜ਼ਾਮਪਲ ਦੇ ਤੌਰ ਤੇ ਨਿਕਲ ਜਾਂਦੇ, ਤੁਹਾਡੀ ਜ਼ਮੀਨ ਦੇ ਵਿੱਚੋਂ ਨਿਕਲਦੇ ਨੇ, ਜਾਂ ਤੁਸੀਂ ਉਹਨੂੰ ਵੇਚਣ ਦਾ ਇੱਕ ਕੰਟਰੈਕਟ ਕਰ ਲੈਂਦੇ ਹੋ, ਤੁਸੀਂ ਤਿਆਰ ਕਰ ਦਿੱਤੇ, ਉਦੋਂ ਬਾਅਦ ਉਹਦੇ ਕੋਲ ਇੱਕ ਅਧਿਕਾਰ ਹੈ ਕਿ ਉਹਨੇ ਪੈਰਾਮੀਟਰਸ ਪਹਿਲਾਂ ਫਿਕਸ ਕੀਤੇ ਹੁੰਦੇ ਆ। ਕੰਟਰੈਕਟ ਫਾਰਮਿੰਗ ਦਾ ਜੋ ਤੁਸੀਂ ਐਕਟ ਪੜ੍ਹਦੇ ਹੋ ਤਾਂ ਜਦੋਂ ਮਰਜ਼ੀ ਜਾ ਕੇ ਕਹਿ ਸਕਦਾ ਵੀ ਆਹ 5 ਤਾਂ ਮੇਰੇ ਪੈਰਾਮੀਟਰ ਤੇ ਪੂਰੇ ਨਹੀਂ ਉਤਰਦੇ, ਤੇ ਇਹ 5 ਤੂੰ ਜਿੱਥੇ ਮਰਜ਼ੀ ਜਾ ਕੇ ਵੇਚ, ਤੇ 7 ਦੇ ਵਿੱਚ ਵੀ ਨੁਕਸ ਕੱਢ ਕੇ ਤੈਅ ਕੀਤੇ ਹੋਏ ਰੇਟ ਤੋਂ ਵੀ ਥੱਲੇ ਜਾ ਕੇ ਖਰੀਦ ਸਕਦਾ ਜੇ ਉਹਦੇ ਪੈਰਾਮੀਟਰ ਦੇ ਉੱਤੇ ਉਹ ਪੂਰਾ ਨਹੀਂ ਉਤਰਦਾ। ਤੁਹਾਨੂੰ ਲੱਗਦਾ ਹੈ ਕਿ ਇਹਨਾਂ ਛਾਤਰ ਲੋਕਾਂ ਦੇ ਅੱਗੇ ਸਾਡੇ ਭੋਲੇ ਜੱਟ ਕਿਸਾਨ ਕੋਈ ਇਹੋ ਜਿਹੀ ਬਹਿਸ ਕਰ ਲੈਣਗੇ? ਜਦੋਂ ਨਹੀਂ ਕੋਈ ਸਮਝ ਆਊਗਾ ਕਿਉਂਕਿ ਤੈਨੂੰ ਮੈਂ ਕੋਰਟ ਜਾ ਕੇ ਦੇਖੂੰਗਾ, ਤੇ ਕੋਰਟ ਦਾ ਰਸਤਾ ਬੰਦ। ਤੇ ਕੰਟਰੈਕਟ ਦੇ ਤਾਂ ਇਹ ਹੁੰਦਾ ਕਿ ਜੇ ਤੁਸੀਂ ਇੱਕ ਮੋਬਾਈਲ ਲੈਣ ਜਾਓ ਜਾਂ ਕੁਝ ਚੀਜ਼ ਲੈਣ ਜਾਓ, ਤੁਸੀਂ ਕਾਰ ਦਾ ਲੋਨ ਲੈਣ ਜਾਓ ਜਾਂ ਕੁਝ ਵੀ ਕੰਟਰੈਕਟ ਜਦੋਂ ਕਰਨ ਜਾਓ, ਤੁਸੀਂ ਇੰਨਾ ਵੱਡਾ ਕੰਟਰੈਕਟ ਦਾ ਫਾਰਮ ਹੁੰਦਾ, ਤੁਸੀਂ ਪਹਿਲਾਂ ਤਾਂ ਪੜ੍ਹ ਨਹੀਂ ਸਕਦੇ, ਤੇ ਜੇ ਤੁਸੀਂ ਪੜ੍ਹ ਲਓ ਤਾਂ ਉੱਤੇ ਸਾਈਨ ਨਹੀਂ ਕਰ ਸਕਦੇ, ਕਿਉਂਕਿ ਸਾਰਾ ਦਾ ਸਾਰਾ ਜਿਹੜਾ ਆ ਉਹ ਜਿਹੜਾ ਮੋਰੇ ਪਰਸਨ ਆ। ਫਿਰ ਸਭ ਤੋਂ ਵੱਡੀ ਗੱਲ ਹੈ ਕਿ 70% ਲੋਕ ਤਾਂ ਉਹ ਨੇ ਵੀ ਜਿਹੜੀਆਂ ਜ਼ਮੀਨਾਂ ਦੇ ਮਾਲਕ ਨੇ, ਉਹ ਕੋਈ ਇੰਗਲੈਂਡ ਬੈਠਾ, ਕੋਈ ਅਮਰੀਕਾ ਬੈਠਾ, ਇੱਥੇ ਛੋਟਾ ਕਿਸਾਨ ਆ, ਹਾਲੇ ਤੇ ਲੈ ਕੇ ਖੇਤੀ ਕਰਦਾ, ਉਹ ਕਿਹਦੇ ਨਾਲ ਕੰਟਰੈਕਟ ਕਰੂਗਾ? ਸਰਕਾਰੀ ਮੰਡੀ ਦਾ ਤੁਸੀਂ ਰਾਹ ਬੰਦ ਕਰ ਦਿੱਤਾ, ਕੰਟਰੈਕਟ ਕਰਨ ਲਈ ਉਹਦੇ ਕੋਲ ਬਚਿਆ ਕੁਝ ਨਹੀਂ, ਉਹ ਦਿਹਾੜੀਆਂ ਹੀ ਕਰੇਗਾ, ਮੁੜ ਕੇ ਕਰੇਗਾ। ਹਾਂ, ਬਿਲਕੁਲ ਦਿਹਾੜੀਆਂ ਕਰੇਗਾ। ਤੇ ਇੱਕ ਚੱਲਦੀ ਸੀ ਕਿ ਧਰਨਿਆਂ ਦੇ ਵਿੱਚ ਪੋਲੀਟੀਕਲ ਮਾਈਲੇਜ ਲੈਣ ਦੀ ਸਾਰੀਆਂ ਪਾਰਟੀਆਂ ਵੱਲੋਂ ਕੋਸ਼ਿਸ਼ ਕੀਤੀ ਗਈ, ਲੇਕਿਨ ਇਸ ਵਾਰ ਇੱਕ ਅਲੱਗ ਦੇਖਣ ਨੂੰ ਇਹ ਮਿਲਿਆ ਕਿ ਵੀ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਇਹ ਕੀਤਾ ਗਿਆ ਕਿ ਵੀ ਕਿਸੇ ਵੀ ਪੋਲੀਟੀਕਲ ਪਰਸਨ ਨੂੰ ਜਿਹੜਾ ਅੱਗੇ ਨਹੀਂ ਆਉਣ ਦੇਣਾ, ਉਹਨਾਂ ਨੂੰ ਕੋਈ ਵੀ ਇੱਦਾਂ ਦੀ ਮਾਈਲੇਜ ਨਹੀਂ ਲੈਣ ਦੇਣੀ, ਇੱਕ ਨਿਰੋਲ ਬਗੈਰ ਕਿਸੇ ਵੀ ਪਾਰਟੀ ਦੇ ਲੋਗੋ ਤੋਂ, ਜਿਹੜਾ ਸਿਰਫ ਕਿਸਾਨਾਂ ਦਾ ਇਹ ਸੰਘਰਸ਼ ਹੋ ਕੇ ਅੱਗੇ ਚੱਲੇ, ਤਾਂ ਜਿਹੜਾ ਬਿਹਤਰ ਚੱਲ ਸਕਦਾ। ਇਹਦੇ 'ਚ ਇੱਕ ਵੱਡਾ ਕਾਰਨ ਇਹ ਵੀ ਸੀਗਾ, ਆਪਾਂ ਇਸ ਗੱਲ ਤੇ ਅੱਗੇ ਚਰਚਾ ਕਰਾਂਗੇ। ਪਹਿਲਾਂ ਸਾਡੇ ਕੋਈ ਕਾਲਰ ਜਿਹੜੇ ਜੁੜੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਿਹਾ ਜੀ? ਜੀ ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ ਜੀ। ਨੈਟਵਰਕ ਇਸ਼ੂ ਹੋ ਸਕਦਾ ਜੀ, ਤੁਸੀਂ ਮਾੜੇ ਸਿਗਨਲ ਦੇ ਵਿੱਚ ਆ ਜਾਓ। ਇਸ ਟਾਈਮ ਜਿਹੜਾ ਜੀ ਕਿਸਾਨ ਮਜ਼ਦੂਰ ਏਕਤਾ ਜਿਹੜਾ ਸੰਘਰਸ਼ ਚੱਲ ਰਿਹਾ ਹੈ, ਇਸ ਟਾਈਮ ਜੋਰਾਂ ਤੇ ਚੱਲ ਰਿਹਾ ਜੀ। ਅਸੀਂ ਤਾਂ ਇਹੀ ਕਹਿੰਦੇ ਨੌਜਵਾਨਾਂ ਦਾ ਬਹੁਤ ਬਹੁਤ ਸ਼ੁਕਰੀਆ ਇਹਦਾ ਜੀ। ਕਹਿੰਦੇ ਸੀ ਲੋਕੀ ਕਹਿੰਦੇ ਸੀ ਨਸ਼ੇੜੀ ਆ ਪੰਜਾਬ ਦੇ ਬੰਦੇ, ਨਿਆਣੇ ਨਸ਼ੇੜੀ ਆ, ਯੂਥ ਨਸ਼ੇੜੀ ਆ। ਇਸ ਟਾਈਮ ਪਤਾ ਲੱਗਦਾ ਜਿਹੜੇ ਹਰਿਆਣੇ ਦੇ ਬੈਰੀਅਰ ਪੱਟੇ ਆ ਜੀ। ਬਿਲਕੁਲ ਜੀ, ਦੱਸਦਾ ਵੀ ਪੰਜਾਬੀਆਂ ਸਾਨੂੰ ਕੋਈ ਕਹਿ ਨਹੀਂ ਸਕਦਾ, ਹੁਣ ਕੋਈ ਕਹਿ ਨਹੀਂ ਸਕਦਾ ਤੁਸੀਂ ਨਸ਼ੇੜੀ ਆ, ਕੁਝ ਨਹੀਂ, ਉਹ ਸਾਫ਼ ਕਰਕੇ ਦਿਖਾਤਾ। ਅਸੀਂ ਤਾਂ ਉਸ ਬੰਦੇ ਦਾ, ਬਜ਼ੁਰਗਾਂ ਦਾ ਅਸੀਂ ਆਸ਼ੀਰਵਾਦ ਦਿੰਦੇ ਹਾਂ ਉਹਨਾਂ ਦਾ, ਉਹ ਸਾਡੀ ਗੱਲ ਕੱਲੀ ਮੰਨਦੇ, ਅਗਵਾਈ ਉਹ ਕਰਦੇ ਆ, ਸਾਥ ਅਸੀਂ ਦੇ ਰਹੇ ਹਾਂ। ਠੀਕ ਹੈ ਜੀ। ਅੱਗੇ ਕਹਿੰਦੇ ਸੀ ਨੌਜਵਾਨ ਨਹੀਂ ਸੀ ਪਿੰਡਾਂ 'ਚ ਨਿਕਲਦੇ, ਨੌਜਵਾਨ ਨਹੀਂ ਸੀ ਪਿੰਡਾਂ 'ਚ ਨਿਕਲਦੇ। ਇਸ ਟਾਈਮ ਪਤਾ ਲੱਗ ਗਿਆ, ਸਾਰੀ ਦੁਨੀਆ 'ਚ ਸਾਬਤ ਹੋ ਗਿਆ ਨੌਜਵਾਨ ਕੁਛ ਹੈਗੇ ਵੀ ਹੈ ਜੀ। ਬਿਲਕੁਲ ਜੀ। ਇਸ ਕਰਕੇ ਯਾਰ ਜਿਹੜੀ ਹੁਣ ਕੰਗਣਾ ਨੌ ਤੇ ਜਿਹੜੀ ਇਹ ਟਵੀਟ ਕਰੀ ਜਾਂਦੀ ਹੈ, ਕਹਿੰਦੀ ਸਾਡੀ ਬੁੜੀਆਂ 100 ਰੁਪਏ ਨੂੰ ਵਿਕਦੀਆਂ। ਇਹਨੂੰ ਭਲੇ ਮਾਨਸੇ ਪੰਜਾਬ ਦੇ ਵਿੱਚ ਆ ਕੇ ਦੇਖ, ਇਹਨੂੰ 100 ਦਾ ਹੀ ਕਹਿੰਦੀਆਂ। ਇਹ ਆਪਣੇ ਹੱਕਾਂ ਲਈ ਲੜਨਾ ਪੈਂਦਾ ਜੀ। ਬਿਲਕੁਲ ਲੜਨਾ ਪੈਂਦਾ ਜੀ, ਲੜਨਾ ਪੈਂਦਾ ਆਪਣੇ ਹੱਕਾਂ ਵਾਸਤੇ। ਕੱਲ ਨੂੰ ਇਹ ਕਹਿ ਦੇਣ, ਕੱਲ ਨੂੰ ਹੋਰ ਕੋਈ ਕਾਨੂੰਨ ਬਣਾਉਣਗੇ, ਫੇਰ ਇਹ ਕਹਿਣਗੇ। ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ, ਮੋਦੀ ਸਾਹਿਬ ਸਾਡੀ ਗੱਲਬਾਤ ਸੁਣੋ, ਸਾਡੇ ਹੱਕ 'ਚ ਫੈਸਲਾ ਦਿਓ। ਅੱਜ ਅਸੀਂ ਤਾਂ ਇਹੀ ਚਾਹੁੰਦੇ ਹਾਂ, ਅੱਜ 5 ਤਰੀਕ ਆ, ਅੱਜ ਮੀਟਿੰਗ ਹੈਗੀ ਆ, ਮੀਟਿੰਗ ਸਾਡੇ ਹੱਕ 'ਚ ਆਵੇ। ਅਸੀਂ ਤਾਂ ਇਹੀ ਕਰਦੇ ਹਾਂ ਅਪੀਲ। ਧੰਨਵਾਦ ਜੀ ਕਾਲ ਕਰਨ ਲਈ। ਦੇਖੋ, ਹਰ ਮਨ ਦੇ ਵਿੱਚ ਜਿਹੜਾ ਆ ਇਹ ਦਰਦ ਆ ਇਸ ਸੰਘਰਸ਼ ਨੂੰ ਲੈ ਕੇ ਕਿ ਬਈ ਅਸੀਂ ਜਿਹੜੀ ਆ ਪੋਜ਼ਿਟਿਵਿਟੀ ਜਿਹੜੀ ਆ ਉਹ ਆਵੇ, ਤੇ ਜਿਹੜੇ ਕਾਨੂੰਨ ਇਹ ਜਲਦੀ ਤੋਂ ਜਲਦੀ ਜਿਹੜੇ ਆ ਉਹ ਰੱਦ ਹੋਣ ਜੀ। ਤੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਆਪਾਂ ਕਿਹੜੀ ਗੱਲ ਸੀ?
ਵਿੱਚੇ ਰਹਿ ਗਈ। ਹਾਂ ਉਹਨਾਂ ਦੀ ਚਲੋ ਕਾਲ ਦੇ ਵਿੱਚ ਜਿਹੜੀ ਹੁੰਦੀ ਆ ਵਿੱਚ ਆ ਜਾਏਗੀ ਦੁਬਾਰਾ। ਅੱਛਾ, ਉੱਥੇ ਜਦੋਂ ਮਾਹੌਲ ਆ, ਮਾਹੌਲ ਦੇਖੋ ਤੁਸੀਂ ਕਿ ਬਜ਼ੁਰਗ ਜਿਹੜੇ ਨੇ ਬੈਠਕਾਂ ਮਾਰ ਰਹੇ ਨੇ ਤੇ ਐਕਸਰਸਾਈਜ਼ ਕਰ ਰਹੇ ਨੇ, ਜਿਹੜੀਆਂ ਇਦਾਂ ਦੀਆਂ ਚੀਜ਼ਾਂ ਆ ਉਹ ਦੇਖ ਕੇ ਕਿੱਦਾਂ ਇੱਕ ਹੋਰ ਜਿਹੜੇ ਨੌਜਵਾਨ ਉੱਥੇ ਗਏ ਨੇ, ਜਿੱਦਾਂ ਇਹਨਾਂ ਨੇ ਗੱਲ ਕੀਤੀ ਕਿ ਵੀ ਬੈਰੀਅਰ ਪੱਟ ਦਿੱਤਾ, ਇੱਕ ਪਾਸੇ ਨਸ਼ੇੜੀ ਕਿਹਾ ਜਾਂਦਾ ਸੀ, ਜੇ ਕਿਸੇ ਹੁਣ ਜਾ ਕੇ ਨੌਜਵਾਨ ਨੂੰ ਪੁੱਛੋ ਕਹਿੰਦਾ ਜੀ ਘੁਲ ਕੇ ਦੇਖ ਲੈਣ, ਇਹਨੇ ਤਾਂ ਕਰਾ ਲੈਣ, ਹਨਾ। ਤੇ ਉੱਥੇ ਜਾ ਕੇ ਵੀ ਤੁਸੀਂ ਦੇਖਿਆ ਹੋਣਾ ਕਿ ਇੱਕ ਹੋਰ ਵੀਡੀਓ ਵਾਇਰਲ ਹੋਈ ਸੀ, ਇੱਕ ਪਾਸੇ ਹਰਿਆਣੇ ਵਾਲਾ ਬੈਠਕਾਂ ਮਾਰਨ ਲੱਗਿਆ, ਇੱਕ ਪਾਸੇ ਪੰਜਾਬੀ, ਉਹ ਐਕਸਰਸਾਈਜ਼ ਚੱਲਦੀ ਆ, ਹਨਾ। ਇਦਾਂ ਦਾ ਇੱਕ ਮਾਹੌਲ ਜਿਹੜਾ ਆ ਉਹ ਹੋਰ ਇਸ ਇਹਦੇ ਚ ਨਾ ਇਹ ਸੰਘਰਸ਼ ਦੀ ਇੱਕ ਖੂਬਸੂਰਤੀ ਹੋਰ ਵੀ ਰਹੀ ਹੈ ਕਿ ਜਦੋਂ ਤੁਸੀਂ ਇਹਨੂੰ ਪਹਿਲੇ ਦਿਨ ਤੋਂ ਦੇਖੋਗੇ, 26 ਤਰੀਕ ਤੋਂ ਲੈ ਕੇ ਹੁਣ ਤੱਕ ਜਦੋਂ ਆਬਜ਼ਰਵ ਕਰੋਗੇ ਨਾ, ਕਿ ਪਿਛਲੇ 40 ਸਾਲਾਂ ਦੀ ਦਿੱਲੀ ਦੀ ਜਿਹੜੀ ਪੰਜਾਬ ਤੇ ਹਰਿਆਣੇ ਨੂੰ ਵੰਡਣ ਲਈ ਕੀਤੀਆਂ ਹੋਈਆਂ ਕੋਸ਼ਿਸ਼ਾਂ ਸੀ, ਉੱਤੇ ਪਾਣੀ ਫਿਰ ਗਿਆ ਇੱਕ ਝਟਕੇ ਤੇ। ਜਿਵੇਂ ਕਹਿੰਦੇ ਨਾ ਵੀ ਗੁਰੂ ਦੀ ਕਲਾ ਵਰਤਦੀ ਹੈ, ਇਹ ਕੋਈ ਅਕਾਲ ਪੁਰਖ ਦੀ ਕਲਾ ਹੀ ਵਰਤ ਰਹੀ ਹੈ ਕੋਈ। ਤੁਸੀਂ ਦੇਖੋ ਵੀ ਜਿਹੜੇ ਸਭ ਤੋਂ ਪਹਿਲੇ ਬੈਰੀਕੇਡਿੰਗ ਟੁੱਟੇ ਉਹ ਗੁਰਨਾਮ ਸਿੰਘ ਚੜੂਨੀ ਜਿਹੜੇ ਹਰਿਆਣਾ ਕਿਸਾਨ ਯੂਨੀਅਨ ਦੇ ਆਗੂ ਨੇ, ਕਿਉਂਕਿ ਹਾਲਾਂਕਿ ਇਹ ਗੱਲ ਤੁਸੀਂ ਜਦੋਂ ਪੁਰਾਣੀਆਂ ਸਟੇਟਮੈਂਟ ਸਟੱਡੀ ਕਰੋਗੇ ਜਿਹੜੀਆਂ ਪੰਜਾਬ ਦੀਆਂ ਕਿਸਾਨ ਯੂਨੀਅਨ ਸੀ, ਖਾਸ ਕਰਕੇ ਉਗਰਾਹਾਂ ਔਰ ਰਾਜੇਵਾਲ ਸਾਹਿਬ ਦੀ, ਵੀ ਜਿੱਥੇ ਸਾਨੂੰ ਸਰਕਾਰ ਨੇ ਰੋਕਿਆ ਸੀ ਉੱਥੇ ਬੈਠ ਜਾਾਂਗੇ। ਇਹਦਾ ਮਤਲਬ ਕੀ ਸੀ ਵੀ ਖਨੌਰੀ ਤੇ ਸ਼ੰਭੂ ਨਹੀਂ ਸੀ ਟੱਪ ਹੋਣਾ, ਨਹੀਂ ਟੱਪਣਾ, ਠੀਕ ਹੈ। ਰੋਕਿਆ ਬੈਰੀਕੇਡਿੰਗ ਕਿਹਨੇ ਪੱਟੇ? ਆਪ ਮਹਾਰੇ ਉਹ ਲੋਕ ਜਿਹੜੇ ਕਦੀ ਬਰਗਾੜੀ ਮੋਰਚੇ ਦਾ ਹਿੱਸਾ ਬਣਦੇ ਆ, ਕਦੀ ਸਰਬੱਤ ਖਾਲਸੇ ਦਾ ਹਿੱਸਾ ਬਣਦੇ ਆ, ਜਿਹੜੀ ਜਿਵੇਂ ਕਹਿੰਦੇ ਨਾ ਵੀ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਤੇ ਲਹਿਰਾਂ ਨਜ਼ਰ ਆਉਂਦੀਆਂ, ਪਰ ਉਹ ਲਹਿਰਾਂ ਦੀ ਆਪਣੀ ਕੋਈ ਹੋਂਦ ਨਹੀਂ ਹੁੰਦੀ, ਉਹਨਾਂ ਨੇ ਅਲਟੀਮੇਟਲੀ ਉਹ ਸਮੁੰਦਰ ਦੇ ਵਿੱਚ ਹੀ ਸਮਾ ਜਾਣਾ ਹੁੰਦਾ। ਇਹ ਪੰਜਾਬੀਆਂ ਦੀ, ਸਿੱਖਾਂ ਦੀ ਜਿਹੜੀ ਇੱਕ ਲਹਿਰ ਉੱਠਦੀ ਆ ਹਰ 2-3 ਸਾਲ ਬਾਅਦ, ਆਪਣੀ ਹੋਂਦ ਦਿਖਾਉਂਦੀ ਆ ਵੀ ਅਸੀਂ ਜਿਉਂਦੇ ਆ, ਇੱਕ ਕਲੈਕਟਿਵ ਵੌਇਸ ਬਣਦੀ ਆ, ਇੱਕ ਕਲੈਕਟਿਵ ਇਮੇਜ ਬਣਦੀ ਆ, ਔਰ ਸਾਨੂੰ ਲੱਗਦਾ ਵੀ ਸਾਰਾ ਪੰਜਾਬ ਜਾਗ ਪਿਆ। ਲੀਡਰਸ਼ਿਪ ਨਾ ਹੋਣ ਕਰਕੇ ਉਹਨੂੰ ਪਰਮਾਨੈਂਟਲੀ ਸਾਂਭਿਆ ਨਹੀਂ ਜਾ ਸਕਦਾ, ਉਹਨੂੰ ਆਰਗੇਨਾਈਜ਼ ਨਹੀਂ ਕੀਤਾ ਜਾਂਦਾ, ਉਹ ਵਾਪਸ ਜਿੱਥੋਂ ਨਿਕਲਦੀ ਉਹਦੇ ਵਿੱਚ ਸਮਾ ਜਾਂਦੀ ਹੈ। ਬਿਲਕੁਲ ਠੀਕ ਹੈ। ਤੇ ਇਹ ਜਿਹੜਾ ਆਪ ਮਾਹਰੇ ਇਕੱਠ ਸੀ, ਜਿਹੜੇ ਘਰੋਂ ਅਰਦਾਸ ਕਰਕੇ ਤੁਰੇ ਸੀ ਵੀ ਦਿੱਲੀ ਪਹੁੰਚਣਾ, ਉਹਨਾਂ ਅੱਗੇ ਨਾ ਕੋਈ ਬੈਰੀਕੇਡ ਟੁਕਿਆ, ਨਾ ਕੋਈ ਸਰਕਾਰ ਟਿਕੀ, ਨਾ ਯੂਨੀਅਨਾਂ ਦੇ ਅਪੀਲਾਂ, ਉਗਰਾਹਾਂ ਵਾਲਿਆਂ ਨੇ ਵੀ ਅਪੀਲ ਕੀਤੀ ਵੀ ਭਾਈ ਰੁਕ ਜਾਓ, ਇੱਥੇ ਬਹਿ ਜਾਓ। ਉਹਨਾਂ ਨੇ ਉਹਨਾਂ ਦੇ ਝੰਡੇ ਝੁੰਡੇ ਛੱਡ ਕੇ ਉਹ ਕਹਿੰਦੇ ਅਸੀਂ ਪਹੁੰਚਣਾ। ਸਰਕਾਰ ਨੂੰ ਵੀ ਮੈਨੂੰ ਲੱਗਦਾ ਇਹੀ ਲੱਗਦਾ ਸੀ ਕਿ ਇਹਨਾਂ ਨੂੰ ਜਿੱਦਾਂ ਅੱਗੇ ਹੁੰਦਾ ਕਿ ਹਰਿਆਣੇ ਦੇ ਬਾਰਡਰ ਤੇ ਰੁਕਿਆ ਜਾਊਗਾ, ਇਹਨਾਂ ਨੇ ਉੱਥੇ ਧਰਨਾ ਲਾ ਕੇ ਬਹਿ ਜਾਣਾ, ਪੰਜਾਬ ਦੇ ਵਿੱਚ ਬੈਠੇ ਰਹਿਣ ਮਹੀਨਾ 2 ਮਹੀਨੇ ਬੈਠੇ ਰਹਿਣ। ਉਹ ਹਰਿਆਣੇ ਤੱਕ ਤਾਂ ਟ੍ਰੇਨਾਂ ਉਹ ਚੱਲ ਹੀ ਰਹੀਆਂ ਸੀ, ਸਾਰਾ ਕੁਝ ਉਹਨਾਂ ਦਾ। ਅੱਛਾ, ਉਹਦੇ ਵਿੱਚ ਸਭ ਤੋਂ ਵੱਡੀ ਜਿਹੜਾ ਚਮਤਕਾਰ ਹੋਇਆ ਕਿ ਇੱਕਦਮ ਜਦੋਂ ਇਧਰੋਂ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਹੋ ਰਹੀ ਸੀ, ਡੂੰਘੇ ਟੋਏ ਪੱਟ ਦਿੱਤੇ ਗਏ। ਉਹ ਟੋਏ ਕਿਹਨੇ ਪੂਰੇ? ਪਹਿਲੀ ਵਾਰ ਹੋਇਆ ਵੀ ਹਰਿਆਣੇ ਵਾਲੇ ਲੋਕਾਂ ਨੇ ਆ ਕੇ ਟੋਏ ਪੂਰ ਦਿੱਤੇ, ਉਹਨਾਂ ਨੇ ਆਪਣੀਆਂ ਟਰਾਲੀਆਂ ਕੱਢੀਆਂ। ਬੈਰੀਕੇਡਿੰਗ ਪੁਲਿਸ ਉਦੋਂ ਪਿੱਛੇ ਹਟੀ ਆ ਜਦੋਂ ਦੋਵੇਂ ਪਾਸਿਆਂ ਤੋਂ ਘਿਰ ਗਈ, ਉਧਰੋਂ ਵੀ ਲੋਕ ਆ ਗਏ, ਇਧਰੋਂ ਵੀ ਲੋਕ ਜਾਣ ਵਾਲੇ ਖੜੇ ਸੀ, ਤਾਂ ਵਿੱਚੋਂ ਬੈਰੀਕੇਡਿੰਗ ਰਹਿਣ ਦਾ ਸਵਾਲ ਖਤਮ ਹੋ ਗਿਆ। ਜਿਹੜੇ ਨਵਦੀਪ ਨੇ ਮੁੰਡੇ ਨੇ ਛਾਲ ਮਾਰੀ ਵਾਟਰ ਕੈਨਨ ਬੰਦ ਕਰਨ ਲਈ, ਉਹ ਹਰਿਆਣੇ ਦੇ ਜਿਹੜੇ ਕਿਸਾਨ ਆਗੂ ਨੇ, ਜੈ ਸਿੰਘ ਉਹਨਾਂ ਦਾ ਬੇਟਾ, ਉਹਨਾਂ ਤੇ 302 ਦੇ ਪਰਚੇ ਇਸੇ ਮੂਵਮੈਂਟ ਕਰਕੇ ਪਹਿਲਾਂ ਵੀ ਚੱਲ ਰਹੇ ਸੀ। ਤਾਂ ਮੈਨੂੰ ਇਹ ਲੱਗਦਾ ਵੀ ਹਰਿਆਣਾ ਪੰਜਾਬ ਇੱਕ ਹੋ ਗਿਆ। ਤੇ ਹੁਣ ਅਗਲੀ ਵਾਰੀ ਕੀ ਆ ਵੀ ਹੁਣ ਸਾਰੇ ਭਾਰਤ ਦੇ ਕਿਸਾਨਾਂ ਦੇ ਇੱਕ ਹੋਣ ਦਾ ਵੇਲਾ ਇਹ ਹੋਊਗਾ ਤਾਂ ਜੇ ਮੋਦੀ ਚਾਹੂਗਾ। ਮੋਦੀ ਜੇ ਇਹਨੂੰ ਲੇਟ ਕਰੂਗੀ ਸਰਕਾਰ, ਇਹ ਮੂਵਮੈਂਟ ਅਗਰ 15 ਦਿਨ ਵੀ ਹੋਰ ਇਸੇ ਮਾਹੌਲ ਦੇ ਵਿੱਚ ਕੱਢ ਜਾਂਦੀ ਹੈ, ਤਾਂ ਭਾਰਤ ਦੀ ਕੋਈ ਇਹੋ ਜਿਹੀ ਸਟੇਟ ਨਹੀਂ ਹੋਊਗੀ ਜਿੱਥੋਂ ਕਿਸਾਨ ਇੱਥੇ ਪਹੁੰਚਣੇ ਨਹੀਂ ਸ਼ੁਰੂ ਹੋ ਜਾਣਗੇ। ਕੋਈ ਇਹੋ ਜਿਹੀ ਸੜਕ ਨਹੀਂ ਹੋਊਗੀ ਦਿੱਲੀ ਜਾਣ ਵਾਲੀ ਜਿਹੜੀ ਬੰਦ ਨਾ ਹੋਊਗੀ। ਤਾਂ ਇਹ ਮੈਨੂੰ ਲੱਗਦਾ ਵੀ ਇਹ ਅਸਲ 'ਚ ਹੁਣ ਸਮੱਸਿਆਵਾਂ ਸਰਕਾਰ ਆਪਣੇ ਲਈ ਖੜੀ ਕਰ ਰਹੀ ਹੈ। ਜੇ ਅੱਜ ਦੀ ਮੀਟਿੰਗ 'ਚ ਨਹੀਂ ਕੋਈ ਸਿੱਟਾ ਨਿਕਲਦਾ ਤਾਂ ਇਹ ਮੰਗਾਂ ਵੀ ਵੱਧ ਜਾਣੀਆਂ। ਜਿਹੜਾ ਅੰਦਰ ਖਾਤੇ ਉੱਥੇ ਨੌਜਵਾਨ ਬੋਲ ਨਹੀਂ ਰਹੇ ਆਗੂਆਂ ਅੱਗੇ। ਇਹਦੇ ਵਿੱਚ ਵੱਡਾ ਮੁੱਦਾ ਇਹ ਵੀ ਹੈ ਕਿ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਸੀ 1982 ਦੇ ਵਿੱਚ ਵੀ ਜਿਹੜਾ ਫਸਲਾਂ ਦੀ ਜਿਹੜਾ ਮੁੱਲ ਹੈ ਉਹ ਪੰਜਾਬ ਸਰਕਾਰ ਤੈਅ ਕਰੇ। ਇਹ ਸੈਂਟਰ ਕਿਉਂ ਤੈਅ ਕਰੇ? ਜਿਹੜੇ ਏਸੀ ਕਮਰੇ 'ਚ ਬੈਠ ਕੇ ਜਿਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਮਿਹਨਤ ਕਿੰਨੀ ਲੱਗਣੀ ਹੈ, ਇਹਦਾ ਰਿਸਕ ਕਿੰਨਾ, ਖੁੱਲੇ ਦੇ ਵਿੱਚ ਪਿਆ ਹੋਇਆ ਸਾਰਾ ਸਰਮਾਇਆ ਨਾ, ਤਾਂ ਉਹਨਾਂ ਸਾਰੀਆਂ ਚੀਜ਼ਾਂ ਦਾ ਮੁੱਲ ਸਰਕਾਰ ਉੱਥੇ ਬੈਠੇ ਅਫਸਰ ਕਿਉਂ ਤੈਅ ਕਰਨ ਜਾਂ ਮੰਤਰੀ ਕਿਉਂ ਤੈਅ ਕਰਨ? ਤਾਂ ਮੈਨੂੰ ਇਹ ਲੱਗਦਾ ਕਿ ਇਹਦੇ ਵਿੱਚ ਹੋਰ ਮੰਗਾਂ ਬਹੁਤ ਵੱਡੀਆਂ ਉੱਠ ਜਾਣੀਆਂ। ਇਹਦੇ 'ਚੋਂ ਪੰਜਾਬ ਦੀ ਖੁਦਮੁਖਤਿਆਰੀ ਦਾ ਮਸਲਾ ਵੀ ਨਿਕਲ ਸਕਦਾ, ਰਾਜਾਂ ਦੇ ਵੱਧ ਅਧਿਕਾਰ ਦਾ ਮੁੱਦਾ ਵੀ ਉੱਠ ਸਕਦਾ। ਇਹ ਤਾਂ ਭਲਾ ਹੋਵੇ ਜੇ ਸਰਕਾਰ ਦਾ ਵੀ ਜਿਹਨੇ ਸਾਰਿਆਂ ਨੂੰ ਇਕੱਠੇ ਕਰ ਦਿੱਤਾ ਔਰ ਸਾਨੂੰ ਸਾਡੇ ਮੁੱਦਿਆਂ ਤੋਂ ਜਾਣੂ ਕਰਾਤਾ। ਹੁਣ ਅੱਗੇ ਉਹਨਾਂ ਨੇ ਇਹਨੂੰ ਕਿਸ ਲੈਵਲ ਤੱਕ ਲੈ ਕੇ ਜਾਣਾ, ਹੁਣ ਤਾਂ ਗੇਮ ਹੈ ਹੀ ਸਰਕਾਰ ਵਾਲੇ ਪਾਲੇ 'ਚ। ਹੁਣ ਸਰਕਾਰ ਵੱਲੋਂ ਜਾਂ ਇਹ ਕਹਿ ਲਓ ਕਿ ਜਿਹੜਾ ਨੈਸ਼ਨਲ ਮੀਡੀਆ ਆ, ਜਿਹੜਾ ਕਿ ਸਪੈਸ਼ਲ ਆਪਾਂ ਉਹਨੂੰ ਗੋਦੀ ਮੀਡੀਆ ਕਹਿੰਦਾ ਜਾਂ ਕੁਛ ਕਹਿੰਦਾ, ਚਲੋ ਅਸੀਂ ਮੀਡੀਆ ਦੇ ਵਿੱਚ ਬੈਠੇ ਹਾਂ, ਇੱਦਾਂ ਸ਼ਬਦ ਕਹਿੰਦੇ ਨਹੀਂ ਚੰਗੇ ਲੱਗਦੇ, ਲੇਕਿਨ ਇਹ ਕਹਿੰਦੇ ਕਿ ਉਹ ਖਾਲਿਸਤਾਨ ਦੇ ਮੁੱਦੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੇ ਜਿਹੜਾ ਸ਼ਹਿਰੀ ਆ ਜਾਂ ਇਹ ਕਹਿ ਲਈਏ ਕਿ ਜਿਹੜਾ ਹਿੰਦੂ ਪੰਜਾਬੀ ਆ ਜਾਂ ਦੂਜੇ ਨੇ, ਉਹ ਇਸ ਦੇ ਵਿਰੋਧ ਵਿੱਚ ਆਉਣ। ਇਸ ਚੀਜ਼ ਨੂੰ ਲੈ ਕੇ ਇਹਨੂੰ ਖਾਲਿਸਤਾਨ ਦੇ ਅੰਦੋਲਨ ਨਾਲ ਜੋੜਨ ਦੀ ਕੋਸ਼ਿਸ਼ ਉਸ ਐਂਗਲ ਤੋਂ ਦਿਖਾਈ ਜਾ ਰਹੀ ਆ। ਇੱਕ ਕਲਿੱਪ ਦਿਖਾਇਆ ਜਾ ਰਿਹਾ ਸੀ ਇੱਕ ਨੈਸ਼ਨਲ ਚੈਨਲ ਦੇ ਉੱਤੇ ਕਿ ਅਕਾਲੀ ਦਲ ਅੰਮ੍ਰਿਤਸਰ ਵੱਲੋਂ 10 ਬੰਦੇ ਹੋਣੇ ਵੱਧ ਤੋਂ ਵੱਧ ਉੱਥੇ ਉਹ ਇੱਕ ਰੇਲਵੇ ਲਾਈਨ ਦੇ ਉੱਤੇ ਧਰਨਾ ਦੇ ਰਹੇ ਸੀ ਤੇ ਨਾਲ ਉੱਥੇ ਉਹ ਨਾਅਰੇਬਾਜ਼ੀ ਕਰ ਰਹੇ ਸੀ ਖਾਲਿਸਤਾਨ ਦੇ ਹੱਕ ਦੇ ਵਿੱਚ। ਲੇਕਿਨ
ਉਹ ਵੱਧੋ ਵੱਧ 10 ਬੰਦੇ ਹੋਣੇ ਆ, ਉਸ ਨੂੰ ਉਹਨਾਂ ਨੇ ਕਿੰਨੇ ਮਿੰਟ ਲਗਾਤਾਰ ਬਾਰ-ਬਾਰ ਦਿਖਾਇਆ, ਦੇਖੋ ਕਿ ਇਹ ਅੰਦੋਲਨ ਜਿਹੜਾ ਆ ਖਾਲਿਸਤਾਨੀ ਹੋ ਗਿਆ। ਐਕਚੁਅਲੀ ਕੀ ਆ, ਮੈਨੂੰ ਫਿਰ ਉਹ ਗੱਲ ਕੀਤਾ ਵੀ ਲਫ਼ਜ਼ ਦੁਆਰਾ ਵਰਤ ਰਿਹਾ ਵੀ ਇਹਨਾਂ ਦੀ ਪਿਛਲੀ 40-50 ਸਾਲ ਦੀ ਮਿਹਨਤ ਤੇ ਪਾਣੀ ਫਿਰ ਚੁੱਕਾ। ਜਿਹੜਾ ਨਰੇਟਿਵ ਬਿਲਡ ਕੀਤਾ ਗਿਆ ਸੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ, ਇਹ ਸਹੀ ਮਾਇਨੇ ਦੇ ਵਿੱਚ ਕਹਿਣਾ ਚਾਹੀਦਾ ਵੀ ਪੰਜਾਬ ਦੇ ਹਿੰਦੂਆਂ ਨੂੰ ਮਤਲਬ ਅਲਟੀਮੇਟਲੀ ਡਰਾਉਣ ਲਈ ਇਹਨਾਂ ਕੋਲ ਇੱਕ ਹਊਆ ਹੁੰਦਾ ਹੈ ਖਾਲਿਸਤਾਨ। ਉਹ ਡਰਾ ਕੇ ਉਹਨਾਂ ਨੂੰ ਆਰਗੇਨਾਈਜ਼ਡ ਕਰਦੇ ਨੇ, ਉਹ ਇਨਸਿਕਿਉਰਿਟੀ 'ਚ ਜਾਂਦੇ ਨੇ। ਫਿਰ ਇੱਕ ਉੱਠਦਾ ਵੀ ਮੈਂ ਪੰਜਾਬ ਦੀ ਅਮਨ ਸ਼ਾਂਤੀ ਲਈ ਕੁਰਬਾਨੀ ਦੇਣ ਨੂੰ ਤਿਆਰ ਹਾਂ, ਅਸੀਂ ਦੇਸ਼ ਦੀ ਏਕਤਾ ਅਖੰਡਤਾ ਦੇ ਨਾਲ ਸਮਝੌਤਾ ਨਹੀਂ ਕਰਾਂਗੇ, ਇਹੋ ਜਿਹੇ ਬਿਆਨ ਦਿੱਤੇ ਜਾਂਦੇ ਨੇ ਤੇ ਪੰਜਾਬ ਦੇ ਹਿੰਦੂਆਂ ਨੂੰ ਵਰਗਲਾ ਕੇ ਵੋਟ ਉਹਨਾਂ ਦੀ ਆਪਣੇ ਵੱਲ ਸ਼ਿਫਟ ਕਰਾ ਲਈ ਦਿੱਤੀ ਜਾਂਦੀ ਹੈ। ਇਹ ਪਹਿਲਾ ਮੂਵਮੈਂਟ ਇੱਕ ਇਹੋ ਜਿਹੀ ਸਾਂਝੀ ਮੂਵਮੈਂਟ ਹੈ ਜਿਹੜੀ ਧਾਰਮਿਕ ਮੂਵਮੈਂਟ ਤਾਂ ਨਹੀਂ, ਪਰ ਇਹਦੇ ਵਿੱਚ ਇਹ ਕਿਸੇ ਧਰਮ ਦੇ ਖਿਲਾਫ ਵੀ ਨਹੀਂ ਬਲਕਿ ਸਾਰੇ ਧਰਮਾਂ ਦੀ ਕੰਟਰੀਬਿਊਸ਼ਨ ਹੈ। ਉੱਥੇ ਨਮਾਜ਼ ਵੀ ਪੜ੍ਹ ਹੋ ਰਹੀ ਹੈ, ਤੁਸੀਂ ਦੇਖੋ ਹਵਨ ਵੀ ਹੋ ਰਹੇ ਨੇ, ਆੜਤੀਆਂ ਐਸੋਸੀਏਸ਼ਨ ਮੰਦਰਾਂ ਦੇ ਵਿੱਚ ਕਮੇਟੀਆਂ ਦੇ ਵਿੱਚ ਮੀਟਿੰਗਾਂ ਕਰ ਰਹੀਆਂ ਨੇ, ਮੰਦਰਾਂ ਵਿੱਚ ਜਾ ਕੇ ਇਹਦਾ ਵਿਰੋਧ ਕਰ ਰਹੀਆਂ ਨੇ। ਔਰ ਰਾਜਸਥਾਨ ਤੋਂ ਆਏ ਹੋਏ ਕੱਲ ਇੱਕ ਕਿਸਾਨ ਆਗੂ ਨੇ ਇੱਥੋਂ ਤੱਕ ਕਿਹਾ ਵੀ ਜੇ ਆਪਣੇ ਹੱਕ ਮੰਗਣੇ ਖਾਲਿਸਤਾਨੀ ਤਾਂ ਮੈਂ ਵੀ ਖਾਲਿਸਤਾਨੀ ਹਾਂ। ਤਾਂ ਇਹਦਾ ਮਤਲਬ ਕੀ ਆ ਵੀ ਤੁਹਾਡਾ ਨਰੇਟਿਵ, ਤੁਹਾਡਾ ਏਜੰਡਾ ਔਰ ਤੁਹਾਡੇ ਉਹ ਪੁਰਾਣੇ ਹਥਿਆਰ ਹੁਣ ਕੰਮ ਨਹੀਂ ਆਉਣੇ। ਸੋ ਇਹ ਇੱਕ ਹਊਆ ਕਹਿ ਲਓ ਜਾਂ ਕਿਸੇ ਵੀ ਵੱਡੀ ਐਜੀਟੇਸ਼ਨ ਨੂੰ, ਵੱਡੇ ਸੰਘਰਸ਼ ਨੂੰ, ਚਾਹੇ ਉਹ ਆਰਥਿਕ ਹੋਵੇ ਸਮਾਜਿਕ ਹੋਵੇ, ਜਦੋਂ ਉਹਨੂੰ ਸੈਬੋਟਾਈਜ਼ ਕਰਨਾ ਹੁੰਦਾ ਤਾਂ ਉਹਨਾਂ ਕੋਲ ਇੱਕ ਮੁੱਦਾ ਹੁੰਦਾ, ਜਦ ਕਿ ਇਹ ਇੱਕ ਭਾਵਨਾ ਹੈ। ਮਤਲਬ ਮੈਂ ਕਹਿੰਦਾ ਵੀ ਮੈਂ ਸ਼ਾਇਦ ਜ਼ਿੰਦਗੀ 'ਚ ਕਦੀ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਨਾ ਲਾਇਆ ਹੋਵੇ, ਪਰ ਮੇਰੇ ਮੋਹਰੇ ਆ ਕੇ 4 ਬੰਦੇ ਜੇ ਮੁਰਦਾਬਾਦ ਦੇ ਲਾਉਣਗੇ ਤਾਂ ਮੈਂ ਜਿੰਦਾਬਾਦ ਦਾ ਲਾਉਂਗਾ। ਤਾਂ ਇਹ ਪ੍ਰੋਵੋਕੇਸ਼ਨ ਜਿਹੜੀ ਆ ਉਹ ਮੀਡੀਆ ਵੱਲੋਂ ਹੋ ਰਹੀ ਹੈ ਔਰ ਉਹ ਡਿਸਕਸ ਇਸ ਕਰਕੇ ਕਰ ਰਹੇ ਨੇ ਕਿ ਉਹ ਮੀਡੀਆ ਤੋਂ ਪ੍ਰਵੋਕ ਹੋ ਕੇ ਨਾਰੇ ਲਾਉਣ ਲੱਗ ਪੈਣਗੇ ਤੇ ਫਿਰ ਅਸੀਂ ਕਹਾਂਗੇ ਦੇਖੋ ਜੀ ਜੋ ਅਸੀਂ ਕਹਿ ਰਹੇ ਸੀ ਉਹੀ ਹੋਇਆ। ਤਾਂ ਇਹ ਮੈਨੂੰ ਲੱਗਦਾ ਵੀ ਹੁਣ ਇਹਦੀ ਕਿਸੇ ਵੀ ਸੰਘਰਸ਼ ਦੀ ਜਿਹੜੀ ਦਸ਼ਾ ਉਹਦੀ ਦਿਸ਼ਾ ਤੇ ਨਿਰਭਰ ਕਰਦੀ ਹੋਣੀ। ਇਹਦੀ ਦਿਸ਼ਾ ਬਿਲਕੁਲ ਸਹੀ ਡਾਇਰੈਕਸ਼ਨ 'ਚ ਆ, ਦਿੱਲੀ ਵੱਲ ਨੂੰ ਆ। ਆਰਥਿਕ ਮੁੱਦਿਆਂ ਤੇ ਗੱਲ ਹੋ ਰਹੀ ਹੈ, ਰਾਜਾਂ ਦੇ ਵੱਧ ਅਧਿਕਾਰਾਂ ਤੇ ਗੱਲ ਹੋ ਰਹੀ ਹੈ, ਕਿਸਾਨਾਂ ਦੇ ਉੱਤੇ ਗੱਲ ਹੋ ਰਹੀ ਹੈ। ਇਹਦੀ ਦਿਸ਼ਾ ਹੁਣ ਬਦਲਣੀ ਨਹੀਂ, ਉਹ ਸਮਾਂ ਲੰਘ ਗਿਆ। ਇੱਕ ਹੋਰ ਖਾਸੀਅਤ ਜਿਹੜੀ ਹੈ ਤਾਂ ਇਹ ਦੇਖਣ ਨੂੰ ਮਿਲੀ ਹੈ ਕਿ ਨਹੀਂ ਤਾਂ ਇਹ ਕਿਹਾ ਜਾਂਦਾ ਕਿ ਜਦੋਂ ਇਦਾਂ ਦਾ ਅੰਦੋਲਨ ਹੁੰਦਾ, ਗੱਡੀਆਂ ਦੀ ਭੰਨ ਤੋੜ, ਬੱਸਾਂ ਨੂੰ ਫੂਕ ਦੇਣਾ, ਗੱਡੀਆਂ ਫੂਕ ਦੇਣੀਆਂ, ਉਸ ਤੋਂ ਮੂਹਰੋਂ ਦੁਕਾਨਾਂ ਦੀ ਭੰਨ ਤੋੜ, ਕਦੀ ਹੋਰ ਤੋੜਤਾ ਆਹ ਕਰਤਾ, ਇੱਦਾਂ ਦਾ ਇੱਕ ਵੀ ਜਿਹੜਾ ਇਨਸੀਡੈਂਟ ਹਜੇ ਤੱਕ ਵਾਹਿਗੁਰੂ ਦੀ ਮਿਹਰ ਰਹੀ ਆ, ਇੱਕ ਵੀ ਇਨਸੀਡੈਂਟ ਇੱਦਾਂ ਦਾ ਨਹੀਂ ਸਾਹਮਣੇ ਆਇਆ। ਇਹ ਕਿਹਾ ਜਾ ਰਿਹਾ ਕਿ ਨੌਜਵਾਨਾਂ ਨੂੰ ਵੀ ਬਾਰ-ਬਾਰ ਜਿੰਨੇ ਵੀ ਸਾਰੇ ਲੀਡਰ ਮੋਹਰੇ ਲੱਗੇ ਹੋਏ ਨੇ ਉਹਨਾਂ ਨੂੰ ਕਿਹਾ ਜਾ ਕਿ ਆਪਣੇ ਹੋਸ਼ ਤੋਂ ਕੰਮ ਲਓ, ਸ਼ਾਂਤੀ ਤੋਂ ਕੰਮ ਲਓ, ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਡੀ ਕੌਮ ਦੀ, ਸਾਡੀ ਬਦਨਾਮੀ ਹੋਵੇ। ਅੱਜ ਪੂਰੀ ਦੁਨੀਆ ਪੰਜਾਬੀਆਂ ਦੀ ਜੋ ਉੱਥੇ ਕਲਚਰ ਚੱਲ ਰਿਹਾ ਉਸ ਨੂੰ ਲੈ ਕੇ ਜਿੰਨੀ ਤਾਰੀਫ ਹੋ ਰਹੀ ਆ, ਆਪਾਂ ਕਿਸੇ ਵੀ ਕੰਟਰੀ ਦੀ ਬਾਹਰਲੇ, ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਉਹਨਾਂ ਨੇ ਵੀ ਬਿਆਨ ਦਿੱਤਾ ਇਸ ਦੇ ਉੱਤੇ, ਕਮਲਾ ਹੈਰਿਸ ਨੇ ਵੀ ਜਿਹੜਾ ਦਿੱਤਾ, ਤੇ ਉੱਥੇ ਕੈਨੇਡਾ ਦੇ ਤਾਂ ਰਾਜਦੂਤ ਨੂੰ ਬੁਲਾ ਕੇ ਵੀ ਉਹਦਾ ਜਿਹੜਾ ਵਿਰੋਧ ਦਰਜ ਕਰਾਇਆ ਗਿਆ ਇੰਡੀਅਨ ਗਵਰਨਮੈਂਟ ਦੇ ਵੱਲੋਂ। ਤੇ ਇੱਕ ਜਿਹੜਾ ਅਲੱਗ ਮਾਹੌਲ ਆ, ਇਹ ਜਿਹੜਾ ਸਾਡੇ ਸੰਘਰਸ਼ ਆ ਜੋ ਚੱਲਦਾ ਪਿਆ, ਇਹਨੂੰ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾ ਰਿਹਾ ਨਾ। ਐਕਚੁਅਲੀ ਕੀ ਹੈ ਕਿ ਇਹ ਆਖਰੀ ਹਥਿਆਰ, ਇਹਦੀਆਂ ਸੰਭਾਵਨਾਵਾਂ ਹਾਲੇ ਖਤਮ ਨਹੀਂ ਹੋਈਆਂ। ਇਸ ਅੰਦੋਲਨ ਦੇ ਵਿੱਚ ਪੈਨੀਟ੍ਰੇਸ਼ਨ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦੇ ਵਿੱਚ ਕੁਝ ਸ਼ਰਾਰਤੀ ਲੋਕ, ਚਾਹੇ ਉਹ ਹਰਿਆਣੇ ਦੇ ਨਾਂ ਦੇ ਉੱਤੇ ਜਾਂ ਕਿਸੇ ਵੀ ਮੂਵਮੈਂਟ ਦੇ ਕਿਸੇ ਯੂਨੀਅਨ ਦੇ ਨਾਂ 'ਤੇ ਜਾਂ ਆਮ, ਕਿਉਂਕਿ ਐਡੇ ਰਸ਼ 'ਚ ਪਤਾ ਨਹੀਂ ਲੱਗਿਆ ਜਾ ਸਕਦਾ, ਤੇ ਬੰਦੇ ਵਿੱਚ ਵਾੜ ਕੇ ਸ਼ਰਾਰਤ ਕਰਵਾਈ ਜਾਵੇ ਤਾਂ ਕਿ ਗਵਰਨਮੈਂਟ ਨੂੰ ਰਿਐਕਟ ਕਰਨ ਦਾ ਮੌਕਾ ਮਿਲ ਜਾਵੇ। ਉਹ ਕੋਸ਼ਿਸ਼ਾਂ 5 ਦਿਨ ਫੇਲ ਹੋਈਆਂ। ਜਿਹੜਾ ਕੋਈ ਸ਼ਰਾਰਤੀ ਬੰਦਾ ਆ ਕੇ ਵਿੱਚ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਉੱਥੇ ਜਿਹੜੀਆਂ ਟੀਮਾਂ ਬਣੀਆਂ ਹੋਏ ਨੇ, ਲੱਖਾ ਸਿਧਾਣਾ ਨੇ ਵੀ ਬਣਾਈਆਂ ਹੋਈਆਂ, ਪਰਸੋਂ ਬਲਦੇਵ ਸਿੰਘ ਸਰਸਾ ਉਹਨਾਂ ਨੇ ਵੀ ਕੁਝ ਇਹੋ ਜਿਹੇ ਮੁੰਡੇ ਫੜੇ ਔਰ ਪੁਲਿਸ ਨੂੰ ਫੜਾਏ ਨੇ ਜਿਹੜੇ ਲੱਗਦਾ ਵੀ ਸ਼ਰਾਰਤ ਕਰਨ ਦੀ ਨੀਅਤ ਨਾਲ ਆਏ ਨੇ। ਦਿੱਲੀ ਦੀਆਂ 18-18, 20-20 ਸਾਲ ਦੀਆਂ, 22-22 ਸਾਲ ਦੀਆਂ ਕੁੜੀਆਂ ਆ ਕੇ ਸੇਵਾ ਕਰ ਰਹੀਆਂ ਨੇ। ਕੋਈ ਇਹ ਨਹੀਂ ਕਹਿ ਸਕਦਾ ਵੀ ਕਿਸੇ ਦੀ ਕੋਈ ਧੀ ਭੈਣ ਨੂੰ ਕੋਈ ਮਾੜਾ ਲਫ਼ਜ਼ ਵਰਤ ਰਿਹਾ, ਕੋਈ ਅੱਖ ਚੱਕ ਕੇ ਦੇਖ ਰਿਹਾ। ਇਹ ਇੱਕ ਪਰਿਵਾਰਕ ਮਾਹੌਲ, ਜਿਵੇਂ ਅਸੀਂ ਗੁਰੂ ਘਰ 'ਚ ਬੈਠੇ ਹੁੰਦੇ ਹਾਂ ਨਾ, ਜੇ ਕਿਸੇ ਨੇ ਸਮਝਣਾ ਸੌਖੇ ਤੌਰ 'ਤੇ, ਜੋ ਮਾਹੌਲ ਗੁਰੂ ਘਰ ਦਾ ਹੁੰਦਾ, ਇੱਕ ਧਾਰਮਿਕ ਸਥਾਨ ਦਾ ਹੁੰਦਾ, ਤਾਂ ਉਸੇ ਪਵਿੱਤਰਤਾ ਦੇ ਨਾਲ, ਉਸੇ ਸਲੀਕੇ ਦੇ ਨਾਲ, ਉਸੇ ਅਕਲ ਤੇ ਸਬਰ ਦੇ ਨਾਲ ਲੋਕ ਉੱਥੇ ਬੈਠੇ ਹੋਏ ਨੇ। ਔਰ ਇਸ ਗੱਲ ਦੀ ਸਮਝ ਹੈਗੀ ਹੈ ਕਿ ਜੇ ਅਸੀਂ ਹੁਣ ਹਾਰੇ, ਜੇ ਇਹ ਗੱਲ ਅਸੀਂ ਵੀ ਕਹਿੰਦੇ ਹਾਂ ਵੀ ਜੇ ਹੁਣ ਕਿਸੇ ਵੀ ਗੱਲ ਤੋਂ ਹਾਰ ਹੋਈ ਤਾਂ ਇੱਕ ਆਖਰੀ ਹਥਿਆਰ ਹੈ ਕਿ ਉੱਥੇ ਹਿੰਸਾ ਕਰਾਈ ਜਾਊਗੀ, ਵਾਇਲੈਂਸ ਕਰਾਈ ਜਾਊਗੀ ਔਰ ਉਹਦੀ ਗਰਾਊਂਡ ਬਣਾਉਣ ਲਈ ਪਹਿਲਾਂ ਇੱਧਰੋਂ ਕੋਈ ਸ਼ਰਾਰਤ ਕਰਾਈ ਜਾਊਗੀ। ਜਦੋਂ ਉਹ ਬਾਰ-ਬਾਰ ਸਫਲ ਨਹੀਂ ਹੋ ਰਹੀ, ਇਸੇ ਕਰਕੇ ਹਾਲੇ ਤੱਕ ਉੱਧਰੋਂ ਕੋਈ ਰਿਐਕਸ਼ਨ ਨਹੀਂ ਆ ਰਿਹਾ। ਦੂਸਰੀ ਚੀਜ਼ ਇੰਟਰਨੈਸ਼ਨਲ ਮੀਡੀਆ ਦਾ ਪ੍ਰੈਸ਼ਰ ਔਰ ਪਲੱਸ ਜਿਹੜੇ ਸਾਰੇ, ਜਿਵੇਂ ਸਰਦਾਰ ਤਰਨਜੀਤ ਸਿੰਘ ਢੇਸੀ ਸਾਡੇ ਫਗਵਾੜੇ ਤੋਂ ਨੇ, ਉਹਨਾਂ ਨੇ 35 ਮੈਂਬਰ ਪਾਰਲੀਮੈਂਟਸ ਨੂੰ ਨਾਲ ਲੈ ਕੇ ਇੰਗਲੈਂਡ ਦੇ ਵਿਦੇਸ਼ ਮੰਤਰੀ ਨੂੰ ਕੱਲ੍ਹ ਚਿੱਠੀ ਲਿਖੀ ਹੈ ਔਰ ਆਪਣਾ ਵਿਰੋਧ ਜਿਹੜਾ ਭਾਰਤ ਸਰਕਾਰ ਕੋਲ ਦਰਜ ਕਰਾਉਣ ਲਈ ਕਿਹਾ। ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਨੇ ਆਵਾਜ਼ ਚੁੱਕੀ ਆ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਤੇ ਕੰਜ਼ਰਵੇਟਿਵ ਜਿਹੜੇ ਆਗੂ ਨੇ, ਓਪੋਜੀਸ਼ਨ ਦੇ ਆਗੂ ਨੇ, ਉਹਨਾਂ ਨੇ ਵੀ ਆਵਾਜ਼ ਚੱਕੀ ਹੈ, ਸਾਰੇ ਮਿਨਿਸਟਰ ਨੇ ਚੱਕੀ। ਔਰ ਕੱਲ੍ਹ ਜਿਹੜੇ ਬਾਰ ਕੌਂਸਲ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਮਨੋਜ ਦਵਾਈ ਔਰ ਦਿੱਲੀ ਦੀ ਜਿਹੜੀ ਬਾਰ ਕੌਂਸਲ ਆਫ ਦਿੱਲੀ ਹੈ, ਉਹਨਾਂ ਦੋਵਾਂ ਨੇ 8 ਦਸੰਬਰ ਦੇ ਜਿਹੜਾ
ਬੰਦ ਆ ਉਹਨੂੰ ਸਮਰਥਨ ਦਿੱਤਾ, ਨਾਲ ਸਟ੍ਰਾਈਕ ਦਾ ਐਲਾਨ ਕੀਤਾ ਔਰ ਨਾਲ ਫ੍ਰੀ ਜਿਹੜੀਆਂ ਮਤਲਬ ਬੜੀ ਵੱਡੀ ਗੱਲ ਹੈ, ਪਹਿਲੀ ਵਾਰ ਹੋਇਆ ਕਿ ਬਾਰ ਕੌਂਸਲ ਆਫ ਇੰਡੀਆ ਦਾ ਜਿਹੜਾ ਸੁਪਰੀਮ ਕੋਰਟ ਦਾ ਜਿਹੜੇ ਪ੍ਰੈਜ਼ੀਡੈਂਟ ਨੇ ਮਨੋਜ ਦਵਾ, ਉਹਨਾਂ ਨੇ ਇਹ ਕਿਹਾ ਵੀ ਹਰ ਤਰ੍ਹਾਂ ਦੀ ਜਿਹੜੀ ਲੀਗਲ ਸਰਵਿਸ ਆ ਉਹਦੇ ਲਈ ਮੈਂ ਫ੍ਰੀ ਪ੍ਰੋਵਾਈਡ ਕਰਾਉਣ ਨੂੰ ਤਿਆਰ ਬੈਠਾ। ਤਾਂ ਇਹ ਤੋਂ ਵੱਡੀ ਗੱਲ ਵੀ ਹੁਣ ਤੁਸੀਂ ਕੀ ਕਹੋਗੇ ਵੀ ਇਹ ਵੱਖਵਾਦੀ ਨੇ? ਜਦੋਂ ਕੋਈ ਕਾਮਰੇਡ ਯੂਨੀਅਨ ਕਮਿਊਨਿਸਟ ਲੋਕ ਕੋਈ ਪ੍ਰੋਟੈਸਟ ਕਰਦੇ ਨੇ ਉਹਨਾਂ ਨੂੰ ਨਕਸਲੀ ਕਹਿ ਦਿੰਦੇ ਨੇ, ਜਦੋਂ ਕੋਈ ਸਿੱਖ ਪ੍ਰੋਟੈਸਟ ਆਪਣੇ ਹੱਕ ਦੀ ਗੱਲ ਕਰਦੇ ਨੇ ਉਹਨਾਂ ਨੂੰ ਖਾਲਿਸਤਾਨੀ ਕਹਿ ਦਿੰਦੇ ਨੇ, ਜਦੋਂ ਮੁਸਲਮਾਨ ਕਰਦੇ ਨੇ ਉਹਨਾਂ ਨੂੰ ਦੇਸ਼ ਧਰੋਹੀ ਕਹਿ ਦਿੰਦੇ ਨੇ, ਤਾਂ ਇਹ ਉਹਨਾਂ ਨੂੰ ਪਾਕਿਸਤਾਨੀ ਕਹਿ ਦਿੰਦੇ ਨੇ। ਤਾਂ ਇਹ ਹੁਣ ਜਿਹੜਾ ਨੈਰੇਟਿਵ ਜਾਂ ਇਹ ਜਿਹੜੀਆਂ ਸ਼ੋਸ਼ੇ ਨੇ ਹੁਣ ਇਸ ਵਾਰ ਚੱਲਣੇ ਨਹੀਂ ਹੈ, ਲੋਕ ਇਹ ਤੋਂ ਅੱਕ ਚੁੱਕੇ ਨੇ ਔਰ ਇਹ ਏਜੰਡਾ ਜਿਹੜਾ ਸਰਕਾਰਾਂ ਦਾ ਹੁਣ ਬਿਲਕੁਲ ਫੇਲ ਹੋ ਚੁੱਕਾ। ਹੁਣ ਕੋਈ ਨਵੇਂ ਹਥਿਆਰ ਲੱਭਣੇ ਪੈਣਗੇ, ਪੁਰਾਣਾ ਕੋਈ ਵੀ ਹਥਿਆਰ ਹੁਣ ਚੱਲਣਾ ਨਹੀਂ ਹੈ। NRIs ਨੇ ਪ੍ਰਦਰਸ਼ਨ ਸ਼ੁਰੂ ਕੀਤਾ, ਤੁਸੀਂ ਦੇਖੋ ਕਿੰਨੀ ਥਾਂ ਤੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਯੂਰਪ ਦੇ ਵਿੱਚ ਟਰੈਕਟਰ ਲੈ ਕੇ, ਕਿਤੇ ਟਰੈਕਟਰ ਲੈ ਕੇ, ਕਿਤੇ ਗੱਡੀਆਂ ਲੈ ਕੇ, ਕਿਤੇ ਉੱਦਾਂ ਟੋਰਾਂਟੋ ਦੀ ਜਿਹੜੀ ਆ ਨਿਊਜ਼ ਆ ਰਹੀ ਸੀ ਕਿ ਇੰਨੀ ਜ਼ਿਆਦਾ ਉੱਥੇ ਸਨੋ ਪੈ ਰਹੀ ਆ, ਸਨੋ ਪੈਣ ਦੇ ਬਾਵਜੂਦ ਉੱਥੇ ਇੰਨੀ ਵੱਡੀ ਤਾਦਾਦ ਦੇ ਵਿੱਚ ਪੰਜਾਬੀ ਪਹੁੰਚ ਕੇ ਕਿਸਾਨਾਂ ਦੇ ਹੱਕ ਵਿੱਚ ਉੱਥੇ ਵੀ ਹਾਲ ਨਾਰਾ ਜਿਹੜਾ ਆ ਉਹ ਮਾਰ ਰਹੇ ਨੇ। ਬ੍ਰਿਸਬੇਨ ਦੇ ਵਿੱਚ ਔਰ ਅਮਰੀਕਾ ਦੇ ਵਿੱਚ ਔਰ ਵੈਨਕੂਵਰ ਦੇ ਵਿੱਚ ਸਾਰੀ ਜਗ੍ਹਾ ਤੇ ਪ੍ਰੋਟੈਸਟ ਹੋਏ ਨੇ ਔਰ ਜਿਹੜਾ ਸਿੱਧੇ ਤੌਰ ਤੇ ਸਮਝੀਏ ਕਿ ਅੱਜ ਸਾਡੇ ਪੰਜਾਬ ਤੋਂ ਸ਼ੁਰੂ ਹੋਇਆ ਪ੍ਰੋਟੈਸਟ ਔਰ ਉਹਦੇ ਹੱਕ ਦੇ ਵਿੱਚ ਅਪੀਲ ਕੌਣ ਕਰ ਰਿਹਾ? ਸਾਡੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਦੇਸ਼ ਕੈਨੇਡਾ ਦਾ ਪ੍ਰਧਾਨ ਮੰਤਰੀ, ਅਮਰੀਕਾ ਦਾ, ਜਿੱਥੇ ਤੱਕ ਗੱਲ ਲਿਜਾਣ ਨੂੰ ਕਈ ਕੌਮਾਂ ਨੂੰ, ਕਈ ਦੇਸ਼ਾਂ ਨੂੰ 20-20 ਸਾਲ ਲੱਗ ਜਾਂਦੇ ਨੇ ਇੱਥੇ ਤੱਕ ਪਹੁੰਚਣ ਨੂੰ। ਅਸੀਂ ਇੱਕ ਸੰਘਰਸ਼ ਦਾ ਜਿਹੜਾ 20 ਤੋਂ 30 ਸਾਲ ਦਾ ਸਮਾਂ ਹੁੰਦਾ ਅਸੀਂ 10 ਦਿਨਾਂ 'ਚ ਤੈਅ ਕੀਤਾ। ਤਾਂ ਮੈਨੂੰ ਇਹ ਲੱਗਦਾ ਕਿ ਇਹਦੇ ਵਿੱਚ ਕਿਸੇ ਬੰਦੇ ਦਾ ਯੋਗਦਾਨ ਬਿਲਕੁਲ ਨਹੀਂ ਹੈ। ਕਿਸੇ ਵੇਲੇ ਕੁਝ ਸਦੀਆਂ ਬਾਅਦ ਕਿਸੇ ਵੇਲੇ ਕਿਸੇ ਮੂਵਮੈਂਟ ਦੇ ਉੱਤੇ ਲੋਕਾਂ ਦੇ ਉੱਤੇ ਅਕਾਲ ਪੁਰਖ ਦੀ ਕਲਾ ਵਰਤਦੀ ਹੈ ਤੇ ਕਲਾ ਵਰਤ ਰਹੀ ਹੈ। ਦੂਜੀ ਗੱਲ, ਉਹਨਾਂ ਦੇਸ਼ਾਂ ਦੇ ਵਿੱਚ ਵੈਲ ਸੈਟਲਡ ਹੋਏ ਸਾਡੇ ਲੋਕ ਜਿਨ੍ਹਾਂ ਨੇ ਉਹਨਾਂ ਦੇਸ਼ਾਂ 'ਤੇ ਜਾ ਕੇ ਉਹਨਾਂ ਦੀ ਤਰੱਕੀ 'ਚ ਕੰਟਰੀਬਿਊਟ ਕੀਤਾ ਔਰ ਅੱਜ ਉਹਨਾਂ ਦੇਸ਼ਾਂ ਦੇ ਜਿਹੜੇ ਲੋਕ ਨੇ ਔਰ ਉੱਥੋਂ ਦੇ ਪੋਲੀਟੀਸ਼ੀਅਨਸ ਨੇ ਉਹਨਾਂ ਦੀ ਇਸ ਗੱਲ ਦੀ ਕਦਰ ਕਰ ਰਹੇ ਨੇ। ਉੱਥੇ ਇਸ ਕਰਕੇ ਨਹੀਂ ਕੈਨੇਡਾ ਦਾ ਪ੍ਰਧਾਨ ਮੰਤਰੀ ਬੋਲ ਰਿਹਾ ਕਿ ਅਗਲੀ ਇਲੈਕਸ਼ਨ 'ਚ ਉਹਨੂੰ ਇਹਨਾਂ ਦੀਆਂ ਵੋਟਾਂ ਪੈ ਜਾਣਗੀਆਂ ਸਿੱਖਾਂ ਦੀਆਂ। ਉਹ ਲੋਕ ਕਦਰਾਂ ਕੀਮਤਾਂ ਦੀਆਂ, ਲੋਕ ਹੱਕਾਂ ਦੀ, ਇਹਨਾਂ ਚੀਜ਼ਾਂ ਦੀ ਕਦਰ ਕਰਦੇ ਨੇ ਔਰ ਇਹਨਾਂ ਲਈ ਇਨਸਾਨੀ ਹੱਕ, ਜਮਹੂਰੀਅਤ ਦੇ ਹੱਕ, ਲੋਕਤੰਤਰ ਦੇ ਹੱਕ ਬਹੁਤ ਇੰਪੋਰਟੈਂਟ ਨੇ ਜਿਹੜੇ ਕਿ ਇੱਥੇ ਬਿਲਕੁਲ ਨਹੀਂ ਹੈ। ਬਿਲਕੁਲ ਨਹੀਂ ਹੈ। ਇਹ ਆਪਣੀ ਗੱਲ ਜਿਹੜੀ ਵਿੱਚੇ ਰਹਿ ਗਈ ਸੀ ਉਹ ਸੀ ਪੋਲੀਟੀਕਲ ਮਾਈਲੇਜ, ਕਿ ਪੋਲੀਟੀਕਲ ਮਾਈਲੇਜ ਲੈਣ ਦੇ ਲਈ ਜਿਹੜੀ ਆ ਕੋਸ਼ਿਸ਼ ਕੀਤੀ ਗਈ ਲੇਕਿਨ ਕਿਸਾਨਾਂ ਨੇ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ, ਜਿਹੜੀ ਗੱਲ ਆਪਣੇ ਵਿੱਚੇ ਰਹੀ। ਐਕਚੁਅਲੀ ਕੀ ਹੈ ਕਿ ਮੈਨੂੰ ਲੱਗਦਾ ਹੈ ਕਿ ਹਾਲਾਂਕਿ ਇਦਾਂ ਹੋਣਾ ਨਹੀਂ ਸੀ ਚਾਹੀਦਾ। ਇੱਕ ਮੈਂਬਰ ਪਾਰਲੀਮੈਂਟ 12 ਤੋਂ 15 ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾ। 13 ਮੈਂਬਰ ਪਾਰਲੀਮੈਂਟ ਨੇ ਸਾਡੇ ਕੋਲ, 13 ਦੇ 13 ਵਿੱਚ ਘਰ ਬੈਠਣ ਨੂੰ ਤਿਆਰ ਸੀ। 117 ਦੇ ਵਿੱਚੋਂ 2-3 ਬੀਜੇਪੀ ਦੇ ਛੱਡ ਕੇ ਜਿਹੜੇ ਵੀ ਹੈਗੇ ਨੇ, ਜੇ 2 ਜਾਂ 3 ਨੇ, ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਵਿੱਚ ਬਹਿਣ ਨੂੰ ਤਿਆਰ ਸੀ। ਬੜਾ ਚੰਗਾ ਹੁੰਦਾ ਜੇ ਸਾਰੇ ਬਹਿ ਜਾਂਦੇ, ਪਰ ਉਹਦੇ ਨਾਲ ਇਹਦੇ ਵਿੱਚ ਕਸੂਰ ਕਿਸਾਨ ਯੂਨੀਅਨਾਂ ਦਾ ਨਹੀਂ ਹੈ। ਹੁਣ ਤੱਕ ਦੇ ਜਿੰਨੇ ਸੰਘਰਸ਼ ਵੇਚੇ ਨੇ ਉਹ ਪੋਲੀਟੀਸ਼ੀਅਨਾਂ ਨੇ ਵੇਚੇ ਨੇ ਤੇ ਮੈਨੂੰ ਇਹ ਲੱਗਦਾ ਕਿ ਪੋਲੀਟੀਸ਼ੀਅਨਸ ਜਿਹੜੇ ਨੇ ਉਹ ਆਪਣੀ ਭਰੋਸੇਯੋਗਤਾ ਗਵਾ ਚੁੱਕੇ ਨੇ। ਲੋਕ ਸਮਝਦੇ ਨੇ ਕਿ ਠੀਕ ਹੈ, ਤੁਹਾਡਾ ਕੰਮ ਜਿਹੜਾ ਹੈ ਉਹ ਸੜਕਾਂ ਨਾਲੀਆਂ ਬਣਾਉਣ ਤੱਕ, ਸਾਡੇ ਨਿੱਜੀ ਕੰਮ ਕਰਾਉਣ ਤੱਕ ਜਾਂ ਹੋਰ ਜਿਹੜੇ ਮਤਲਬ ਡਿਵੈਲਪਮੈਂਟ ਦੇ ਕੰਮਾਂ ਤੱਕ ਤਾਂ ਠੀਕ ਹੈ, ਪਰ ਲੋਕ ਇਹ ਸਮਝਦੇ ਨੇ ਕਿ ਤੁਸੀਂ ਪੰਜਾਬ ਦੇ ਅਸਲ ਮੁੱਦਿਆਂ ਤੱਕ, ਲੋਕਾਂ ਦੇ ਮੁੱਦਿਆਂ ਦੇ ਨਾਲ ਕਮਿਟਡ ਨਹੀਂ। ਵਿਸ਼ਵਾਸ ਜਿਹੜਾ ਗਵਾ ਚੁੱਕੇ, ਉਹ ਜਿਹੜੀ ਭਰੋਸੇਯੋਗਤਾ ਗਵਾਈ ਹੈ। ਮੈਨੂੰ ਲੱਗਦਾ ਕਿ ਹੁਣ ਜਦੋਂ ਕਿਹਾ ਜਾਂਦਾ ਸੀ ਵੀ ਲੀਡਰਾਂ ਤੋਂ ਬਿਨਾਂ ਅਸੀਂ ਕੋਈ ਜੰਗ ਜਿੱਤ ਨਹੀਂ ਪਾਉਂਦੇ, ਪਹਿਲੀ ਜੰਗ ਹੈ ਜਿਹੜੀ ਬਿਨਾਂ ਕਿਸੇ ਰਵਾਇਤੀ ਲੀਡਰਸ਼ਿਪ ਤੋਂ ਚੱਲ ਰਹੀ ਹੈ। ਤੇ ਮੈਨੂੰ ਲੱਗਦਾ ਲੀਡਰ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਆਪਣਾ ਸੈਲਫ ਐਨਾਲਿਸਿਸ ਕਰਨ ਦੀ ਲੋੜ ਹੈ ਕਿ ਐਡੀ ਵੱਡੀ ਮੂਵਮੈਂਟ ਦੇ ਵਿੱਚ ਉਹਨਾਂ ਨੂੰ ਜਗ੍ਹਾ ਨਾ ਮਿਲਣਾ, ਉਹਨਾਂ ਨੂੰ ਆਪਣੇ ਕਿਰਦਾਰ ਦੇ ਉੱਤੇ, ਹੁਣ ਤੱਕ ਦੀ ਕੀਤੀ ਹੋਈ ਰਾਜਨੀਤੀ ਦੇ ਉੱਤੇ ਸਵੈ ਪੜਚੋਲ ਕਰਨ ਦੀ ਲੋੜ ਹੈ ਕਿ ਤੁਹਾਡੀ ਜਗ੍ਹਾ ਕਿੱਥੇ ਹੋਣੀ ਚਾਹੀਦੀ ਸੀ ਤੇ ਤੁਸੀਂ ਕਿੱਥੇ ਰੁਲ ਰਹੇ ਹੋ। ਇਹ ਸਨ ਸੁਖਦੇਵ ਸਿੰਘ ਜੀ, ਜਿਨ੍ਹਾਂ ਨੇ ਕਿ ਅੱਜ ਦੇ ਕਿਸਾਨ ਮੁੱਦਿਆਂ ਦੇ ਉੱਤੇ ਬਹੁਤ ਬਿਹਤਰ ਤਰੀਕੇ ਦੇ ਨਾਲ ਸਾਨੂੰ ਦੱਸਿਆ ਤੇ ਸਾਡੇ ਦਰਸ਼ਕਾਂ ਦੇ ਕਈ ਜਿਹੜੀਆਂ ਸ਼ੰਕੇ ਹੋਣਗੇ ਉਹਨਾਂ ਨੂੰ ਵੀ ਦੂਰ ਕੀਤਾ ਤੇ ਕਿੱਦਾਂ ਸੰਘਰਸ਼ ਚੱਲ ਰਿਹਾ ਉਹਦੇ ਬਾਰੇ ਵੀ ਵਿਸਤਾਰ ਨਾਲ ਸਾਡੇ ਨਾਲ ਚਰਚਾ ਕੀਤੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਧੰਨਵਾਦ ਜੀ। ਔਰ ਮੈਂ ਸਾਰੇ ਲੋਕਾਂ ਨੂੰ ਕਹਿਣਾ ਕਿ ਤੁਸੀਂ ਜਿਸ ਕਿਸੇ ਵੀ ਪੇਸ਼ੇ ਤੋਂ ਆਉਂਦੇ ਹੋ, ਜਿਸ ਕਿਸੇ ਵੀ ਖੇਤਰ ਤੋਂ ਆਉਂਦੇ ਹੋ, ਜਿਸ ਵੀ ਤਰੀਕੇ ਦੇ ਨਾਲ ਇਹ ਲੜਾਈ ਪੰਜਾਬ ਦੇ ਸਵੈਮਾਨ ਦੀ ਹੈ, ਪੰਜਾਬ ਦੀ ਆਰਥਿਕਤਾ ਦੀ ਹੈ ਤੇ ਸਮੁੱਚੇ ਪੰਜਾਬ ਦੀ ਹੈ। ਤੁਸੀਂ ਫੇਸਬੁੱਕ ਤੋਂ ਲੈ ਕੇ ਚਾਹੇ ਆਪਣੇ ਕਿਸੇ ਵੀ ਤਰੀਕੇ ਦੇ ਨਾਲ, ਚਾਹੇ ਦੁਕਾਨਾਂ ਤੇ ਕੋਈ ਪੋਸਟਰ ਟੰਗ ਕੇ ਕਿਸੇ ਵੀ ਤਰੀਕੇ ਨਾਲ ਇਸ ਮੂਵਮੈਂਟ ਨੂੰ ਸਮਰਥਨ ਜਤਾ ਸਕਦੇ ਹੋ। ਤਾਂ ਇਹ ਤੋਂ ਪਿੱਛੇ ਨਾ ਹਟਿਓ। ਦੁਬਾਰਾ ਇਹੋ ਜਿਹਾ ਸੁਨਹਿਰੀ ਮੌਕਾ ਆਪਣੇ ਪੰਜਾਬ ਨਾਲ ਖੜਨ ਦਾ ਨਹੀਂ ਮਿਲਣਾ। ਧੰਨਵਾਦ।